ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੇ ਗੌੜੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਲੈ ਰਹੇ ਹਾਂ, ਕਬੀਰ ਜੀ ਦੇ ਸ਼ਬਦ ਲੈ ਰਹੇ ਹਾਂ, ਉਹਦੇ ਵਿੱਚ ਆਪਾਂ ਕਬੀਰ ਜੀ ਦਾ ਜਿਹੜਾ ਹੈਗਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ੁਰੂ ਕਰੀਏ ਆਪਾਂ ਪੰਜਵਾਂ ਸ਼ਬਦ ਲੈ ਰਹੇ ਹਾਂ ਜੀ ਕਬੀਰ ਜੀ ਦਾ। ਇਸ ਤੋਂ ਪਹਿਲਾਂ 4 ਸ਼ਬਦ ਲਏ ਸੀਗੇ ਆਪਾਂ ਨੇ, ਔਰ ਕਬੀਰ ਜੀ ਜਿਹੜੇ ਇਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਕਰਮ ਕਾਂਡ ਜਿਹੜੇ ਆਪਾਂ ਕਰ ਰਹੇ ਹਾਂ। ਜਿੱਧਰ ਕਬੀਰ ਜੀ ਕਹਿੰਦੇ ਜਿੱਧਰ ਰਸਤਾ ਹੀ ਨਹੀਂ ਹੈਗਾ, ਜਿੱਧਰ ਮਾਲਕ ਨੇ ਦਰਵਾਜ਼ਾ ਹੀ ਨਹੀਂ ਬਣਾਇਆ, ਉਧਰ ਨੂੰ ਦਰਵਾਜ਼ਾ ਭਾਲ ਰਹੇ ਆ ਪਿਆਰਿਆਂ। ਉਧਰ ਤਾਂ ਫਿਰ ਜਿਹੜਾ ਹੈਗਾ ਸਿਰ ਤੇਰਾ ਮੱਥਾ ਫੁੱਟ ਜਾਣਾ ਹੈ। ਮੱਥਾ ਫੁੱਟਣਾ ਕੀ ਹੈਗਾ ਵੀ ਆਹ ਮਨੁੱਖਾ ਸਰੀਰ ਜਿਹੜੀ ਚਲੀ ਜਾਣੀ ਹੈ, ਭਾਗਾਂ ਦੇ ਵਿੱਚ ਕੁਛ ਆਉਣਾ ਹੀ ਨਹੀਂ। ਆਪਣੇ ਕਰਮ ਕਾਂਡਾਂ ਦੇ ਨਾਲ ਜਿਹੜਾ ਹੈਗਾ ਤੇਰੇ ਪੱਲੇ ਕੁਛ ਨਹੀਂ ਪੈਣਾ, ਔਰ ਮਨੁੱਖਾ ਸਰੀਰ ਜਿਹੜਾ ਤੇਰਾ ਸਮਾਂ ਜਿਹੜਾ ਹੈਗਾ ਇਹ ਗੁਜ਼ਰ ਜਾਣਾ ਹੈ ਪਿਆਰਿਆ। ਬਰਬਾਦ ਜਿਹੜਾ ਹੈਗਾ ਅਜਾਈ ਜਿਹੜਾ ਹੈਗਾ ਕੌਡੀਆਂ ਦੇ ਭਾਅ ਜਿਹੜਾ ਹੈਗਾ ਹੀਰੇ ਜੈਸਾ ਜਨਮ ਨਿਕਲ ਜਾਣਾ ਹੈ ਤੇਰੇ ਹੱਥੋਂ। ਇਸ ਕਰਕੇ ਜੋ ਕੰਮ ਜਿਸ ਕੰਮ ਵਾਸਤੇ ਆਪਾਂ ਆਏ ਹਾਂ ਦੁਨੀਆ ਦੇ ਵਿੱਚ, ਕਬੀਰ ਜੀ ਕਹਿੰਦੇ ਪਹਿਲਾਂ ਉਹ ਕੰਮ ਕਿਵੇਂ ਹੋਣਾ ਆ। ਜਿਹੜਾ ਕੰਮ ਜਿਹਦੇ ਵਾਸਤੇ ਤੂੰ ਆਇਆ ਆ ਉਹਦਾ ਗਿਆਨ ਲੈ ਪਹਿਲਾਂ, ਵੀ ਇਹ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ ਆਤਮਾ ਪਾਈ ਹੋਈ ਹੈ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਬ੍ਰਹਮ ਦੇ ਬਿੰਦ ਤੋਂ ਮਾਲਕ ਪਰਮਾਤਮਾ ਤੋਂ ਸਾਰੀਆਂ ਜਿਹੜੇ ਜੀਵ ਜਿਹੜੇ ਹੈਗੇ ਪੈਦਾ ਹੋਏ। ਇਹਦਾ ਮਤਲਬ ਆਪਾਂ ਪਰਮਾਤਮਾ ਦੇ ਬੱਚੇ ਹੈਗੇ ਆ। ਆਤਮਾ ਆਪਣੇ ਅੰਦਰ ਹੈਗੀ, ਆਤਮਾ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਆਪਣੀ ਇੰਨੀ ਯਾਤਰਾ ਹੈਗੀ ਭਾਈ। ਇਸ ਵਾਸਤੇ ਕਬੀਰ ਜੀ ਕਹਿੰਦੇ ਕਿ ਭਾਈ ਗਿਆਨ ਲੈ ਲਾ ਪਹਿਲਾਂ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਿੰਦਰ ਸਾਹਿਬ ਜੀ, ਆਪਾਂ ਸ਼ੁਰੂ ਨਹੀਂ ਕੀਤਾ ਹਾਲੇ ਤਾਂ ਭੂਮਿਕਾ ਹੀ ਬਣ ਰਿਹਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਨਹੀਂ ਨਿੱਜਾ ਸਾਹਿਬ, ਤੁਸੀਂ ਹੁਣ ਕਰੋ ਅੱਗੇ ਤੇ ਮੈਂ ਆਪਣਾ ਹੈਡਫੋਨ ਜਿਹਾ ਲਾਣਾ। ਹਾਂ ਕੋਈ ਗੱਲ ਨਹੀਂ। ਗੌੜੀ ਤੁਸੀਂ ਬੋਲੋ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। ਕਹਿੰਦੇ ਦੇਖ ਲਓ ਭਾਈ, ਜਿਹੜੇ ਪਾਸੇ ਨੂੰ ਤੁਸੀਂ ਜਿਹੜਾ ਹੈਗਾ ਜਿਹੜੇ ਇਨਸਾਨ ਜਿਹੜੇ ਹੈਗੇ, ਜਿਹੜੇ ਆਪ ਹੀ ਅੰਨੇ ਹੈਗੇ, ਆਪ ਹੀ ਹਨੇਰੇ ਦੇ ਵਿੱਚ ਬੈਠੇ ਹੋਏ ਆ, ਤੇ ਅੰਨਾ ਜਿਹੜਾ ਅੰਨੇ ਨੂੰ ਰਾਹ ਦੱਸ ਰਿਹਾ ਹੈ ਭਾਈ, ਤੇ ਉਸ ਰਾਹ ਤੇ ਕੌਣ ਜਾਊਗਾ? ਜਿਹੜੇ ਅੰਨੇ ਹੈਗੇ ਉਹੀ ਜਾਣਗੇ ਭਾਈ। ਸੁਜਾਖਾ ਬੰਦਾ ਕਿਉਂ ਜਾਊਗਾ? ਉਹ ਤਾਂ ਕਹਿੰਦਾ ਇੱਧਰ ਨੂੰ ਰਾਹ ਹੈ ਹੀ ਨਹੀਂ, ਕਿੱਧਰ ਨੂੰ ਦੱਸੀ ਜਾਣਾ ਹੈ ਤੂੰ। ਗੌੜੀ ਹੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। ਕਹਿੰਦੇ ਸੰਧਿਆ ਸ਼ਾਮ ਵੇਲੇ ਵੀ, ਸਵੇਰੇ ਵੀ ਇਸ਼ਨਾਨ, ਪੂਰਾ ਇਸ਼ਨਾਨ ਕਰਦੇ ਆ, ਚੰਗੇ ਕੱਪੜੇ ਪਾਉਂਦੇ ਆ ਭਾਈ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ। ਕਹਿੰਦੇ ਜਿਵੇਂ ਸਰੀਰ ਅੰਗ ਜੀ ਹੈਗਾ 324 ਮੰਗਿਆ। 5ਵਾਂ ਸ਼ਬਦ ਹੈਗਾ ਜੀ ਕਬੀਰ ਜੀ ਦਾ। ਥੱਲੇ 4 5 ਲਿਖਿਆ, 4 2 ਡੰਡੀਆਂ ਇੱਧਰ ਤੇ 2 ਡੰਡੀਆਂ ਉੱਧਰ, 5 ਲਿਖਿਆ ਹੈ। 5ਵਾਂ ਸ਼ਬਦ 4 ਬੰਦਾਂ ਦਾ ਗੌੜੀ ਰਾਗ ਦੇ ਵਿੱਚ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ। ਕਹਿੰਦੇ ਇਹ ਤਾਂ ਐਵੇਂ ਹੋ ਗਏ ਜਿਵੇਂ ਡੱਡੂ ਹੁੰਦੇ ਆ ਪਾਣੀ ਦੇ ਵਿੱਚ, ਡੱਡੂ ਚੁੱਭੀਆਂ ਮਾਰੀ ਜਾਂਦੇ ਆ। ਖਾਲੀ ਜਿਹੜਾ ਹੈਗਾ ਇਹ ਸਮਝਦੇ ਆ ਅਸੀਂ ਸਰੀਰ ਹੀ ਹੈਗੇ ਆ। ਸਰੀਰ ਦੀ ਸਫਾਈ, ਸਰੀਰ ਨੂੰ ਜਿਹੜਾ ਹੈਗਾ ਸਵਾਰਨਾ, ਸਰੀਰ ਨੂੰ ਹੀ ਸਾਰਾ ਕੁਝ, ਸਰੀਰ ਨੂੰ ਹੀ ਖੁਰਾਕ, ਸਰੀਰ ਦਾ ਹੀ ਸਾਰਾ ਕੁਝ ਸਰੀਰ ਨੂੰ ਕਰੀ ਜਾ ਰਹੇ ਹੈਗੇ। ਸਰੀਰ ਦੇ ਰਾਹੀਂ ਭਗਤੀ ਕਰ ਰਹੇ ਆ ਭਾਈ। ਸਰੀਰ ਦੀ ਭਗਤੀ ਕਰਦੇ, ਆਕਾਰ ਦੀ ਭਗਤੀ ਕਰਦੇ, ਜਾਂ
ਜਾਂ ਕਿਸੇ ਮੂਰਤੀ ਦੀ ਕਰ ਲੈਣਗੇ, ਜਾਂ ਪੱਥਰ ਦੀ ਕਰ ਲੈਣਗੇ, ਜਾਂ ਕਿਸੇ ਆਦਮੀ ਦੀ ਕਰ ਲੈਣਗੇ, ਜਾਂ ਕਿਸੇ ਔਰਤ ਦੀ ਕਰ ਲੈਣਗੇ, ਜਾਂ ਕਿਸੇ ਸੱਪ ਦੀ ਕਰ ਲੈਣਗੇ, ਜਾਂ ਕਿਸੇ ਹੋਰ ਦਰਖਤ ਦੀ ਕਰ ਲੈਣਗੇ, ਜਾਂ ਸੂਰਜ ਦੀ ਕਰ ਲੈਣਗੇ, ਜਾਂ ਚੰਦਰਮਾ ਦੀ ਕਰ ਲੈਣਗੇ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀਂ, ਜਿਉਂ ਪਏ ਦਾਦੁਰ, ਦਾਦੁਰ ਕਹਿੰਦੇ ਡੱਡੂ, ਜਿਉਂ ਪਏ ਦਾਦੁਰ ਪਾਣੀ ਮਾਹੀ। ਫਿਰ ਕਬੀਰ ਜੀ ਦੱਸੋ ਸਾਨੂੰ ਭਗਤੀ ਕਹਿੰਦੇ ਕਿਹਨੂੰ ਆ, ਕੀ ਕਰੀਏ ਅਸੀਂ? ਸਾਨੂੰ ਤਾਂ ਬਥੇਰੇ ਜਿਹੜੇ ਚਾਰ ਸਪੇਰੇ ਜਿਹੜੇ ਹੈਗੇ ਆ, ਸੋ ਕਾਲਡ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ, ਸਾਨੂੰ ਜਿਹੜੇ ਹੈਗੇ ਇਹ ਗਲਤ ਰਸਤੇ ਤੇ ਪਾਈ ਜਾਂਦੇ ਆ। ਜੌਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕੈ ਜਾਹੀ ਰਹਾਓ। ਲੋ ਦੇਖ ਲਓ ਭਾਈ ਕਬੀਰ ਜੀ ਕੀ ਕਹਿ ਰਹੇ, ਕਹਿੰਦੇ ਜੇ ਤੂੰ ਰਾਮ ਰਾਮ ਜਿਹੜਾ ਰਮਤ ਰਾਮ ਹੈਗਾ ਉਹਦੇ ਨਾਲ ਰਤਿਆ ਨਹੀਂ ਗਿਆ, ਤੇਰੇ ਵਿਚਾਰ ਬੰਦ ਨਹੀਂ ਹੋਏ, ਤੇਰੀ ਸੁਰਤ ਜਿਹੜੀ ਹੈਗੀ ਨਹੀਂ ਆਤਮਾ ਦੇ ਵਿੱਚ ਟਿਕੀ, ਤੇ ਸਭ ਧਰਮ ਰਾਏ ਕੈ ਜਾਹੀ, ਜਿਹੜੇ ਇਸ ਪਾਸੇ ਨੂੰ ਗਤੀ ਨਹੀਂ ਕਰਦੇ, ਆਪ ਭਗਤੀ ਨਹੀਂ ਕਰਦੇ ਭਾਈ, ਬਾਕੀ ਕਰਮ ਕਾਂਡ ਸਾਰਾ ਕਰਮ ਕਾਂਡ ਆ। ਦੇਖ ਲਓ ਭਾਈ ਆਪਾਂ ਵੀ ਦੇਖ ਲਓ, ਇਹ ਕੋਈ ਬਾਕੀ ਕੋਈ ਦੂਸਰੇ ਨਹੀਂ, ਆਪਾਂ ਹੀ ਹੈਗੇ ਡੱਡੂ, ਆਪਾਂ ਹੀ ਹੈਗੇ ਡੱਡੂ, ਆਪਾਂ ਵੀ ਸੇਮ ਦੀ ਸੇਮ ਬਿਮਾਰੀ ਦੇ ਨਾਲ ਪੂਰੀ ਤਰ੍ਹਾਂ ਗ੍ਰਸਿਤ ਹੈਗੇ ਆ। ਆਹ ਕੰਮ ਕਰਦੇ ਹੀ ਨਹੀਂ, ਰਾਮ 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 ਰਤ ਨਹੀਂ, ਬਿਲਕੁਲ ਨਹੀਂ। ਇਹ ਕੰਮ ਇਹਨੂੰ ਤਾਂ ਪ੍ਰਾਇਰਟੀ ਨਹੀਂ ਹੈ। ਇਹ ਤਾਂ ਆਪਣੀ ਜਿਹੜੀ ਹੈਗੀ ਆ ਉਹ ਲਿਸਟ ਜਿਹੜੀ ਹੈਗੀ ਆ ਡੇ ਟੂ ਡੇ, ਜਿਹੜਾ ਦਿਨ ਦੀ ਦਿਨਚਰਿਆ ਜਿਹੜੀ ਹੈਗੀ ਸਕੈਡਿਊਲ ਜਿਹੜਾ ਹੈਗਾ ਉਹਦੇ ਵਿੱਚ ਤਾਂ ਇਹ ਰਾਮ ਰਾਮ ਵਾਲੀ ਗੱਲ ਤਾਂ ਹੈ ਹੀ ਨਹੀਂ ਭਾਈ। ਤੇ ਸਭ ਧਰਮ ਰਾਏ ਕੇ ਜਾਹੀ, ਕਹਿੰਦੇ ਉਹਨਾਂ ਨੇ ਫਿਰ ਆਤਮਾ ਵੱਲ ਨੂੰ ਨਹੀਂ ਜਾਣਾ, ਉਹਨਾਂ ਨੇ ਪਰਮਾਤਮਾ ਵੱਲ ਨੂੰ ਨਹੀਂ ਜਾਣਾ, ਉਹਨਾਂ ਨੇ ਭਾਈ ਧਰਮਰਾਜ, ਜਿਹੜਾ ਧਰਮਰਾਜ ਕੌਣ ਹੈ? ਪ੍ਰਕਿਰਤੀ ਹੈਗੀ ਆ। ਪ੍ਰਕਿਰਤੀ ਜਿਹੜੀ ਹੈਗੀ ਆ, ਪ੍ਰਕਿਰਤੀ ਦੇ ਵਿੱਚ ਹੀ ਰਹਿਣਗੇ। ਪ੍ਰਕਿਰਤੀ ਡਿਸਾਈਡ ਕਰੂਗੀ ਇਹਨੂੰ ਕਿੱਥੇ ਭੇਜਣਾ ਹੈ ਭਾਈ, ਇਹਦਾ ਕੀ ਹਿਸਾਬ ਕਿਤਾਬ ਹੈਗਾ। ਇੱਥੇ ਕੰਪਿਊਟਰ ਹੈਗਾ, ਆਟੋਮੈਟਿਕਲੀ ਕੰਪਿਊਟਰ ਦੱਸ ਦਿੰਦਾ ਹੈ ਭਾਈ ਇਹਦਾ ਜਿਹੜਾ ਹੈਗਾ ਕੰਪਿਊਟਰ। ਅੱਜ ਕੱਲ੍ਹ ਐਗਜ਼ਾਮ ਸਾਰੇ ਕੰਪਿਊਟਰਾਈਜ਼ ਹੈਗੇ, ਉਹਦੇ 'ਚ ਪਾ ਦਿਓ, ਉਹਦੀ ਜਿਹੜੀ ਹੈਗੀ ਉਹਨੇ ਜੋ ਵੀ ਕੀਤਾ ਕੰਪਿਊਟਰ 'ਤੇ ਹੀ ਹੋ ਜਾਂਦਾ ਹੈ। ਨਹੀਂ ਕੰਪਿਊਟਰ 'ਤੇ ਕੀਤਾ ਤੇ ਕਾਗਜ਼ ਕੰਪਿਊਟਰ 'ਚ ਪਾ ਦਿਓ, ਆਟੋਮੈਟਿਕਲੀ ਉਹਨੇ ਮਾਰਕਿੰਗ ਕਰਕੇ ਦੱਸ ਦੇਣਾ ਹੈ ਭਾਈ ਕਿੰਨੇ ਕੁ ਨੰਬਰ ਆਏ, ਕਿੱਥੇ ਖੜਾ ਹੈ ਬੰਦਾ। ਜੌਪੇ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕੇ ਜਾਹੀ, ਕਾਇਆ ਰਤ ਬਹੁ ਰੂਪ ਰਚਾਹੀ, ਤਿਨਕੋ ਦਾਇਆ ਸੁਪਨੇ ਵੀ ਨਾਹੀ। ਰਾਹੋ ਦੀ ਪੰਕਤੀ ਸੀਗੀ ਉੱਪਰ ਵਾਲੀ। ਕਾਇਆ ਰਤ ਬਹੁ ਰੂਪ ਰਚਾਈ, ਕਹਿੰਦੇ ਸਰੀਰ ਦੇ ਵਿੱਚ, ਸਰੀਰ ਦੇ ਨਾਲ ਰਤੇ ਹੋਏ ਆਪਣੇ ਆਪ ਨੂੰ ਸਰੀਰ ਸਮਝਦੇ ਆ। ਬੜਾ ਸਰੀਰ ਨੂੰ ਤਾਂ ਇੰਨਾ ਜ਼ਿਆਦਾ ਸਵਾਰਦੇ ਆ, ਇੰਨਾ ਸਵਾਰਦੇ ਆ। ਕਾਇਆ ਰਤ ਬਹੁ ਰੂਪ ਰਚਾਹੀ, ਤਿਨਕੋ ਦਇਆ ਸੁਪਨੇ ਵੀ ਨਾਹੀ। ਔਰ ਦਇਆ ਨਾਮ ਦੀ ਚੀਜ਼ ਉਹਨਾਂ ਦੇ ਅੰਦਰ ਹੈ ਹੀ ਨਹੀਂ, ਤਰਸ ਹੈ ਹੀ ਨਹੀਂ ਕਿਸੇ ਦੇ ਉੱਤੇ। ਹਾਂਜੀ ਗੁਰਕੀ ਸਾਹਿਬ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਪਏ ਦਾਦੁਰ ਪਾਣੀ ਮਾਹੀ। ਜਿਵੇਂ ਡੱਡੂ ਹੈਗੇ ਭਾਈ, ਡੱਡੂ ਬਣੇ ਪਏ ਆ ਸਾਰੇ। ਸਰੀਰ ਨੂੰ ਜਿਹੜਾ ਹੈਗਾ, ਸਰੀਰ ਨੂੰ ਸਵਾਰਨਾ ਹੈ ਬਸ। ਸਾਰੇ ਦੇਖੋ, ਸਾਰੀ ਠੰਡੇ ਪਾਣੀ ਜੋ ਨਾ ਨਹਾਵੇ, ਬਿਨ ਰਹਿ ਰਾਸ ਪ੍ਰਸਾਦ ਜੋ ਪਾਵੇ, ਤਨ ਖਾਈ ਬੜੋ ਕਹਾਵੇ। ਇਹ ਤਾਂ ਦੇਖ ਲਓ ਕਿਤੇ ਹੈ ਪਰਮੇਸ਼ਰ ਦਾ ਨਾਮ ਜਪਣ ਦੀ ਗੱਲ ਹੈ ਕਿਤੇ ਰਹਿਤ ਮਰਿਆਦਾ ਦੇ ਵਿੱਚ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਦੇਖ ਲਓ ਕਬੀਰ ਜੀ ਦੀ ਜਿਹੜੀ ਕਬੀਰ ਜੀ ਦੀ ਬਾਣੀ ਹੈ ਨਾ, ਬਿਲਕੁਲ ਬਿਲਕੁਲ ਕਬੀਰ ਜੀ ਦੀ ਬਾਣੀ ਹੈ ਜੀ। ਬੜੀ ਉੱਚ ਕੋਟੀ ਦੀ ਬਾਣੀ। ਜਦੋਂ ਵੀ ਬਾਣੀ ਚੱਲਦੀ ਆ, ਜਦੋਂ ਬ੍ਰਹਮ ਗਿਆਨੀ ਦੀ ਬਾਣੀ ਗੱਲ ਕਰਦੇ ਆ ਤੇ ਉਹ ਸਾਨੂੰ ਵਹਿਮਾਂ ਤੋਂ, ਭਰਮਾਂ ਤੋਂ, ਅਗਿਆਨ ਤੋਂ, ਹਨੇਰੇ ਤੋਂ ਮੁਕਤ ਕਰਦੇ ਆ। ਉਹਨਾਂ ਚੀਜ਼ਾਂ ਤੋਂ ਮੁਕਤ ਕਰਦੇ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਸਾਰ ਨਹੀਂ, ਜਿਹੜੇ ਅਸੀਂ ਇਹਨੂੰ ਕਹਿ ਸਕਦੇ ਹਾਂ ਅਵਿਦਿਆ। ਅਵਿਦਿਆ ਦਾ ਮਤਲਬ ਹੁੰਦਾ ਹੈ ਸਾਡੀ ਦ੍ਰਿਸ਼ਟੀ 'ਚ, ਸਾਡੀ ਬੁੱਧੀ 'ਚ ਉਸ ਤੱਤ ਦੀ ਕਮੀ ਜੋ ਸੱਚ ਨੂੰ ਨਹੀਂ ਸਮਝ ਸਕਦੀ। ਕੁਝ ਚੀਜ਼ ਏਦਾਂ ਦੀ ਜਿਹੜੀ ਚੀਜ਼ ਨੂੰ ਅਸੀਂ ਕੁਝ ਹੋਰ ਸਮਝ ਲਿਆ। ਕਹਿਣ ਤੋਂ ਭਾਵ ਕਿੱਦਾਂ
ਕਿਸੇ ਨੂੰ ਕਿਤਾਬਾਂ ਕਿਉਂ ਸਮਝ ਲਿਆ। ਕਹਿਣ ਤੋਂ ਭਾਵ ਕਿ ਕਿਸੇ ਨੇ ਪ੍ਰਚਾਰ ਕਰਤਾ, ਕਿਸੇ ਦੇ ਦੂਜੇ ਦੇ ਇਨਫਲੂਐਂਸ ਕੀਤਾ, ਮਤਲਬ ਕਹਿ ਲਓ ਕਿਸੇ ਦੂਜੇ ਦੇ ਇਨਫਲੂਐਂਸ ਦੇ ਥੱਲੇ ਆ ਜਾਣਾ। ਉਸ ਬੰਦੇ ਨੇ ਕਿਸੇ ਗਲਤ ਚੀਜ਼ ਨੂੰ ਪ੍ਰਮੋਟ ਕਰਤਾ। ਅਸੀਂ ਕੀ ਕੀਤਾ, ਅਸੀਂ ਆਪਣੇ ਵਿਵੇਕ ਨੂੰ ਜਿੰਦਰਾ ਮਾਰ ਦਿੱਤਾ, ਆਪਣੀ ਬੁੱਧੀ ਨੂੰ ਬਿਲਕੁਲ ਬੰਦ ਕਰਕੇ ਸਾਈਡ ਤੇ ਹੋ ਕੇ ਬਹਿ ਗਏ। ਇੱਕ ਭੇਡ ਵਾਂਗੂ ਉਸ ਬੰਦੇ ਦੀ ਪੂਛ ਫੜ ਕੇ ਉਹਦੇ ਮਗਰੇ ਤੁਰਨਾ ਸ਼ੁਰੂ ਕਰਤਾ। ਕੁਛ ਨਹੀਂ ਪਤਾ, ਬਹੁਤ ਵਧੀਆ, ਕੁਛ ਵੀ ਨਹੀਂ ਪਤਾ, ਮਾਂ ਦਾ ਸਿਰ ਵੀ ਨਹੀਂ ਪਤਾ। ਉਸ ਬੰਦੇ ਨੇ ਕੀ ਪੜ੍ਹਾਇਆ, ਉਹ ਬੰਦਾ ਕਹਿੰਦਾ ਲਓ ਜੀ ਸਤਿਗੁਰ ਆ ਗਿਆ, ਤੁਹਾਨੂੰ ਕੱਢ ਕੇ ਲੈ ਜਾਏਗਾ, ਤੁਹਾਡੇ ਵਾਲ ਜਿਹੜੇ ਹੈਗੇ ਨੂੰ ਫੜੂਗਾ ਤੇ ਵਾਲਾਂ ਤੋਂ ਖਿੱਚ ਲੂ। ਪਰ ਅਸੀਂ ਏਡੇ ਵੱਡੇ ਮੂਰਖ, ਅਸੀਂ ਇਹ ਨਹੀਂ ਸਵਾਲ ਕੀਤਾ ਉਹ ਵਾਲਾਂ ਤੋਂ ਕਿੱਦਾਂ ਖਿੱਚੂਗਾ, ਸਰੀਰ ਤੇ ਇੱਥੇ ਖੜ ਜਾਣਾ। ਉਹ ਉੱਥੇ ਵੇਖੋ ਕੱਲ ਦੀ ਬਾਣੀ ਵੇਖਿਆ, ਉਹ ਕਹਿੰਦਾ ਹੈ ਕਿ ਤੂੰ ਖੁਸਰਾ ਬਣ ਜਾ, ਫਿਰ ਖੁਸਰੇ ਸਾਰੇ ਬ੍ਰਹਮ ਗਿਆਨੀ ਬਣ ਜਾਣ। ਕੱਲ ਵੇਖਿਆ ਕਿੱਦਾਂ ਤਾੜ ਕਰਕੇ ਕੱਟਦੇ ਨੇ ਅਗਿਆਨ ਨੂੰ। ਉਹ ਜਿਹੜੀਆਂ ਚੀਜ਼ਾਂ ਅਸੀਂ ਫੜ ਕੇ ਬੈਠੇ ਖੋਲ ਲੈਂਦੇ ਨੇ ਗਿਆਨੀ, ਸਾਡੇ ਬ੍ਰਹਮ ਗਿਆਨੀ। ਉਹ ਸਭ ਤੋਂ ਪਹਿਲਾਂ ਸਾਡੀਆਂ ਪੈਰਾਂ ਥੱਲੇ ਜਿਹੜੀ ਜ਼ਮੀਨ ਉਹ ਖਿੱਚ ਲੈਂਦੇ ਨੇ, ਸਾਨੂੰ ਨੰਗਾ ਕਰ ਦਿੰਦੇ ਆ। ਸਾਡੇ ਕੋਲ ਜਿਹੜਾ ਫਾਲਤੂ ਦਾ ਜਿਹੜਾ ਬਾਹਰੀ ਲੋਕ ਜਿਹੜੀ ਲਾ ਕੇ ਬੈਠੇ ਆ, ਕਹਿਣ ਤੋਂ ਭਾਵ ਆਪਣੇ ਆਪਣੀ ਧਰਮੀ ਸਮਝਦੇ ਆ, ਉਹ ਸਭ ਤੋਂ ਪਹਿਲਾਂ ਤੇ ਉਹੀ ਖੋਲ ਦਿੰਦੇ ਸਾਡੇ। ਸਾਨੂੰ ਕਹਿੰਦੇ ਆ ਕਿ ਇੱਕਦਮ ਇਸ ਟਾਈਮ ਤੇ ਜ਼ੀਰੋ ਹੈਗਾ। ਪਰ ਨਕਲੀ ਗਹਿਣੇ ਬੜੇ ਪਿਆਰੇ ਹੁੰਦੇ ਆ, ਉਹ ਕੋਈ ਮਾਈ ਦਾ ਲਾਲ ਹੀ ਛੱਡਦਾ ਜਾਂ ਬਾਣੀ ਸੁਣ ਕੇ ਤੁਸੀਂ ਸਾਰੇ ਛੱਡ ਦੇਣੇ ਆ ਨਾ। ਬਹੁਤ ਔਖਾ, ਬਹੁਤ ਬੜੀ ਪਾਨ ਚੜੀ ਹੋਈ ਹੈ, ਬੜੀ ਕੋਟਿੰਗ ਬੜੀ ਵਧੀਆ ਹੈ। ਔਰ ਬ੍ਰੇਨ ਵਾਸ਼ ਕੀਤਾ ਹੁੰਦਾ ਨਾ, ਬ੍ਰੇਨ ਵਾਸ਼ ਤੁਸੀਂ ਕਹੋਗੇ ਨਾ, ਲੋਕੀ ਬ੍ਰੇਨ ਵਾਸ਼ ਕਰ ਦਿੰਦੇ ਬੰਦੇ ਦਾ। ਉਹ ਕਹਿੰਦੇ ਕਿ ਇੱਥੇ ਜੋ ਗੱਲ ਹੋ ਰਹੀ ਆ ਬਾਹਰ ਨੂੰ ਦੱਸੀ ਕਿਸੇ ਨੂੰ, ਤੂੰ ਬਾਹਰ ਦੱਸੇਂਗਾ ਤੇ ਰੌਲਾ ਪੈ ਜਾਣਾ। ਏਦਾਂ ਨਾ ਦੱਸ ਤੇ ਬੰਦਾ ਪੁੱਛੇ ਇਹ ਗੁਰੂਆਂ ਨੇ ਫਿਰ ਸਾਨੂੰ ਕਿਉਂ ਦੱਸਿਆ। ਬਿਲਕੁਲ ਨਾ ਦੱਸਦੇ, ਤੁਹਾਡਾ ਗਿਆਨ ਵੱਖਰਾ ਵਾ। ਇੱਕ ਮੈਨੂੰ ਕਹਿੰਦਾ ਵੀਰ ਜੀ ਮੈਂ ਨਾ ਦੱਸਿਆ ਤੇ ਮੇਰੀ ਅਵਸਥਾ ਟੁੱਟ ਗਈ। ਮੈਂ ਠੀਕ ਹੈ ਭਾਈ, ਟੁੱਟ ਗਈ ਤੇ ਕੋਈ ਨਹੀਂ। ਮੈਂ ਭਾਈ ਬਣੀ ਨੀ ਹੋਣੀ, ਟੁੱਟ ਕਿੱਦਾਂ ਜਾਊਗੀ। ਬਿਲਕੁਲ ਸਹੀ ਗੱਲ ਹੈ, ਚੜੀ ਨਹੀਂ ਸੀ ਅਵਸਥਾ। ਮੈਂ ਏਦਾਂ ਕਰਦਾ, ਮੈਂ ਤੁਹਾਨੂੰ ਇੱਕ ਹੋਰ ਸੀ ਗੱਲ, ਕਹਿੰਦਾ ਭਾਈ ਟੁੱਟ ਜਾਂਦੀ ਏਦਾਂ। ਮੈਂ ਸੁਣਿਆ, ਮੈਂ ਤੁਸੀਂ 5 ਰੋਟੀਆਂ ਖਾ ਲਓ ਤੇ ਬਾਅਦ ਚ ਕਹਿ ਦੋ ਮੇਰਾ ਢਿੱਡ ਨਹੀਂ ਭਰਿਆ। ਮੈਂ 5 ਲੱਖ ਕੀ 5 ਕਰੋੜ ਬੰਦਾ ਕਹੂਗਾ ਕਿ ਤੁਹਾਡਾ ਢਿੱਡ ਖਾਲੀ, ਤੁਹਾਡਾ ਢਿੱਡ ਖਾਲੀ। ਤੁਸੀਂ ਵਿਸ਼ਵਾਸ ਥੋੜੀ ਕਰਨਾ ਉਹਨਾਂ ਤੇ, ਕਿਉਂਕਿ ਤੁਹਾਡਾ ਢਿੱਡ ਭਰਿਆ। ਅਵਸਥਾ ਤੇ ਉਹ ਟੁੱਟੂਗੀ ਜਿਹੜੀ ਹੈ ਨਹੀਂ ਸੀ। ਕੋਈ ਭਰਮ ਸੀ, ਕੋਈ ਵਹਿਮ ਸੀ, ਦਿਮਾਗ ਦੇ ਵਿੱਚ ਕੀੜਾ ਵਾੜਤਾ ਅਗਲੇ ਨੇ। ਉਹ ਕੀੜਾ ਜਿਹੜਾ ਮੁੜ ਕੇ ਉਹ ਹੁਣ ਇਹ ਜਿਹੜੀ ਸੰਗਤ ਹੈ ਸਾਡੇ ਲਾਗੇ, ਜਿਹੜੀ ਆਹ ਸੰਗਤ ਹੈ, ਇੱਥੇ ਜਿਹੜਾ ਵੀ ਨਕਲੀ ਗਿਆਨ ਵਾਲਾ ਆਇਆ ਉਹਦੇ ਅੰਦਰ ਕੰਪਨ ਪੈਦਾ ਹੋ ਜਾਣੀ ਹੈ। ਬਿਲਕੁਲ ਪੈਦਾ ਹੋ ਜਾਣੀ। ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਨਕਲੀ ਗਿਆਨੀ ਤੇ ਤੁਹਾਡੇ ਤੋਂ ਖੋਣਾ ਤੇ ਅਸਲੀ ਤੇ ਪ੍ਰਗਟ ਹੀ ਪ੍ਰਗਟ ਆ। ਅਸਲੀ ਨੂੰ ਅਸੀਂ ਕਿੱਥੋਂ ਪ੍ਰਗਟ ਕਰ ਸਕਾਂਗੇ। ਨਿੱਜੇ ਸਾਹਿਬ ਮੇਰੀ ਕੀ ਔਕਾਤ ਆ ਕਿ ਅਸੀਂ ਅਸਲੀ ਨੂੰ ਪ੍ਰਗਟ ਕਰ ਦਈਏ। ਪਰ ਇੱਕ ਗੱਲ ਹੈਗੀ, ਸਾਡੀ ਇੰਨੀ ਔਕਾਤ ਹੈਗੀ, ਨਕਲੀ ਤੇ ਸਾਡੇ ਲਾਗੇ ਟਿਕਣਾ ਨਹੀਂ। ਉਹਨੂੰ ਤਾਂ ਪਾੜ ਕੇ ਰੱਖ ਲੈਣਾ, ਕਬੀਰ ਨੂੰ ਅਸੀਂ ਖੋਹ ਲੈਣਾ ਤੁਹਾਡੇ ਤੋਂ। ਉਹ ਜਿਹਦੇ ਤੁਸੀਂ ਅਸਲੀ ਸਮਝ ਕੇ ਬੈਠੇ, ਸਭ ਤੋਂ ਪਹਿਲਾਂ ਤਾਂ ਉਹੀ ਹੀ ਤੁਹਾਡੇ ਕੋਲ ਖੋਹ ਲੈਣਾ ਵਾ। ਜਿਹੜਾ ਤੁਹਾਡਾ ਜਿਹੜਾ ਭਰਮ ਹੈ, ਵਹਿਮ ਪਾਤਾ ਨਾ ਤੁਹਾਨੂੰ, ਜਿਹੜਾ ਦਿਮਾਗ ਤੇ ਤੁਹਾਡੇ ਬ੍ਰੇਨ ਵਾਸ਼ ਕੀਤਾ। ਪਰ ਨਿੱਜਾ ਸਾਹਿਬ, ਇਹ ਪਤਾ ਕੀ ਹੁੰਦਾ ਵਾ ਕਿ ਜਦੋਂ ਇਸੇ ਕਰਕੇ ਸੰਗਤ ਚ ਕਹਿੰਦੇ ਕਿ ਸੰਗਤ ਚ ਜਾਓਗੇ ਤੁਹਾਨੂੰ ਗਿਆਨ ਹੋਊਗਾ। ਫਿਰ ਬਾਣੀ ਦਾ ਅਸਲ ਚ ਬਾਣੀ ਇੰਦੀ ਕੀ ਮਜ਼ਾ ਤਾਂ ਆਉਂਦਾ। ਹੁਣ ਵੇਖੋ ਬਾਣੀ ਚੈੱਕ ਕੇ ਖੁੱਲਦੀ ਕੜੀਆਂ ਦੇ ਵਾਂਗ। ਅਸਲ ਤੇ ਕਬੀਰ ਜੀ, ਹੁਣ ਕਬੀਰ ਜੀ ਦੀ ਬਾਣੀ ਕਿੰਨੀ ਪੜ੍ਹੀ ਆਪਾਂ, ਕਦੇ ਪਤਾ ਕਬੀਰ ਜੀ ਸ਼ਖਸੀਅਤ ਕੀ ਆ, ਉਹਨਾਂ ਕੀ ਕੀਤਾ। ਕਬੀਰ ਜੀ ਤੇ ਇਹੋ ਕਹਿੰਦੇ ਆ, ਕਹਿੰਦੇ ਰਾਮ ਰਾਮ ਕਨੀ ਸੱਚ ਕੌਰੀ। ਕਬੀਰ ਜੀ ਨੇ ਕਿਹਾ ਰਾਮ ਰਾਮ ਕਰਤਾ ਜਗ ਸਭ ਜਗ ਫਿਰੇ, ਰਾਮ ਨਾ ਪਾਇਆ ਜਾ। ਗੁਰ ਪ੍ਰਸਾਦੀ ਰਾਮ ਮਨ ਵਸੈ ਤੋ ਫਲ ਪਾਵੇ। ਕੋਈ ਇਸ ਤਰ੍ਹਾਂ ਦਾ ਹੈਗਾ। ਬਿਲਕੁਲ ਰਾਮ ਰਾਮ ਕਰਤਾ ਸਭ ਜਗ ਫਿਰੇ। ਕਿਆ ਹਿਸਾਬ ਲੋਕੀ ਤੇ ਜੱਗ ਚ ਕਿੰਨੀ ਭੀੜ ਆ। ਉਹ ਨਾ ਕਹਿ ਦੇਣਗੇ ਕਿ ਇੱਥੇ ਬੜੀ ਭੀੜ ਆ ਤੇ ਸਾਰੇ ਰਾਮ ਨੂੰ ਪਾ ਰਹੇ ਨੇ। ਰਾਮ ਰਾਮ ਕਰਤਾ ਸਭ ਜਗ, ਰਾਮ ਨਾ ਪਾਇਆ ਜਾਏ। ਕਿਉਂ ਨਹੀਂ ਪਾਇਆ ਜਾਵੇ? ਉਹ ਆਹ ਜਿਹੜਾ ਤਰੀਕਾ, ਆਹ ਜਿਹੜੀ ਭੀੜ ਹੈ, ਸਾਰੀ ਭੀੜ ਜਿਹੜੀ ਆ ਇਹ ਬਾਹਰ ਹੀ ਬੈਠੀ ਹੈ। ਆਊਟਲੁੱਕ ਚੇਂਜ ਕਰ ਦਿੰਦੇ ਨੇ। ਉਹ ਕਹਿੰਦੇ ਨੇ ਬਾਹਰੋਂ ਏਦਾਂ ਮੇਕਅਪ ਕਰ ਲਾ
ਤੇ ਸਾਡੀਆਂ ਜਿਹੜੀਆਂ ਬੱਕਰੀਆਂ ਹੈਗੀਆਂ ਜਾਂ ਭੇਡਾਂ ਦੇ ਜੋ ਮੇਕਅਪ ਡਿਜ਼ਾਈਨਿੰਗ ਹੈਗੀ ਆ ਤੂੰ ਉਹ ਕ੍ਰਾਈਟੇਰੀਆ ਪੂਰਾ ਕਰ। ਬਾਕੀ ਤੇਰੀ ਅੰਦਰ ਦੀ ਗੱਲ ਪਤਾ ਕਿਹੜੀ ਕਰਨੀ ਉਹਨਾਂ ਨੇ ਗੱਪਾਂ। ਇਹ ਨਾ ਗੋਰਖੀ ਸਾਹਿਬ ਇਹ ਨਾ ਕਬੀਰ ਜੀ ਦਾ ਨਹੀਂ ਹੈਗਾ। ਇਹ ਜਿਹੜਾ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ, ਇਹ ਹੈਗਾ ਆਪਣੇ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਹੈਗਾ। ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ, ਅਗਮ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ। ਔਰ ਫਿਰ ਅੱਗੇ ਦੇਖੋ ਕਹਿ ਰਹੇ ਕੀਮਤ ਕਿਨੇ ਨਾ ਪਾਈਆ ਕਿਤੇ ਨਾ ਲਿਆ ਜਾਏ, ਗੁਰ ਕੇ ਸ਼ਬਦੇ ਭੇਦਿਆ ਇਨ ਵਿਦ ਵਸਿਆ ਮਨ ਆਏ। ਕਹਿੰਦੇ ਆਪੇ ਹੀ ਆਣਾ ਹੈ, ਆਪੇ ਹੀ ਮਨ ਚ ਵਸਣਾ ਹੈ ਜਦ ਤੂੰ ਧਿਆਨ ਸਿਮਰਨ ਕਰੇਗਾ ਤਾਂ। ਹੁਣ ਇੱਕ ਸਾਧਕ ਦਾ ਫੋਨ ਆਇਆ ਸੀ ਹੁਣੇ 2 ਮਿੰਟ ਹੀ ਪਹਿਲਾਂ, ਤੇ ਉਹ ਕੁੜੀ ਹੈਗੀ ਆਪਣੀ ਕੈਨੇਡਾ ਦੀ, ਬਹੁਤ ਵਧੀਆ ਸਾਧਨਾ ਜਾਰੀ ਉਹਨਾਂ ਦੀ। ਇੰਨੇ ਨੁਕਤੇ ਸਰੀਰ ਚ ਨਿਜਰ ਸਾਰੇ ਠੀਕ ਹੋ ਗਏ, ਇਹਦੀ ਜ਼ਿੰਦਗੀ ਦੀ ਡਾਇਰੈਕਸ਼ਨ ਚੇਂਜ ਹੋ ਗਈ। ਕਦੇ ਕਹਿੰਦੀ 2 ਮਿੰਟ ਪਈ ਦੀ ਨਾਲ ਹੀ ਸੁਰਤੀ ਸ਼ੂਟ ਕਰਦੀ ਉੱਪਰ ਹੀ ਚੜ ਜਾਂਦੀ ਹੈ, ਪਤਾ ਨਹੀਂ ਕਿੱਥੇ ਪਹੁੰਚ ਜਾਂਦੀ ਆ। ਇੰਨਾ ਆਨੰਦ ਨੀਂਦ ਥੋੜੀ ਕਹਿੰਦੀ ਘੱਟ ਗਈ ਆ। ਬਾਕੀ ਕਹਿੰਦੀ ਕੋਈ ਸੁਸਤੀ ਨਹੀਂ ਆ, ਕੋਈ ਦਲਿੱਦਰ ਨਹੀਂ ਆ, ਕੰਮ ਚ ਵੀ ਬਹੁਤ ਵਧੀਆ। ਮੈਂ ਫੈਮਿਲੀ ਨੂੰ ਚੰਗੀ ਤਰ੍ਹਾਂ ਇੰਟਰਟੇਨ ਕਰਦੀ ਹਾਂ, ਆਪਣੇ ਕੰਮ ਨੂੰ ਮੈਂ ਚੰਗੀ ਤਰ੍ਹਾਂ ਅਟੈਂਡ ਕਰਦੀ ਹਾਂ। ਫਿਜ਼ੀਕਲੀ ਇੰਨੀਆਂ ਬਿਮਾਰੀਆਂ ਨਿੱਜਰ ਸਭ ਠੀਕ ਹੁੰਦੀਆਂ ਨੇ। ਬਾਣੀ ਚ ਖਾਸ ਕਰਕੇ ਲਿਖਿਆ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੇ ਮਨ ਤਨ ਪਿਆ ਅਰੋਗ। ਮਨ ਤਨ ਪਾਇਆ ਅਰੋਗਾ। ਬਿਲਕੁਲ ਮਨ ਦੇ ਔਗਣ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਾਗ ਤੇ ਦਵੈਸ਼ ਤੇ ਅਵਿਦਿਆ। ਇਹਨੂੰ ਵੈਸੇ ਸਾਰਿਆਂ ਨੂੰ ਫੜੀ ਕੇ ਤੈਨੂੰ ਅਵਿਦਿਆ ਕਹਿੰਦੇ ਆ। ਤੇ ਤਨ ਦੇ ਰੋਗ ਤੁਹਾਨੂੰ ਪਤਾ ਹੀ ਆ, ਤਨ ਜਦੋਂ ਮਨ ਠੀਕ ਹੋ ਗਿਆ ਨਾ ਤੇ ਤਨ ਆਪੇ ਠੀਕ ਹੋ ਜਾਣਾ। ਤਨ ਦੇ ਰੋਗ ਜਿਹੜੇ ਤੁਹਾਡੇ ਸਰੀਰ ਚ ਨੁਕਸ ਹੈਗੇ ਨਾ ਜਿਹੜੇ ਕਾਫੀ ਹੱਦ ਤੱਕ ਠੀਕ ਹੋ ਜਾਣਗੇ। ਇੰਨਾ ਇਹ ਸ਼ਕਤੀ ਹੈ ਕਿਉਂਕਿ ਇਹ ਜਿਹੜੇ ਰੋਗ ਹੁੰਦੇ ਆ ਸਾਡੇ ਕਾਰਨ ਸਰੀਰ ਚੋਂ ਹੀ ਪ੍ਰਗਟ ਹੁੰਦੇ ਆ। ਜੇ ਤੁਸੀਂ ਬੀਜ ਹੀ ਨਹੀਂ ਹੈਗਾ ਤੇ ਭੋਗਣਾ ਕੀ ਫਿਰ। ਹਾਂਜੀ ਨਿੱਜਰ ਸਾਹਿਬ ਆਪ ਕਥਾ ਤੇ ਆ ਜੀ। ਹਾਂ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਪਏ ਦਾਦੁਰ ਪਾਣੀ ਮਾਹੀ। ਕਹਿੰਦੇ ਸੰਧਿਆ ਸ਼ਾਮ ਨੂੰ ਤੇ ਸਵੇਰੇ ਇਸ਼ਨਾਨ ਜ਼ਰੂਰ ਕਰਦੇ ਆ ਭਾਈ ਬਸ। ਤੇ ਕਹਿੰਦੇ ਡੱਡੂ ਬਣ ਗਏ ਆ ਭਾਈ, ਜਿਵੇਂ ਡੱਡੂ ਹੁੰਦਾ ਪਾਣੀ ਦੇ ਵਿੱਚ। ਹਾਂਜੀ ਵੀ ਬਿਲਕੁਲ ਸਹੀ ਹੈ। ਉਹ ਕਹਿੰਦੇ ਕਿ ਬੜੇ ਨੇਮੀ ਨੇ, ਬੜੇ ਧਾਰਮਿਕ ਆਪਣੇ ਆਪ ਨੂੰ ਸ਼ੋਅ ਕਰ ਰਹੇ ਨੇ। ਉਹ 2 ਟਾਈਮ ਇਸ਼ਨਾਨ ਕਰਦੇ ਨੇ, ਬੜਾ ਮਲ ਕੇ ਨਹਾਉਂਦੇ ਨੇ, ਪਰ ਉਹਨਾਂ ਦੇ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਮੈਲ ਆ, ਮਲੀਨਤਾ ਹੈ, ਉਹ ਬੰਗਲੇ ਵਾਲੀ ਆ। ਬਾਹਰੋਂ ਉਹਨਾਂ ਨੇ ਆਪਣਾ ਭੇਸ ਬਦਲ ਲਿਆ, ਲੋਕਾਂ ਨੂੰ ਧੋਖਾ ਦੇ ਰਹੇ ਨੇ ਕਿ ਨਹੀਂ, ਉਹ ਆਪਣੇ ਆਪ ਨੂੰ ਧੋਖਾ ਦੇ। ਉਹ ਕਹਿੰਦੇ ਕਿ ਡੱਡੂ ਦੇ ਵਾਂਗੂ ਨੇ, ਇਸ਼ਨਾਨ ਕਰ ਲਿਆ ਪਰ ਡੱਡੂ ਦੇ ਬੈਠਾ ਛੱਪੜ ਕੀ ਹੈ ਨਾ, ਉਹ ਹਿਸਾਬ ਹੈ ਨਾ। ਹਾਂਜੀ ਨਿਜਰ ਸਾਹਿਬ ਜੋਪੇ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾ। ਕਹਿੰਦੇ ਜੇ ਧਿਆਨ ਸਿਮਰਨ ਕਰਕੇ ਆਪਣੇ ਮਨ ਜਿਹੜਾ ਹੈਗਾ ਨਹੀਂ ਉਹਨੇ ਆਪਣਾ ਮਨ ਖੜਾ ਕੀਤਾ, ਵਿਚਾਰ ਨਹੀਂ ਬੰਦ ਕੀਤੇ ਤੇ ਸੁਰਤ ਜਿਹੜੀ ਹੈਗੀ ਆ ਉਹ ਆਤਮਾ ਵੱਲ ਨੂੰ ਨਹੀਂ ਲੈ ਕੇ ਗਿਆ, ਸੁਰਤ ਰਿਵਰਸ ਨਹੀਂ ਕੀਤੀ, ਤੇ ਕਹਿੰਦੇ ਸਾਰੇ ਦੇ ਸਾਰੇ ਧਰਮ ਰਾਜ ਦੇ ਕਚਹਿਰੀ ਦੇ ਵਿੱਚ ਸਾਰਿਆਂ ਦਾ ਜਿਹੜਾ ਹਿਸਾਬ ਕਿਤਾਬ ਹੋਏਗਾ ਭਾਈ। ਧਰਮ ਰਾਜ ਦੇ ਜਿਹੜਾ ਵੱਡਾ ਕੰਪਿਊਟਰ ਹੈਗਾ ਉਹਦੇ ਵਿੱਚ ਸਾਰਾ ਕੁਝ ਉੱਥੋਂ ਉਹਨਾਂ ਨੂੰ ਅਗਲਾ ਡੈਸਟੀਨੇਸ਼ਨ ਮਿਲਣਾ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ ਇੱਥੇ ਬੜਾ ਉਹਨਾਂ ਨੇ ਕਲੀਅਰ ਕਰਤਾ ਜੋ ਪੈ ਰਾਮ ਰਾਮ ਰਤ ਨਾਹੀ। ਰਾਮ ਰਾਮ 2 ਵਾਰੀ ਵਰਤਿਆ। ਕਹਿਣ ਤੋਂ ਭਾਵ ਹੈ ਕਿ ਕਿਸੇ ਚੀਜ਼ ਨੂੰ ਦੁਹਰਾਉਣ ਦੇ ਲਈ ਉਹਨਾਂ ਨੇ ਕਿਹਾ, ਭਗਤੀ ਕਰਨ ਦੇ ਲਈ ਕਿਹਾ। ਇੱਕ ਸ਼ਬਦ ਦੀ ਭਗਤੀ ਹੁੰਦੀ ਆ, ਕੋਈ 5-7 ਦੀ ਨਹੀਂ ਹੁੰਦੀ ਹੈ। ਤੇ ਲੋਕਾਂ ਨੇ ਕਪੌੜਾ ਮਾਰ ਕੱਢੀਆਂ। ਬਾਣੀ ਚ ਲਿਖਿਆ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਬਹੁਤ ਜਨਮ। ਹਾਂਜੀ ਸਹੀ ਹੈ ਬਿਲਕੁਲ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ। ਇਹੋ ਹੀ ਰਾਮ ਦੀ ਗੱਲ ਕਰ। ਕਿਹੜਾ ਸ਼ਬਦ? ਰਾਮ। ਜਦੋਂ ਰਾਮ ਸਾਡੇ ਅੰਦਰ ਜਪਤ ਜਾਂਦਾ ਹੈ ਤੇ ਫਿਰ ਹਮ ਨਹੀਂ ਹੋਤੇ, ਫਿਰ ਤੁਮ ਨਹੀਂ ਹੋਤੇ। ਕੋਈ ਕੋਈ ਸ਼ਬਦ ਹੈ। ਕੋਈ ਅੱਖਰਾਂ ਚ ਥੋੜੀ ਗੇਮ ਹੈਗੀ ਆ। ਅੱਖਰਾਂ ਚ ਨਹੀਂ ਕੋਈ ਬਿਆਨ ਕਰ ਸਕਦਾ, ਨਾ ਕੋਈ ਸ਼ਬਦਾਂ ਦਾ ਵਿਸ਼ਾ ਨਹੀਂ ਹੈਗਾ ਪਰਮਾਤਮਾ। ਉਹ ਸ਼ਬਦਾਂ ਤੋਂ ਅੱਗੇ ਜਾਣਾ ਹੈ ਆਪਾਂ। ਇਹ ਜੇ ਲੋਕੀ ਆਪਾਂ ਨੂੰ ਸ਼ਬਦਾਂ ਚ ਉਲਝਾਉਣਾ ਚਾਹੁੰਦੇ ਨਹੀਂ, ਉਹ ਤਾਂ ਸਾਨੂੰ ਕਰਨਾ ਚਾਹੁੰਦੇ। ਗਿਆਨ ਮਤਲਬ ਸ਼ਬਦ ਚ ਗਿਆਨ ਲਿਖਿਆ ਗਿਆ। ਉਹ ਦੱਸਿਆ ਰੋਟੀ ਪਕਾਓ, ਖਤਮ ਹੋ ਗਈ। ਉਸ ਤੋਂ ਬਾਅਦ ਰੋਟੀ ਬਣਾਉਣੀ ਆ ਆਪਾਂ। ਇਹ ਨਹੀਂ ਕਿ ਆਪਾਂ ਹੁਣ ਮੈਂ ਕਹਿੰਦੇ ਰੋਟੀ ਬਣਾਓ, ਰੋਟੀ ਪਕਾਓ, ਪਰਮਾਤਮਾ ਮਿਲ ਜਾ, ਪਰਮਾਤਮਾ ਮਿਲ ਜਾ। ਉਹ ਪਰਮਾਤਮਾ ਤੇ ਮਿਲ ਜਾ। ਪਰਮਾਤਮਾ ਉਦੋਂ ਗ੍ਰੰਥੀ ਚ ਲਿਖਿਆ, ਉਹ ਕਹਿੰਦਾ ਪਹਿਲਾਂ ਧਰਮ ਤੇਰੇ ਜਿਵੇਂ ਚਾਹੁੰਦਾ ਕਿ ਟੂਟੀਆਂ ਡੱਡ ਵਾਂਗ ਟੂਟੀਆਂ ਮਾਰ ਕੇ ਘਰੇ ਬੈਠਾ ਤੇ ਫੀਲਿੰਗ ਦੇਈ ਜਾਂਦਾ ਕਿ ਮੈਂ ਮੁਕਤ ਆ। ਤੇਰੇ ਮੁਕਤ ਕਹਿਣ ਦੇ ਨਾਲ ਮੁਕਤ ਨਹੀਂ ਹੋਣਾ, ਇਹ ਚੀਜ਼ ਤੈਨੂੰ ਮੁਕਤ ਹੋਣਾ ਪਊਗਾ। ਮੁਕਤ ਤੋਂ ਭਾਵ ਪਤਾ ਕੀ?
ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤੀ ਕੁਛ ਨਹੀਂ ਹੈ। ਕੋਈ ਇਹ ਨਾ ਸੋਚੇ ਕਿ ਤੁਸੀਂ ਬ੍ਰਹਮ ਨੂੰ ਮਿਲਣ ਦੇ ਵਿੱਚ ਕੋਈ ਤੁਹਾਡੀ ਰੁਕਾਵਟ ਹੈ। ਇਹੋ ਤੇ ਪੰਜ ਦੋਸ਼ ਹੈਗੇ, 7 ਰਾਗ ਤੇ ਦਵੈਸ਼ ਆ। ਜਿੱਦਣ ਤੁਹਾਡੇ ਜੀਵਨ ਦੇ ਵਿੱਚ ਰਾਗ ਖਤਮ ਹੋ ਗਿਆ, ਰਾਗ ਦਾ ਮਤਲਬ ਇਹ ਨਾਲ ਲੋੜ ਤੋਂ ਜ਼ਿਆਦਾ ਪਿਆਰ। ਜੈਦੀਪ ਜੀ ਮਾਈਕ ਬੰਦ ਕਰ ਦਿਓ। ਸੌਰੀ। ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਤੇ ਫਿਰ ਅਸੀਂ ਕੀ ਕਰਦੇ ਆ, ਰਾਗ ਚ ਆ ਜਾਂਦੇ। ਰਾਗ ਦਾ ਮਤਲਬ ਇਹ ਹੁੰਦਾ ਭਾਜੀ ਕਿ ਅਸੀਂ ਨਾ ਇਨਸਾਫ ਨਹੀਂ ਚ ਕਰ ਸਕਦੇ। ਹੁਣ ਤੁਸੀਂ ਇੱਕ ਸੱਸ ਬੈਠੀ ਹੈ, ਇੱਥੇ ਛੋਟੇ ਛੋਟੀਆਂ ਗੱਲਾਂ ਕਰਨੀਆਂ ਜਿਹੜੀਆਂ ਆਪਣੇ ਚ ਬੈਠੀਆਂ ਨੇ। ਇੱਕ ਮਾਂ ਉਹਦੇ 2-3 ਬੱਚੇ, ਇੱਕ ਪਿਓ ਦੇ ਵੀ 2 ਬੱਚੇ, ਉਹ ਇੱਕ ਨਾਲ ਬਹੁਤ ਪਿਆਰ ਕਰ, ਰਾਗ ਹੋ ਜਾਂਦਾ ਹੈ। ਅਸਲ ਦੇ ਵਿੱਚ ਸਮ ਦ੍ਰਿਸ਼ਟੀ ਬੜੀ ਤਗੜੀ ਇੱਕ ਦੇਣ ਆ ਪਰਮਾਤਮਾ ਦੀ। ਸਮ ਦ੍ਰਿਸ਼ਟੀ ਜਦੋਂ ਤੁਹਾਡੇ ਜੀਵਨ ਚ ਆਈ ਨਾ ਤੇ ਤੁਹਾਡੇ ਅੰਦਰ ਵਿਵੇਕ ਪੈਦਾ ਹੋ, ਤੇ ਵਿਵੇਕ ਜਦੋਂ ਪੈਦਾ ਹੋ ਗਿਆ ਤੇ ਫਿਰ ਇਹ ਰਾਗ ਤੇ ਦਵੈਸ਼ ਤੋਂ ਮੁਕਤੀ ਹੈ। ਰਾਗ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ, ਖਾਸ ਚੀਜ਼ ਨੂੰ ਚਾਹਣਾ, ਪਸੰਦ ਕਰਨਾ, ਜਦ ਕਿ ਉਹ ਸਹੀ ਨਹੀਂ ਹੈ। ਸਮ ਦ੍ਰਿਸ਼ਟੀ ਦਾ ਮਤਲਬ ਹੈ A to Z ਸਮ ਹੋ ਗਏ। ਹੁਣ ਕਨ੍ਹਈਆ ਜੀ ਦੀ ਸਮ ਦ੍ਰਿਸ਼ਟੀ ਹੈ। ਕਿਉਂ ਸਮ ਦ੍ਰਿਸ਼ਟੀ ਹੈ? ਕਿਉਂਕਿ ਉਹ ਤੇ ਪ੍ਰੈਕਟੀਕਲੀ ਕਰਕੇ ਦਿਖਾਉਂਦੇ ਨੇ ਸਾਨੂੰ। ਕੰਪਲੇਂਟ ਵੀ ਹੋ ਗਈ ਹੈ, ਪਾਣੀ ਪਿਆਰੇ ਜਿਨ੍ਹਾਂ ਨੂੰ ਪਾਣੀ ਪਿਆਰੇ, ਦੁਸ਼ਮਣਾਂ ਨੂੰ ਪਾਣੀ ਪਿਆਰੇ ਨੇ। ਜਿਨ੍ਹਾਂ ਨਾਲ ਅਸੀਂ ਲੜਨਾ ਹੈ ਉਹ ਫਿਰ ਪਾਣੀ ਪੀ ਕੇ ਸਾਡੇ ਨਾਲ ਲੜਦੇ। ਇਹਨੂੰ ਕਹਿੰਦੇ ਸਮ ਦ੍ਰਿਸ਼ਟੀ। ਜਦੋਂ ਇਨਸਾਫ ਸਾਡੇ ਹੱਥ 'ਚ ਹੋਵੇ, ਧਰਮ ਸਾਡੇ ਹੱਥ 'ਚ ਹੋਵੇ, ਧਰਮ ਦਾ ਮਤਲਬ ਫਾਊਂਡੇਸ਼ਨ। ਤੇ ਜੇ ਮੈਂ ਇੱਥੇ ਬਾਹਰੀ ਕਰਮ ਕਰੀ ਜਾਂਦਾ, ਲੋਕਾਂ ਦੇ ਪੈਸੇ ਚੋਰੀ ਕਰੀ ਜਾਂਦਾ। ਹੁਣ ਆਪਣੇ ਰਿਸ਼ਤੇਦਾਰ ਦੀ ਮੈਂ ਗੱਲ ਸੁਣਾਉਣਾ, ਤੇ ਕੁੜੀ ਸਾਡੇ ਕੋਲ ਆਈ, ਉਹਦਾ ਇੱਕ ਭਰਾ। ਗੱਲ ਕਿਸੇ ਦੀ ਕੀ ਕਰਨੀ ਸੀ, ਗੱਲ ਕਰੀ ਦੀ ਆਪਣੀ ਜਿਹੜੇ ਮੇਰੇ ਸਾਹਮਣੇ ਵਾਪਰੀ ਹੈ। ਉਹਦਾ ਦਮ ਹੁੰਦਾ ਵਾ, ਬਾਅਦ ਦੀਆਂ ਗੱਪਾਂ ਦਾ ਮੁੱਲ ਕੋਈ ਨਾ। ਉਹ ਕੁੜੀ ਆਈ ਆ, ਥੋੜੀ ਜਿਹੀ ਉਹਦੀ ਹਾਲਤ ਥੋੜੀ ਜਿਹੀ ਕਮੀ, ਚਲੋ ਵਿਚਾਰੀ ਆਪਣਾ ਸਰਵਾਈਵ ਕਰ ਲਈ। ਉਸਦੇ ਭਰਾ ਨੇ ਕੀ ਕੀਤਾ ਕਿ 2 에ਅਰ ਕੰਡੀਸ਼ਨ ਗੁਰਦੁਆਰੇ ਚੜਾਤੇ ਪਿੰਡ ਨੇ ਸਾਹਿਬ। ਪਰ ਇਹ ਨਹੀਂ ਸੋਚਿਆ ਕਿ ਭੈਣ ਨੂੰ ਹੀ ਉਹਦੀ ਮਦਦ ਕਰ। ਵੇਖੋ ਇਹਨੂੰ ਕਹਿੰਦੇ ਹਉਮੈ। ਉਹ ਜਿਹੜੇ 2 AC ਚੜਾਏ ਆ ਗੁਰਦੁਆਰੇ, ਉਹਦਾ ਕਾਰਨ ਇਹੋ ਹੀ ਸੀ ਕਿ ਪਿੰਡ ਵਾਲੇ ਕਹਿਣਗੇ ਕਿ ਬਈ ਵਾਹ ਵੀ ਵਾਹ, ਵਧੀਆ ਕੰਮ। ਹੁਣ ਮੈਂ ਦੱਸਣਾ ਚਾਹੁੰਦਾ ਸਾਧ ਸੰਗਤ ਜੀ, ਜੇਕਰ ਸਾਡੇ ਵਿਵੇਕ ਚ ਹਾਣ ਗਵਾਜ ਨਹੀਂ ਦਿਖਦਾ ਪਿਆ, ਲੋੜਵੰਦ ਦਾ ਮਤਲਬ ਮੈਂ ਕਹਿੰਦਾ ਕਿ ਤੁਸੀਂ ਔਖੇ ਕਿਉਂ ਹੁੰਦੇ ਜੀ। ਦਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਧਾਰਮਿਕ ਸਥਾਨ ਦੇ ਉੱਤੇ ਦਾਨ ਕੀਤਾ ਹੀ ਸਫਲ ਹੈ। ਦਾਨ ਦਾ ਮਤਲਬ ਹੈ ਕਿ ਜਿੱਥੇ ਜ਼ਰੂਰਤ ਹੈਗੀ ਉਹਨੂੰ ਦਿਓ ਯਾਰ। ਉਹ ਚਲੋ ਮੰਨ ਲਓ ਜ਼ਿਆਦਾ ਨਹੀਂ ਦੇ ਸਕਦੇ, 25% ਉੱਥੇ ਸਹੀ ਜਗ੍ਹਾ ਤੇ ਲਾਓ, 75% ਸੁੱਟ ਦਿਓ, ਜਿੱਥੇ ਮਰਜ਼ੀ ਸੁੱਟ ਦਿਓ, 25% ਲਾਓ, ਉਹਦਾ ਸਾਨੂੰ ਫਲ ਪ੍ਰਾਪਤ ਹੋਣਾ। ਇਹੋ ਚੀਜ਼ ਤੋਂ ਸਾਨੂੰ ਬਾਣੀ ਮੁਕਤ ਕਰਦੀ ਹੈ ਕਿ ਲਕੀਰ ਦਾ ਫਕੀਰ ਨਾ ਬਣ। ਤੂੰ ਜਿੱਥੇ ਤੇਰੇ ਅੰਦਰ ਵਿਵੇਕ ਚਾਹੀਦਾ, ਤੂੰ ਜਿਹੜਾ ਵੀ ਕੰਮ ਕਰੇ ਤੈਨੂੰ ਪਤਾ ਹੋਣਾ ਚਾਹੀਦਾ ਕਿ ਇਹ ਬੰਦੇ ਨੂੰ ਸੱਚੀ ਜ਼ਰੂਰਤ ਹੈਗੀ। ਇਸ ਤੋਂ ਬਾਣੀ ਚ ਵੀ ਕਿਹਾ, ਅਕਲੀ ਬਾਝੋਂ ਭਗਤੀ ਨਹੀਂ ਕਰਨੀ, ਅਕਲੀ ਬਾਝੋਂ ਭਗਤੀ ਦਾਨ ਨਹੀਂ ਕਰਨਾ, ਤੂੰ ਅਕਲ ਤੋਂ ਬਾਝੋਂ ਗਿਆਨ ਨਹੀਂ ਗ੍ਰਹਿਣ ਕਰਨਾ। ਨਕਲੀ ਗਿਆਨ ਵੀ ਤੈਨੂੰ, ਤੇਰੇ ਅੰਦਰ ਵਿਵੇਕ ਹੈਗਾ ਹੀ, ਉਹਦੀ ਸੁਣਨੀ ਹੂੰ। ਜੇ ਤੈਨੂੰ ਮਨਾ ਕਰਦਾ ਨਾ, ਉਹਦਾ ਕਹਿਣਾ ਮੰਨੇ। ਨਹੀਂ ਮੰਨੇਗਾ ਕੋਈ ਪ੍ਰੋਬਲਮ ਨਹੀਂ, ਕਿਸੇ ਦਾ ਥੋੜੀ ਨੁਕਸਾਨ ਹੈ, ਤੇਰਾ ਆਪਣਾ ਨੁਕਸਾਨ ਹੈ। ਹਾਂਜੀ ਨਿਜਰ ਸਾਹਿਬ ਇੱਥੇ ਹੁਣ ਕਹਿ ਰਹੇ ਨੇ ਇਹ ਸਭ ਧਰਮ ਰਾਏ ਕੇ ਜਾਏ। ਹੁਣ ਕਹਿੰਦੇ ਕਿ ਜੇ ਤੂੰ ਜਾਈ, ਕਹਿੰਦੇ ਜੇ ਤੂੰ ਇਹ ਉੱਪਰਲਾ ਕ੍ਰਾਈਟੇਰੀਆ ਬੇਵਕੂਫੀਆਂ ਵਾਲੀਆਂ ਗੱਲਾਂ ਕਰਨੋਂ ਨਹੀਂ ਹਟੇਗਾ, ਫਿਰ ਤੈਨੂੰ ਕੀ ਪ੍ਰੋਬਲਮ ਆ ਜਾਣੀ ਆ, ਤੇ ਸੱਜਣਾ ਤੇਰਾ ਜੀਵਨ ਨਸ਼ਟ ਹੋ ਜਾਣਾ। ਤੋਂ ਬਾਅਦ ਪ੍ਰਕਿਰਤੀ ਜਿੱਤੇ ਹੈਗਾ ਹੀ ਹੈਗਾ। ਗੋਰਕੀ ਸਾਹਿਬ ਤੈਨੂੰ ਕੋਈ ਜ਼ਬਰਦਸਤੀ ਥੋੜੀ ਤੂੰ ਕੱਢ ਸਕਦਾ ਕੋਈ, ਹਨਾ। ਹਾਂ ਜੀ ਸਾਹਿਬ, ਇੱਕ ਨਾ ਮਤਲਬ ਜੀਵਨ ਤਾਂ ਦੇਖੋ ਸਾਰਿਆਂ ਦਾ ਨਸ਼ਟ ਹੋਣਾ ਹੈ, ਸਰੀਰ ਸਾਰਿਆਂ ਦਾ ਨਸ਼ਟ ਹੋਣਾ ਹੈ, ਜੀਵਨ ਸਾਰਿਆਂ ਦਾ ਨਸ਼ਟ ਹੋਣਾ ਹੈ, ਪਰ ਜਿਹੜਾ ਹੈ ਇਹਨੂੰ ਸਫਲ ਕਰਨਾ ਇਹੀ ਮੇਨ ਕ੍ਰਾਈਟੇਰੀਆ ਹੈਗਾ। ਕਹਿੰਦੇ ਫਿਰ ਤੂੰ ਸਫਲ ਨਹੀਂ ਕਰ ਪਾਏਗਾ ਮਿੱਤਰਾ। ਇਹ ਜੀਵਨ ਜਿਹੜਾ ਹੈਗਾ ਇਹਦਾ ਕੋਈ ਵੀ ਉਪਯੋਗ ਨਹੀਂ ਕਰ ਪਾਏਗਾ, ਇਹਨੂੰ ਵੇਸਟ ਕਰ ਦੇਗਾ, ਔਰ ਗਾਹਾਂ ਤੈਨੂੰ ਇਹ ਮਿਲਣਾ ਨਹੀਂ ਹੈ। ਪ੍ਰੋਬਲਮ ਤਾਂ ਇੱਥੇ ਹੈ ਨਾ, ਗਾਹਾਂ ਜਿਹੜਾ ਹੈਗਾ ਨਹੀਂ ਲੱਭਣਾ ਆਪਾਂ ਨੂੰ। ਗਾਹਾਂ 84 ਲੱਖ ਚੂਨਾਂ ਪਈਆਂ ਹੈ ਗੁਰਕੀ ਸਾਹਿਬ, ਪਤਾ ਨਹੀਂ ਆਪਣਾ ਕਿੰਨੇ ਕੁ ਆਪਣਾ ਕੀ ਲੈਵਲ ਆ ਉੱਥੇ, ਕੀ ਉਹਨਾਂ ਨੇ ਧਰਮਰਾਜ ਨੇ ਜੋਕ ਕੇ ਆਪਣਾ ਕੀ ਡਿਸਾਈਡ ਕਰਨਾ ਹੈ, ਕਿੰਨੀਆਂ ਕੁ ਚੂਨਾਂ ਔਰ ਕਿੰਨਾ ਕੁ ਸਮੇਂ, ਕਿੰਨੇ ਕੁ ਹਜ਼ਾਰਾਂ ਜਿਹੜੇ ਹੈਗੇ ਜਨਮ ਜਾਂ ਕਿੰਨਾ ਕੁ ਸਮਾਂ ਜਿਹੜਾ ਆਪਾਂ ਨੇ ਲੰਘਾਉਣਾ ਹੈ। ਹਾਂ ਗੱਲ ਸਹੀ ਹੈ ਨਿਜਰ ਸਾਹਿਬ। ਸਭ ਤੋਂ ਵੱਡੀ ਗੱਲ ਤੇ ਨਿਜਰ ਸਾਹਿਬ ਇਹ ਆ, ਮੁਕਤੀ ਇੱਕ ਅਲੱਗ ਵਿਸ਼ਾ ਹੈ,
ਨਾਮ ਨੂੰ ਪ੍ਰਗਟ ਕੀਤੇ ਬਿਨਾਂ ਜੀਵਨ ਜਿਉਣਾ ਇੱਕ ਬੇਵਕੂਫੀ ਹੈ ਮੇਰੀ ਨਜ਼ਰ। ਇੱਕਦਮ ਥਰਡ ਕਲਾਸ ਜੀਵਨ। ਆਪ ਜਸਟ ਸੋਚੋ, ਇਹ ਰਾਗ ਦਵੈਸ਼ ਆ। ਮੈਂ ਲੋਕਾਂ ਤੋਂ ਈਰਖਾ ਕਰਦਾ, ਮੈਂ ਲੋਕਾਂ ਤੋਂ ਉਹਨੂੰ ਕਿਸੇ ਤੋਂ ਇਨਸਾਫ ਨਹੀਂ ਕਰਦਾ। ਮੈਂ ਰਾਗ 'ਚ ਬੈਠਾ ਹੈ, ਉਹਨੂੰ ਮੋਹ ਦੇ ਵਿੱਚ ਬੈਠਾ ਹੈ, ਕਾਮ ਕ੍ਰੋਧ ਦੇ ਵਿੱਚ ਬੈਠਾ ਹੈ, ਲੋਭ 'ਚ ਬੈਠਾ ਹੈ, ਹੰਕਾਰ 'ਚ ਬੈਠਾ ਹੈ। ਕਿੱਦੋਂ ਦਾ ਘਟੀਆ ਜੀਵਨ ਹੋਊ। ਅਬ ਜਸਟ ਸੋਚੋ, ਕਿੱਡਾ ਘਟੀਆ ਤੇ ਇੱਕਦਮ ਲੋਗ ਰੇੜਦਾ। ਔਰ ਜਦੋਂ ਮੈਂ ਇਹ ਸੋਚੀ ਤਾਂ ਚੜ੍ਹਦੀ ਆ, ਮੇਰੇ ਅੰਦਰ ਵਿਵੇਕ ਪੈਦਾ ਹੁੰਦਾ ਤੇ ਕਿੱਡਾ ਜ਼ਬਰਦਸਤ ਜੀਵਨ। ਆਪ ਜਸਟ ਸੋਚੋ, ਜਦੋਂ ਇਹ 5 ਤੱਤ ਤੁਹਾਡੇ ਤੋਂ ਘਟੇ ਨਾ, ਇਹ ਜਿਵੇਂ ਜਿਵੇਂ ਮਰ ਗਏ ਨਾ, ਫਿਰ ਮਨ ਨੇ ਮਰਨਾ ਵਾ, ਮਨ ਨਸ਼ਟ ਹੋ ਜਾਣਾ। ਵੀ ਉਹ ਬਿਆਨ ਨਹੀਂ ਮੈਂ ਕਰ ਸਕਦਾ। ਹਾਂ, ਇਹ ਹੈ ਕਿ ਗੁੜ ਦੀ ਢੇਲੀ ਮੂੰਹ 'ਚ ਪਾ ਲਓਗੇ ਤੇ ਬੜਾ ਆਨੰਦ ਆਉਣਾ, ਮਿੱਠਾ। ਪਰ ਇਹ ਜਿਹੜਾ ਇਹ ਤੁਸੀਂ ਮਿੱਠਾ ਵੀ ਨਹੀਂ ਕਹਿ ਸਕਦੇ। ਜਦੋਂ ਬ੍ਰਹਮਲੀਨ ਹੋ ਜਾਣਾ ਬੰਦੇ ਨੇ, ਉਹ ਤਾਂ ਬੜੀ ਤਗੜੀ ਜ਼ਬਰਦਸਤ ਅਵਸਥਾ ਹੈ। ਉਹਦੇ ਬਦਲੇ ਤੁਹਾਡੇ ਕੋਲ ਦੁੱਕੀ ਬੁੱਝ ਨਹੀਂ ਹੈਗੀ, ਭਾਵੇਂ ਕਰੋੜ ਰੁਪਇਆ ਬੁੱਝ ਪਿਆ, ਉਹਦੇ ਨਾਲ ਕੋਈ ਫਰਕ ਨਹੀਂ। ਬੂੰਦ ਸਾਗਰ 'ਚ ਗਈ, ਸਾਗਰ ਹੋ ਗਈ, ਬ੍ਰਹਮ ਹੋ ਗਈ। ਬ੍ਰਹਮ ਨਹੀਂ, ਪਾਰ ਬ੍ਰਹਮ ਹੋ ਗਈ। ਇਹ ਬ੍ਰਹਮ ਤੋਂ ਪਾਰ ਲੰਘ ਗਈ ਤੁਸੀਂ। ਅਬ ਜਸਟ ਸੋਚੋ ਕਿ ਕਿਹੋ ਜਿਹੀ ਅਵਸਥਾ ਹੋ। ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ। ਜੋ ਥਾਲੀ 'ਚ ਆਇਆ ਪਰਮਾਤਮਾ ਨੇ ਦਿੱਤਾ ਹੈ, ਨਿਮਰਤਾ ਦੇ ਨਾਲ ਛਕ ਜਾਣਾ। ਹਾਂ, ਥੋੜਾ ਸ਼ੁਰੂ 'ਚ ਪ੍ਰੋਬਲਮ ਹੋਣੀ ਆ, ਕਿਉਂਕਿ ਡਾਇਜੈਸਟ ਨਹੀਂ ਕੀਤਾ ਜਾਂਦੀਆਂ ਗੱਲਾਂ। ਆਪਾਂ ਨੂੰ ਹਜਮ ਨਹੀਂ ਨਾ ਕਰਦੇ। ਕਈ ਚੀਜ਼ਾਂ ਆਪਾਂ ਨੂੰ ਬਦਹਜ਼ਮੀ ਕਰਦੀਆਂ। ਉਹ ਫਿਰ ਬੰਦਾ ਮਨ ਭੂਤਕਾਲ 'ਚ ਜਾਂਦਾ ਬਾਰ-ਬਾਰ। ਹਾਏ ਏਦਾਂ ਕਿਉਂ ਹੋਇਆ, ਏਦਾਂ ਕਿਉਂ ਹੋਇਆ, ਮੇਰੇ ਜੀਵਨ 'ਚ ਕਿਉਂ ਦੁੱਖ ਆ। ਪਰ ਜਿਵੇਂ ਸੁਰਤੀ ਕਾਗਰ ਹੋ ਗਈ, ਫਿਰ ਤੁਸੀਂ ਕਹਿਣਾ ਹੈ ਕਿਸੇ ਪਰਮਾਤਮਾ ਦਾ ਹੁਕਮ ਹੈ। ਅੱਜ ਮੇਰੇ ਪਿਤਾ ਨੇ ਮੈਨੂੰ ਇਹ ਚੀਜ਼ ਦਿੱਤੀ ਹੈ। ਹਾਂ, ਥੋੜੀ ਕੜਵੀ ਸਬਜ਼ੀ ਹੈ, ਕਰੇਲਾ ਆ ਗਿਆ, ਪਰ ਇਹਦੇ 'ਚ ਮੇਰਾ ਭਲਾ ਵਾ। ਕੌੜਾ ਹੈ, ਪਤਾ ਨਾ, ਕੌੜਾ ਖਾ ਲੈਂਦੇ ਨਾ ਕਰੇਲਾ। ਆਪਾਂ ਕਿਉਂ ਖਾਂਦੇ ਹਾਂ? ਆਪਾਂ ਨੂੰ ਲੋਕੀ ਕਹਿੰਦੇ ਨਾ ਵੀ ਕਰੇਲਾ ਖਾਇਆ ਕਰੋ, ਕਰੇਲਾ ਬਹੁਤ ਵਧੀਆ। ਤੇ ਇਹਦੇ ਨਾਲ ਕਿਉਂਕਿ ਤੁਹਾਡੇ ਅੰਦਰ ਨਾ ਤੁਹਾਡਾ ਖੂਨ ਸਾਫ਼ ਹੋ ਜਾਵੇ, ਫਿਰ ਕੋਈ ਚੀਜ਼ ਆਪਾਂ ਖਾ ਲੈਂਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਦੁੱਖ ਆਉਣਗੇ, ਤੁਸੀਂ ਇਹਨੂੰ ਖੁਸ਼ੀ ਨੂੰ ਸਵੀਕਾਰ ਕਰੋਗੇ। ਐ ਨਹੀਂ, ਮਜਬੂਰੀ ਨਹੀਂ, ਖੁਸ਼ੀ ਨਾਲ ਕਿ ਅੱਜ ਮੇਰੇ ਪਿਤਾ ਨੇ ਥੋੜੀ ਸਬਜ਼ੀ ਕਰਾਰੀ ਬਣਾਈ ਆ, ਇਹ ਵੀ ਬੜੀ ਵਧੀਆ, ਇਹ 'ਚ ਵੀ ਭਲਾ। ਕਿਉਂਕਿ ਦੁੱਖ ਜੋ ਨਰ ਦੁੱਖ ਮੇ ਦੁੱਖ ਨਾ ਮਾਨੇ, ਇਹਦੇ ਦੁੱਖ ਹੈਗੇ ਨੇ ਜੈਸਾ ਹੈ ਨਾ। ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ, ਸੁਖ ਸਨੇਹ ਪੈ ਨਹੀਂ ਜਾ ਕੇ ਕੰਚਨ ਮਾਟੀ ਜਾਣੇ। ਇਸ ਤਰ੍ਹਾਂ ਹੈਗਾ। ਹਾਂ, ਦੁੱਖ 'ਚ ਦੁੱਖ ਨਹੀਂ ਹੈ, ਦੋਨੀ ਦੁੱਖ। ਕਿਉਂਕਿ ਅੰਦਰ ਜਿਹੜਾ ਦੁੱਖ ਕਰ ਵਾਲਾ ਤੱਤ ਸੀ, ਉਹ ਸ਼ਾਂਤ ਹੋ, ਉਹਨੂੰ ਪਤਾ ਲੱਗ ਜਾਏ। ਸਬਜ਼ੀ ਕਈ ਵਾਰੀ ਲੂਣ ਵਾਲੀ ਹੈ, ਕਈ ਵਾਰੀ ਖੱਟੀ ਆ, ਕਈ ਵਾਰੀ ਕੌੜੀ ਹੈ, ਤੇ ਕਈ ਵਾਰੀ ਮਿੱਠੀ ਹੈ। ਇਹ ਸਬਜ਼ੀ ਚੇਂਜ ਹੁੰਦੀ ਰਹਿੰਦੀ, ਕਿਉਂਕਿ ਪ੍ਰਕਿਰਤੀ 'ਚ ਸਾਰਾ ਕੁਝ ਜੋ ਵੀ ਚੱਲ ਰਿਹਾ, ਫਿਰ ਉਹਦਾ ਭਾਣਾ ਜਿਹੜਾ ਮਿੱਠਾ ਲੱਗਦਾ। ਠੀਕ ਹੈ ਨਾ ਜੱਸਾ? ਅਗਲੀ ਤੋਂ ਬੋਲੋ। ਅੱਗੇ ਕਹਿੰਦੇ ਭਾਈ, ਜਿਹੜੇ ਇਹ ਐਸੇ ਇਨਸਾਨ ਹੈਗੇ ਜਿਹੜੇ ਆਪਣੇ ਆਪ ਨੂੰ ਸਰੀਰ ਮੰਨਦੇ ਆ, ਜਿਹੜੇ ਕਰਮ ਕਾਂਡਾਂ ਦੇ ਵਿੱਚ ਲੱਗੇ ਰਹਿੰਦੇ ਆ, ਧਿਆਨ ਸਿਮਰਨ ਨੂੰ ਛੱਡ ਕੇ ਬਾਕੀ ਸਾਰਾ ਕੁਝ ਕਰਦੇ ਆ, ਉਹਨਾਂ ਦੇ ਬਾਰੇ ਕਹਿੰਦੇ ਕਾਇਆ ਰਤ ਬਹੁ ਰੂਪ ਰਚਾਹੀ। ਕਾਇਆ ਰਤ ਬਹੁ ਰੂਪ ਰਚਾਹੀ, ਕਹਿੰਦੇ ਆਪਣੇ ਆਪ ਨੂੰ ਸਰੀਰ ਸਮਝਦੇ ਆ, ਬਸ ਕਾਇਆ ਦੇ ਨਾਲ ਰੱਤੇ ਹੋਏ, ਪੂਰਾ ਸਰੀਰ ਦੇ ਗੁਲਾਮ ਹੈ ਆਪਣੇ। ਇਸੇ ਦੇ ਵਾਸਤੇ ਸਾਰਾ ਕੁਝ ਕਰਨਗੇ। ਉਹ ਬਹੁਤ ਜ਼ਿਆਦਾ ਸਰੀਰ ਨੂੰ ਪਾਲਣ ਦੇ ਵਾਸਤੇ ਬਹੁਤ ਜ਼ਿਆਦਾ ਕੁਝ ਕਰਦੇ ਆ। ਇਹਨੂੰ ਸੋਹਣਾ ਬਣਾਉਣ ਵਾਸਤੇ ਕੱਪੜੇ, ਨਹਾਉਣਾ ਧੋਣਾ, ਹੋਰ ਸੈਂਟ ਸੁੰਟ, ਹੋਰ ਬਥੇਰਾ ਕੁਝ ਕਰਦੇ ਆ। ਧਾਰਮਿਕ ਉਹਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜੇ ਹੈਗੇ ਆ, ਉਹ ਭੇਖ ਤੇ ਛੋੜੋ ਵੇਸ ਭੇਖ ਚਤੁਰਾਈ। ਵੇਸ ਤੇ ਭੇਖ ਬਹੁਤ ਮਹਾਰਾਜ ਤਾਂ ਪਹਿਲੀ ਪਾਤਸ਼ਾਹ ਕਹਿੰਦੀ ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਹੋ। ਉਹਦੇ ਚਾਹੁੰਦਾ ਹੈ ਕਿ ਅੰਮ੍ਰਿਤ ਤੇਰੇ ਅੰਦਰ ਪਿਆ ਹੋਇਆ ਹੈ। ਜਿਸ ਜਲ ਨਿਧ ਕਾਰਨ ਤੁਮ ਜਾਗੇ ਆਏ, ਸੋ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਅੰਦਰ ਹੈਗਾ, ਅੰਦਰ ਵੜ। ਕਿੱਥੇ ਤੂੰ ਸਰੀਰ ਦੇ ਨਾਲ ਜੁੜਿਆ ਹੋਇਆ, ਕਿੱਥੇ ਬਾਹਰ ਘੁੰਮ ਰਿਹਾ ਹੈ। ਕਾਇਆ ਰਤ ਬਹੁ ਰੂਪ ਰਚਾਹੀ। ਔਰ ਕੀ ਕਰਦੇ? ਤਿਨਕੋ ਦਇਆ ਸੁਪਨੇ ਵੀ ਨਾਹੀ। ਔਰ ਉਹਨਾਂ ਨੂੰ ਦੇਖੋ ਦੂਸਰੇ ਦੇ ਉੱਤੇ ਬਿਲਕੁਲ ਤਰਸ ਨਹੀਂ ਆਉਂਦਾ, ਜਰਾ ਵੀ ਦਇਆ ਨਹੀਂ। ਆਪਣੇ ਵਾਸਤੇ ਸਭ ਕੁਝ ਕਰਨਗੇ, ਵਧੀਆ ਤੋਂ ਵਧੀਆ ਸੈਂਟ, ਵਧੀਆ ਤੋਂ ਵਧੀਆ ਕੱਪੜੇ, ਵਧੀਆ ਤੋਂ ਵਧੀਆ ਸਾਰੇ ਪੈਸੇ ਆਪਣੇ ਤੇ ਖਰਚ ਦੇਣਗੇ। ਕਿਸੇ ਗਰੀਬ ਨੂੰ ਵਿਚਾਰੇ ਨੂੰ ਜਿਹੜਾ ਕਿਸੇ ਨੂੰ ਰੋਟੀ ਖਵਾਉਣੀ ਹੋਏ, ਜਾਂ ਕਿਸੇ ਨੇ ਕੱਪੜਾ ਦੇਣਾ ਹੋਏ, ਜਾਂ ਕਿਸੇ ਗਰਮੀ ਦੇ ਵਿੱਚ ਜਾ ਰਿਹਾ ਵਿਚਾਰੇ ਨੂੰ ਉਹ ਕੈਂਚੀ ਜਿਹੜੀ ਹੈ ਰਬੜ ਦੀ ਚੱਪਲ 10-20 ਰੁਪਏ ਦੀ ਦੇਣੀ ਹੋਏ, ਉੱਥੇ ਵੀ ਜਿਹੜਾ ਹੈਗਾ ਉਹਨਾਂ ਦੇ ਮਨ ਦੇ ਵਿੱਚ ਤਰਸ ਨਹੀਂ ਆਉਂਦਾ। ਕਾਇਆ ਰਤ ਬਹੁ ਰੂਪ ਰਚਾਹੀ, ਤਿਨਕੋ ਦਇਆ ਸੁਪਨੇ ਵੀ ਨਾਹੀ। ਸੁਪਨੇ ਦੇ ਵਿੱਚ ਵੀ ਨਹੀਂ ਹੈਗਾ ਪਾਏ ਦਇਆ। ਹਾਂਜੀ ਗੁਰੂ ਸਾਹਿਬ। ਹਾਂ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ
ਕਿੱਦਾਂ ਦਾ ਜੀਵਨ ਹੈ ਉਹ? ਇੱਕਦਮ ਫਾਲਤੂ, ਇੱਕਦਮ ਬਕਵਾਸ ਜੀਵਨ, ਪਖੰਡ, ਹਿਪੋਕ੍ਰੇਸੀ। ਅਸਲੀਅਤ ਕੁਛ ਵੀ ਨਹੀਂ। ਇਨਸਾਨ ਪਤਾ ਕੀ ਚਾਹੁੰਦਾ ਹੈ? ਧਾਰਮਿਕ ਦਿਖਾਈ ਦੇਣਾ ਚਾਹੁੰਦਾ ਹੈ, ਬਣਨਾ ਨਹੀਂ ਚਾਹੁੰਦਾ। ਬਿਲਕੁਲ ਬਣਨਾ ਨਹੀਂ ਚਾਹੁੰਦਾ। ਇੱਕਦਮ ਝੂਠਾ ਔਰ ਠੱਗ ਸਮਝਦੇ? ਠੱਗ, ਬਿਲਕੁਲ ਚੀਟਿੰਗ। ਲੋਕਾਂ ਨੂੰ ਚਾਹੁੰਦਾ ਕਿ ਮੈਂ ਧਾਰਮਿਕ ਹਾਂ, ਪਰ ਬਣਨਾ ਨਹੀਂ ਚਾਹੁੰਦਾ। ਆਪਣੀ ਸਵਾਰਥ ਦੇ ਲਈ, ਆਪਣੇ ਲੋਭ ਦੇ ਲਈ ਇਹ ਸਾਰਾ ਇਹ ਪ੍ਰਪੰਚ ਰਚਦਾ ਹੈ। ਸਵੇਰੇ ਉੱਠੇਗਾ 4 ਵਜੇ ਵੀ, 3 ਵਜੇ ਵੀ ਉੱਠ ਸਕਦਾ ਹੈ। ਉੱਠੇਗਾ, ਇਸ਼ਨਾਨ ਕਰੇਗਾ, ਫਿਰ ਉਹ ਜੋ ਵੀ ਕਿਰਿਆ ਕਰਦਾ ਕਰੇਗਾ। ਫਿਰ ਲੋਕਾਂ ਨੂੰ ਦੱਸਦਾ ਵੀ ਹੈ ਕਿ ਮੈਂ ਨੇਮੀ ਹੈਗਾ, ਮੈਂ 25-30 ਸਾਲ ਤੋਂ ਫਲਾਣੀ ਜਗ੍ਹਾ ਤੇ ਜਾ ਕੇ ਮੱਥਾ ਟੇਕਦਾ ਉੱਥੇ 3 ਘੰਟੇ ਦੇ ਬਾਅਦ। ਉਹ ਕਹਿੰਦੇ ਕਿ ਇਹ ਬੰਦਾ ਜਿਹੜਾ ਏਡਾ ਹਿਪੋਕ੍ਰੇਸੀ ਹੈ, ਇੰਨਾ ਪਖੰਡ ਕਰਦਾ ਹੈ, ਕਹਿੰਦੇ ਸੁਪਨੇ ਚ ਦਇਆ ਤੇ ਹੈ ਨਹੀਂ ਇਹਦੇ ਅੰਦਰ। ਹਾਂ, ਜੋ ਕਰ ਰਿਹਾ ਹੈ ਜੀਵਨ ਤੇ ਛੱਡ ਦੋ। ਨਿੱਜਾ ਸਾਹਿਬ ਕਹਿੰਦੇ ਸੁਪਨੇ ਚ ਵੀ ਨਹੀਂ ਦਇਆ ਨਹੀਂ ਆਉਂਦੀ ਹੈ, ਉੱਥੇ ਵੀ ਸ਼ੈਤਾਨ ਹੈਗਾ। ਹਾਂਜੀ, ਮੈਂ ਕਿਹਾ ਜੋ ਕਰ ਰਿਹਾ ਆ, ਮਤਲਬ ਉਹ ਕਰ ਰਿਹਾ ਤੇ ਉਹਦੇ ਅੰਦਰ ਕੁਛ, ਉਹਦੇ ਅੰਦਰ ਜਿਹੜਾ ਉਸ ਕਰਨ ਦੇ ਨਾਲ ਕੋਈ ਜਿਹੜਾ ਹੈਗਾ ਚੇਂਜ ਤਾਂ ਆ ਨਹੀਂ ਰਿਹਾ ਉਹਦੇ ਅੰਦਰ। ਜੇ ਜਿਹਾ ਹੈਗਾ ਉਹ ਉਸ ਤੋਂ ਵੀ ਹੋਰ ਜਿਹੜਾ ਕਹਿੰਦੇ ਬਾਪੂ ਤੂੰ ਜਦ ਦਾ ਜਿਹੜਾ ਹੈ ਅੰਮ੍ਰਿਤ ਛਕਿਆ ਨਾ, ਜਦ ਦਾ ਤੂੰ ਤਾਂ ਹੋਰ ਵੀ ਜ਼ਿਆਦਾ ਜ਼ਹਿਰੀ ਹੋ ਗਿਆ, ਜ਼ਹਿਰੀ। ਨਿੱਜਾ ਸਾਹਿਬ ਉਹ ਨਹੀਂ ਕਿਹਾ ਕਿ ਬਾਹਰੋਂ ਧੋਤੀ ਤੂੰਬੜੀ ਤੇ ਅੰਦਰ ਵਿੱਚ ਨਕੋਰ, ਇੱਕ ਭਾਰ ਉਤਰਿਆ ਨਾਤਿਆਂ ਤੇ 2 ਭੌਰ ਚੜੀਏ ਸੋਰ। ਹਾਂਜੀ, 1 ਭੌ ਲੱਥੀ ਨਾਤਿਆਂ, 2 ਭੌ ਚੜੀਏ ਸੋਰ। ਹਾਂ, ਉਹ ਕਹਿੰਦੇ ਕਿ ਸਗੋਂ ਪਹਿਲਾਂ ਹੀ ਸਬਰ, ਪਹਿਲਾਂ ਤਾਂ ਕਰੇਲਾ ਹੀ, ਹੁਣ ਕਰੇਲਾ ਤੇ ਛੱਡੋ, ਨਿੰਮ ਤੇ ਚੜ ਗਿਆ, ਹੋਰ ਕੌੜਾ ਹੋ ਗਿਆ। ਬਿਲਕੁਲ, ਕਿਉਂਕਿ ਉਹਨੂੰ ਨਾ ਉਹਦਾ ਹੀ ਹੰਕਾਰ ਆ ਗਿਆ ਨਾ ਆਪਾਂ ਨੂੰ। ਆਪਾਂ ਅੰਮ੍ਰਿਤ ਛਕ ਲਿਆ, ਆਪਾਂ ਹੋ ਗਏ ਸੁਪੀਰੀਅਰ। ਬਾਕੀ ਤਾਂ ਐਵੇਂ ਕੀੜੇ ਮਕੌੜੇ ਆ। ਇਹ ਤਾਂ ਕਹਿੰਦੇ ਬਸ ਐਵੇਂ ਹੀ ਆ ਜਿਹੜੇ ਆ ਇਹ, ਬਸ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ। ਉਹ ਨਿੱਜਾ ਸਾਹਿਬ ਜਿਹੜੇ ਪ੍ਰਚਾਰਕ ਹੁੰਦੇ ਆ ਉਹ ਤੇ ਕਹਿੰਦੇ ਕਿ ਬਈ ਤੂੰ ਤੇ ਮੁਕਤੇ ਆ, ਠੱਗਾਂ ਦੀਆਂ ਮੰਡਲੀਆਂ ਵਾ। ਉਹ ਤੇ ਕਹਿੰਦੇ ਕਿ ਤੁਹਾਡੇ ਵਰਗੇ ਸ਼ਦਾਈ ਵਾਵਾ ਤੁਰੇ ਨੇ ਸਾਡੇ ਕੋਲ। ਇਹਨਾਂ ਨੇ ਵਰਡ ਵੀ, ਗੋਰਖੀ ਸਾਹਿਬ ਵਰਡ ਵੀ ਐਸਾ ਰੱਖਿਆ ਹੋਇਆ, ਕਹਿੰਦੇ ਇਹ ਤਾਂ ਐਵੇਂ ਕੱਚੇ ਪਿੱਲੇ ਤੁਰੇ ਫਿਰਦੇ ਆ, ਕੱਚੇ ਪਿੱਲੇ ਕਹਿੰਦੇ ਆ ਭਾਈ। ਬਾਕੀ ਦੇਖ ਲਓ। ਹਾਂ, ਉਹਨੂੰ ਕਹਿੰਦੇ ਸਕੂਲ ਕੰਪਲੈਕਸ ਬਿਮਾਰੀ ਹੁੰਦੀ ਹੈ ਇੱਕ ਮਾਨਸਿਕ ਦੇ ਤੌਰ ਤੇ। ਉਹ ਬੰਦਾ ਆਪਣੇ ਆਪ ਨੂੰ ਸੁਪੀਰੀਅਰ ਸਮਝ ਲੈਂਦਾ ਤੇ ਪਰਮਾਤਮਾ ਤੇ ਕਹਿੰਦਾ ਨਹੀਂ, ਜੇਕਰ ਤੇਰੀ ਨਜ਼ਰ ਤੇ ਹਜੇ ਵੀ ਉਹ ਮਾੜਾ ਨਜ਼ਰ ਆ ਰਿਹਾ ਹੈ, ਚੰਗਾ ਨਜ਼ਰ ਆ ਰਿਹਾ ਤੇ ਫਿਰ ਸੱਜਣਾ ਤੇਰੀ ਅੱਖ ਤੇ ਖੋਟੀ, ਕਿਉਂਕਿ ਪਰਮਾਤਮਾ ਨੇ ਪ੍ਰਕਿਰਤੀ ਦੀ ਰਚਨਾ ਕੀਤੀ ਹੋਈ ਤੇ ਗੜਬੜ ਨਹੀਂ ਹੈਗੀ। ਬਾਣੀ ਤਈਓ ਕਹਿੰਦੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਬਿਲਕੁਲ, ਜਿੱਦਣ ਤੂੰ ਚੰਗਾ ਹੋ ਗਿਆ ਨਾ ਸੱਜਣਾ, ਤੈਨੂੰ ਫਿਰ ਕੋਈ ਕੱਚਾ ਪੀਲਾ ਨਜ਼ਰ ਨਹੀਂ ਆਉਣਾ। ਜੇ ਤੈਨੂੰ ਕੱਚਾ ਪੀਲਾ ਨਜ਼ਰ ਆਉਂਦਿਆ ਤੇ ਇਹਦਾ ਮਤਲਬ ਹੈ ਕਿ ਗੜਬੜ ਆ ਕੁਝ ਤੇਰੀ ਦ੍ਰਿਸ਼ਟੀ ਚ। ਜਿੱਥੇ ਪ੍ਰੋਸੈਸਿੰਗ ਹੋ ਰਹੀ ਹੈ ਨਾ ਤੇਰੀ ਨਜ਼ਰ, ਉੱਥੇ ਤੇਰੇ ਕੋਲ ਮਿੱਥਿਆ ਦ੍ਰਿਸ਼ਟੀ ਆ। ਮਿੱਥਿਆ ਦ੍ਰਿਸ਼ਟੀ ਦਾ ਮਤਲਬ ਅਸਲੀਅਤ ਨੂੰ ਨਾ ਸਮਝ ਪਾਉਣਾ। ਇੱਕ ਛੋਟਾ ਬੁੱਧੀ ਹੁੰਦੀ ਨਾ, ਘਟੀਆ ਬੁੱਧੀ ਕਹਿ ਸਕਦੇ ਹਾਂ ਆਪਾਂ ਨੂੰ। ਉਹ ਬੁੱਧੀ ਚ ਦਮ ਨਹੀਂ ਹੈਗਾ, ਫਿਲਟਰ ਨਹੀਂ ਕਰ ਪਾ ਰਹੀ। ਮਤਲਬ ਮੈਂ ਕੀ ਕਹਾਂ, ਇੱਕ ਜਾਲੀ ਕਣਕ ਦੇ ਵਿੱਚੋਂ ਮਿੱਟੀ ਕੱਢਣੀ ਆ। ਉਹ ਜਾਲੀ ਏਦਾਂ ਦੀ ਆ ਕਿ ਉਹ ਕਣਕ ਨੂੰ ਵੀ ਤੇ ਮਿੱਟੀ ਨੂੰ ਇਕੱਠਿਆਂ ਨੂੰ ਹੀ ਕੱਢੀ ਜਾ ਰਹੀ ਹੈ। ਦਮ ਨਹੀਂ ਹੈਗਾ। ਦਿਖਦਾ ਨੀ ਪਿਆ ਸਾਹਮਣੇ। ਹੋਰ ਤੇ ਨਿੱਜਾ ਸਾਹਿਬ ਜਦੋਂ ਜਾਲੀ ਫੇਰੀ ਬੁੱਧੀ ਦੀ, ਵਿਵੇਕ ਦੀ, ਉਹਨੇ ਕਣਕ ਸਾਈਡ ਤੇ ਕਰ ਦੇਣੀ, ਮਿੱਟੀ ਸਾਈਡ ਤੇ ਕਰ ਦੇਣੀ। ਬਿਲਕੁਲ ਕਰ ਦੇਣੀ ਹੈ। ਜਦ ਤੂੰ ਨਹੀਂ ਹੋ ਰਿਹਾ, ਆਪਾਂ ਦੇਖ ਲਓ ਕਿੰਨੇ ਸਾਲ ਹੋ ਗਏ ਕਾਰਵਾਈ ਨਹੀਂ ਹੋ ਰਹੀ, ਆਪਣੇ ਅੰਦਰੋਂ ਨਹੀਂ ਜਾ ਰਹੀ, ਅਵਗੁਣ ਨਹੀਂ ਜਾ ਰਹੇ, ਤੇ ਭਾਈ ਕੁਛ ਨਾ ਕੁਛ ਤਾਂ ਗੜਬੜਿਆ ਨਾ ਆਪਣੇ ਉੱਤੇ। ਆਪਣੇ ਆਪ ਨੂੰ ਕੋਖੋ ਤਾਂ ਸਹੀ ਨਾ ਵੀ ਮੈਂ ਜੋ ਕਰ ਰਿਹਾ ਆ, ਇਹਦਾ ਮਤਲਬ ਜੇ ਕਹੋ ਵੀ ਜੇ ਕਹੇ ਜੀ ਮੈਂ ਤਾਂ ਜੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜਾਂ ਬ੍ਰਹਮ ਗਿਆਨੀਆਂ ਦੇ ਅਨੁਸਾਰ ਕਰ ਰਿਹਾ, ਭਾਈ ਦੇਖ ਲਓ ਫਿਰ ਕਿੱਥੇ ਕਮੀ ਹੈਗੀ। ਤੁਹਾਡੇ ਸਮਝਣ 'ਚ ਕਮੀ ਹੈ ਜਾਂ ਤੁਹਾਡੇ ਕਰਨ 'ਚ ਕਮੀ ਹੈਗੀ, ਦੇਖੋ, ਟੈਸਟ ਕਰੋ। ਹਾਂਜੀ ਵੀਰ, ਉੱਥੇ ਤੇ ਨਿੱਜਾ ਸਾਹਿਬ ਫਿਰ ਫੇਲ ਹੋ ਜਾਂਦਾ ਬੰਦਾ ਨਾ। ਫਿਰ ਪਰ ਉੱਥੇ ਗੱਲ ਕੀ ਆ, ਜਿਹੜੀ ਲੋਕੀ ਮਗਰ ਛੱਜ ਬੰਨ ਦਿੰਦੇ ਆ, ਉਹ ਛੱਜ ਨਹੀਂ ਨਾ ਮਿਲਦਾ। ਤੇ ਆ ਜਦੋਂ ਤੁਸੀਂ ਧਾਰਮਿਕ ਹੋ ਗਏ, ਤੁਹਾਨੂੰ ਕਹਿੰਦੇ ਚੰਗਾ ਥੋੜੀ ਸਮਝਣਾ। ਉਹ ਤੇ ਕਬੀਰ ਜੀ ਕੱਲ ਕਹਿੰਦੇ ਆ ਮੈਂ ਧਾਰਮਿਕ ਹੋ ਗਿਆ ਤੇ ਬੜਾ ਰੌਲਾ ਪਿਆ। ਸਾਰੇ ਕਹਿੰਦੇ ਆ ਕਿ ਇੱਕਦਮ ਜਿੱਦਾਂ ਸੱਪ ਨੀ ਲੜ, ਭੂੰਡ ਲੜ ਗਏ ਲੋਕਾਂ ਨੂੰ। ਜੇ ਮੈਂ ਧਾਰਮਿਕ ਹੋਇਆ, ਤੁਸੀਂ ਧਾਰਮਿਕ ਹੋ ਕੇ ਵੇਖ ਲਿਓ, ਉਹ ਵੇਖੋ ਧਾਰਮਿਕ ਹੋ ਕੇ ਕਿੱਦਾਂ ਲੋਕਾਂ ਨੂੰ ਭੂੰਡ ਲੜਦੇ। ਉਹਨਾਂ ਨੇ ਕਹਿਣਾ ਇਹ ਕੀ ਕਰਨੇ ਆ ਗੱਲ, ਇਹ ਕੀ ਗੱਲ ਕਰਨੀ। ਇੱਥੇ ਹਜ਼ਾਰਾਂ ਹੀ ਬੰਦੇ, ਲੱਖਾਂ ਬੰਦੇ ਤੁਰੇ ਫਿਰਦੇ ਆ। ਉਹ ਇੱਥੇ ਭੀੜ ਆ, ਭੀੜਾਂ ਦੀ ਇੱਥੇ ਇੰਨੀ ਦੁਨੀਆ ਤੁਰੀ ਫਿਰਦੀ ਹੈ, ਔਰ ਤੂੰ ਸਾਡੇ ਤੋਂ ਵੱਖ ਉਹਨੂੰ ਫਿਰਦਾ।
ਫਿਰ ਉਹਨਾਂ ਕਹਿਣਾ ਕਿ ਇਹਨੂੰ ਪੰਥ 'ਚ ਛੇਕ ਦਿਓ, ਇਹਨੂੰ ਕੱਢ ਦਿਓ ਬਾਹਰ। ਇਹ ਕਿਉਂਕਿ ਬੰਦਾ ਕੰਮ ਦਾ ਨਹੀਂ, ਇਹ ਐਸੀਆਂ ਗੱਲਾਂ ਕਰ ਰਿਹਾ ਹੈ ਜਿਹੜੀਆਂ ਸਾਡੀ ਕਿਤਾਬ 'ਚ ਨਹੀਂ ਲਿਖੀਆਂ, ਕਿਉਂਕਿ ਸਾਨੂੰ ਕੁਝ ਗਲਤ ਸਮਝਾ ਰਿਹਾ ਤੇ ਕਬੀਰ ਨੂੰ ਫਿਰ ਉਹਦੇ ਬਰਖਲਾਫ ਹੋ ਜਾਂਦੇ ਨੇ ਲੋਕ। ਬਿਲਕੁਲ ਸੱਚ ਨੂੰ ਡਾਈਜੈਸਟ ਨਹੀਂ ਕਰ ਸਕਦੇ ਲੋਕ। ਹਾਂਜੀ, ਇਹ ਬਾਣੀ ਦੇ ਵਿੱਚ ਵੀ ਆਉਂਦਾ, ਜਿਚਰ ਚੂਹਾ ਖੱਡ ਨਾ ਮਾਵੇ ਤਿੱਕੜ ਬੰਨੇ ਛੱਜ। ਕਹਿੰਦੇ ਤਿੱਕੜ ਜਿਹੜਾ ਬੰਨ੍ਹਤਾ ਲੋਕਾਂ ਨੇ ਜਿਹੜਾ ਹੈਗਾ ਉਹਨੂੰ ਉੱਪਰ ਚੱਕਤਾ ਹੈ। ਤੇ ਹੁਣ ਜਿਸ ਤਰ੍ਹਾਂ ਜਿਹੜੇ ਮੰਨ ਲਓ ਚੂਹਾ ਸੀਗਾ, ਉਹਨੂੰ ਕਿਤੇ ਜਿਹੜਾ ਛੱਜ ਮਿਲ ਗਿਆ, ਟੁੱਟਾ ਭੱਜਾ ਛੱਜ ਉਹਨੇ ਬੰਨ੍ਹ ਲਿਆ ਲੱਕ ਦੇ ਨਾਲ। ਕਹਿੰਦਾ ਮੈਂ ਹੁਣ ਮਹਾਰਾਜਾ ਹੋ ਗਿਆ ਤੁਹਾਡਾ, ਤੇ ਹੁਣ ਤੁਹਾਨੂੰ ਬਿੱਲੀ ਕੁਛ ਨਹੀਂ ਕਰ ਸਕਦੀ, ਬਸ ਮੇਰੀ ਸ਼ਰਨ 'ਚ ਰਹਿਣਾ ਹੈ। ਸਾਰੇ ਚੂਹੇ ਜਿਹੜੇ ਸਾਰਿਆਂ ਨੂੰ ਰੋਹ ਪਾਈ ਜਾਏ। ਉੱਧਰੋਂ ਕਿਤੇ ਬਿੱਲੀ ਆ ਗਈ ਤੇ ਸਾਰੇ ਚੂਹੇ ਫਟਾਫਟ ਖੁੱਡ ਦੇ ਵਿੱਚ ਵੜ ਗਏ। ਤੇ ਦੂਜੇ ਕਹਿਣ ਮਹਾਰਾਜ ਜੀ ਆ ਜਾਓ, ਮਹਾਰਾਜ ਜੀ ਆ ਜਾਓ। ਕਹਿੰਦੇ ਕਿਵੇਂ ਆਵਾਂ, ਇਹ ਛੱਜ ਨਹੀਂ ਆਉਣ ਦਿੰਦਾ, ਹੁਣ ਨਹੀਂ ਆਉਣ ਦਿੰਦਾ। ਆਹ ਹਾਲਤ। ਤੇ ਜਦੋਂ ਆਚਾ ਰਾਮ ਨੂੰ ਜਦੋਂ ਮੁੰਗਲੀ ਪਈ ਨਿੱਜਰ ਸਾਹਿਬ ਉੱਤੇ ਤਿਹਾੜ ਜੇਲ੍ਹ 'ਚ ਲੈ ਗਏ ਅਗਲੇ। ਹੁਣ ਉਹ ਜਿਹੜੇ ਮਗਰ ਲੱਗੇ ਫਿਰਦੇ ਸੀ, ਆਪ ਜਸਟ ਸੋਚੋ ਉਹਨਾਂ ਦਾ ਕੀ ਬਣਿਆ। ਉਹ 40 ਸਾਲ 30 ਸਾਲ ਤੋਂ ਬੰਦੇ ਉਹਨਾਂ ਦੇ ਮਗਰ ਧੱਕੇ ਖਾਣ ਤੇ ਉਹ ਬੰਦਾ ਜਿਹੜਾ ਹੈਡ ਸੀ, ਜਿਹੜਾ ਇੰਜਣ ਸੀ, ਇੰਜਣ ਹੀ ਗਲਤ ਨਿਕਲਾ। ਇਸ ਲਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਇੱਧਰ ਉੱਧਰ ਨਾ ਘੁੰਮਿਆ ਕਰੋ, ਮੁੜ ਕੇ ਇੰਜਣ ਗਲਤ ਨਿਕਲ ਆਵੇ ਨਾ ਤੇ ਜੀਵਨ ਹੀ ਨਸ਼ਟ ਹੋ ਜਾਣਾ ਤੁਹਾਡਾ। ਤੇ ਉਹ ਬਾਣੀ ਤੇ ਉਹ ਕਹਿੰਦੀ ਹੈ, ਬਾਣੀ ਤੇ ਕਹਿੰਦੀ ਹੈ ਕਿ ਸਿੱਧੀ ਜੀ ਗੱਲ ਕਰਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜੇਕਰ ਮੁਕਤ ਨਹੀਂ ਹੋ ਰਿਹਾ ਤੇ ਫਿਰ ਤੇ ਗੜਬੜੇ ਪਈ। ਬਸ ਇਹ ਦਵਾਈ ਖਾਵੇਂਗਾ ਤੇ ਤੇਰੇ ਤੋਂ ਨਿਕਲਣੇ ਚਾਹੀਦੇ, ਤੇ ਜੇ ਨਹੀਂ ਨਿਕਲਦੇ ਪਏ ਤੇ ਸਮਝ ਜਹਾਂ ਤੇ ਦੁਕਾਨ ਗਲਤ ਹੈ ਜਾਂ ਤੂੰ ਗਲਤ ਹੈ। ਇੱਕ ਤੇ ਗਲਤ ਹੈਗਾ, ਬਿਲਕੁਲ ਗਲਤ ਹੈਗਾ, ਬਿਲਕੁਲ ਗਲਤ ਹੈਗਾ। ਹਾਂ, ਇਹ ਤੇ ਜਾਂ ਤੇ ਡਾਕਟਰ ਬਦਲ ਤੇ ਜਾਂ ਤੂੰ ਸਵਾਦ ਲੈਣ ਦਿਆ ਵਾ, ਤੂੰ ਡਾਕਟਰ ਤੈਨੂੰ ਚੰਗਾ ਲੱਗਣ ਦਿਆ ਵਾ, ਕਿਉਂਕਿ ਡਾਕਟਰ ਦੀਆਂ ਗੱਪਾਂ ਬੜੀਆਂ ਵਧੀਆ ਨੇ, ਉਹ ਤੇਰੇ ਸਰੀਰ ਤੇ ਘੱਟ ਧਿਆਨ ਦੇਣ ਦੇ ਤੇ ਤੇਰੀ ਹਉਮੈ ਦੀ ਜ਼ਿਆਦਾ ਪੂਰਤੀ ਕਰ ਰਹੀ। ਉਹ ਦਵਾਈ ਨਹੀਂ ਖਾ ਰਿਹਾ, ਜਾਂ ਤਾਂ ਡਾਕਟਰ ਸਹੀ ਆ ਤੇ ਦਵਾਈ ਜਿਹੜਾ ਦੇ ਰਿਹਾ ਉਹ ਖਾ ਨਹੀਂ ਰਿਹਾ, ਪਰਹੇਜ਼ ਕਰ ਨਹੀਂ ਰਿਹਾ। ਹਾਂ, ਇਹ ਤਾਂ ਨਹੀਂ ਗੱਲਾਂ ਪਤਾ। ਠੀਕ ਹੈ, ਹਾਂਜੀ, ਕਹਿੰਦੇ ਕਿ ਸੁਪਨੇ 'ਚ ਵੀ ਉਹਨਾਂ ਦੇ ਅੰਦਰ ਕੋਈ ਦਇਆ ਨਹੀਂ ਹੁੰਦੀ। ਕਹਿਣ ਤੋਂ ਭਾਵ ਕਿ ਇਹ ਬੰਦੇ ਇੱਕਦਮ ਪਖੰਡ ਵਾਲਾ ਜੀਵਨ ਬਤੀਤ ਕਰਦੇ ਆ ਤੇ ਇਸ ਕਰਕੇ ਏਦਾਂ ਦੀ ਅਵਸਥਾ ਬਣ ਜਾਂਦੀ ਆ। ਅਗਲੀ ਤੁਕ ਨੇ ਸਭ ਕਿਹੜੀ ਹੈਗੀ? ਦੇਖੋ ਕਬੀਰ ਸਾਹਿਬ ਨੇ ਹੁਣ ਦਇਆ ਨਾਮ ਦੀ ਚੀਜ਼ ਇੱਥੇ ਕਿਉਂ ਦਿੱਤੀ ਹੈ? ਦੇਖੋ ਇਹ ਵੀ ਜਿਹੜਾ ਹੈ ਨਾ ਮੇਰੇ ਮਨ ਤੇ ਮੈਂ ਤਾਂ ਗੱਲ ਨੂੰ ਨਾ ਮੇਰੇ ਅੰਦਰ ਚੱਲਦਾ ਰਹਿੰਦਾ ਵਿਵੇਕ, ਉਹਨੂੰ ਗੱਲ ਕਿਉਂ ਇਸ ਤਰ੍ਹਾਂ ਕਿਹਾ। ਆਹ ਜਿਹੜਾ ਹੈਗਾ ਕਾਇਆ ਰਤ ਬਹੁ ਰੂਪ ਰਚਾਏ ਤਿੰਨ ਕੋ ਦਇਆ ਸੁਪਨੇ ਵੀ ਨਾਹੀਂ। ਹੁਣ ਇਹ ਦਇਆ ਦੀ ਗੱਲ ਇੱਥੇ ਦਇਆ ਇਹ ਨਾਲ ਜੁੜਦਾ ਬਿੜਦਾ ਤਾਂ ਹੈ ਹੀ ਨਹੀਂ ਹੈਗਾ ਕਿ ਕਾਇਆ ਦੇ ਨਾਲ ਬੜੇ ਆਪਣੇ ਆਪ ਨੂੰ ਸਰੀਰ ਸਮਝਦੇ ਆ ਤੇ ਦਇਆ ਹੈ ਨਹੀਂ ਸੁਪਨੇ ਦੇ ਵਿੱਚ। ਤੇ ਦਇਆ ਨਹੀਂ ਹੈਗੀ ਸੁਪਨੇ ਦੇ ਵਿੱਚ ਤਾਂ ਭਾਈ ਧਰਮ ਤਾਂ ਜੰਮਿਆ ਹੀ ਨਹੀਂ, ਹਾਲੇ ਧਰਮ ਤਾਂ ਜੰਮਿਆ ਹੀ ਨਹੀਂ। ਤੌਲ ਧਰਮ ਦਇਆ ਕਾ ਪੂਤ, ਦਇਆ ਨਹੀਂ ਹੈਗੀ ਤੇ ਧਰਮ ਨਾਮ ਦੀ ਕਬੀਰ ਜੀ ਕਹਿੰਦੇ ਧਰਮ ਦੀ ਤਾਂ ਗੱਲ ਹੀ ਨਾ ਕਰੋ ਨਾ, ਧਰਮ ਤਾਂ ਹੋ ਹੀ ਨਹੀਂ ਸਕਦਾ। ਆ ਭਾਈ ਇਸ ਕਰਕੇ ਕਹਿ ਰਹੇ ਦਇਆ ਦੀ ਗੱਲ। ਇਹ ਚਾਰ ਚਰਨ ਕਹੇ ਬਹੁ ਆਗਰ। ਆ ਦੇਖ ਲਓ ਹੁਣ ਜਿਹੜਾ ਕਰਮ ਕਾਂਡ, ਚਾਰ ਚਰਨ। ਹੁਣ ਚਾਰ ਚਰਨ ਕੀ ਹੁੰਦੇ ਆ? ਚਾਰ ਚਰਨ ਮਤਲਬ ਚਾਰ ਜਿਹੜੇ ਹੈਗੇ ਆ ਧਾਰਮਿਕ ਜਿਹੜੇ ਹੈਗੇ ਗ੍ਰੰਥ, ਜਿਹੜੇ ਜਿਸ ਤਰ੍ਹਾਂ ਚਾਰ ਵੇਦ ਕਹਿ ਲਓ, ਚਾਰ ਵੇਦਾਂ ਨੂੰ ਜਿਹੜਾ ਹੈਗੇ ਇਹ ਚਾਰ ਚਰਨ ਵੀ ਕਹਿ ਦਿੰਦੇ ਆ ਇਹਨਾਂ ਨੂੰ। ਬਈ ਖਾਲੀ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਧਾਰਮਿਕ ਗ੍ਰੰਥਾਂ ਨੂੰ ਜਿਹੜਾ ਹੈਗਾ ਚਾਰ ਚਰਨ ਕਹੇ, ਇਹਨਾਂ ਨੂੰ ਹੀ ਕਹੀ ਜਾਂਦੇ ਆ, ਇਹਨਾਂ ਨੂੰ ਹੀ ਪੜ੍ਹੀ ਜਾਂਦੇ ਆ। ਕਹੇ ਬਹੁ ਆਗਰ, ਆਗਰ ਕਹਿੰਦੇ ਆ ਬਹੁਤ ਜਿਹੜੇ ਹੈਗੇ ਆ ਵੱਡੇ ਵੱਡੇ ਜਿਹੜੇ ਹੈਗੇ ਇਹਨਾਂ ਦੇ ਆਗੂ, ਜਿਹੜੇ ਆਗਰ ਮਤਲਬ ਆਗੂ ਸਿਆਣੇ ਲੋਕੀ, ਇਹਨਾਂ ਦੇ ਜਿਹੜੇ ਇਹਨਾਂ ਨੂੰ ਜਿਹੜੇ ਹੈਗੇ ਗਿਆਨੀ ਕਹਿ ਲਓ, ਪੰਡਿਤ ਕਹਿ ਲਓ, ਸਕਾਲਰ ਕਹਿ ਲਓ, ਉਹ ਵੀ ਆਹੀ ਕੁਛ ਕਰਦੇ ਆ। ਚਾਰ ਚਰਨ ਕਹੇ ਬਹੁ ਆਗਰ। ਆਪਣਾ ਵੀ ਦੇਖ ਲਓ ਸੇਮ ਦਾ ਸੇਮ ਕਬੀਰ ਜੀ ਦੀ ਬਾਣੀ ਇੱਥੇ ਵੀ 100% ਜਿਹੜਾ ਹੈ ਆਪਣੇ ਉੱਤੇ ਟੁਕ ਰਹੀ ਹੈ ਇਸ ਸਮੇਂ ਦੇ ਉੱਤੇ। ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਸਾਧੂ ਕਹਿੰਦੇ ਕੌਣ? ਕਹਿੰਦੇ ਸਾਧਨਾ ਕਰਨ ਵਾਲੇ ਤਾਂ ਜਿਹੜੇ ਅੰਦਰ ਆਪਣੇ ਵੜ ਕੇ ਧਿਆਨ ਸਿਮਰਨ ਦੇ ਦੁਆਰਾ ਇਹ ਕਲਾ ਦੇ ਸਾਗਰ ਦੇ ਵਿੱਚ, ਕਲਯੁਗ ਦੇ ਵਿੱਚ, ਸੰਸਾਰ ਦੇ ਵਿੱਚ ਸੁਖੀ ਹੋ ਜਾਂਦੇ ਆ। ਪਰ ਇਹ ਜਿਹੜੇ ਹੈਗੇ ਆ ਇਹ ਦਾਦਰ ਜਿਹੜੇ ਹੈਗੇ ਆ ਇਹ ਕਰਮਕਾਂਡੀ ਜਿਹੜੇ ਹੈਗੇ ਇਹ ਬਸ ਨਿਰਾਪਰੀ ਗਿਆਨ ਨੂੰ ਪੜ੍ਹੀ ਜਾਣਾ ਔਰ ਉਹਦੇ ਅਨੁਸਾਰ ਜਿਹੜਾ ਹੈਗਾ ਉਹਨੂੰ ਕਮਾਉਣਾ ਹੀ ਨਹੀਂ। ਬਸ ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਜਿਵੇਂ ਕਿਸੇ ਨੂੰ ਹੀਰਾ ਮਿਲ ਗਿਆ ਨਾ, ਬਹੁਤ ਕੀਮਤੀ ਹੀਰਾ ਮਿਲ ਗਿਆ, ਬਸ ਉਹ ਗੁਲੇਲ ਦੇ ਵਿੱਚ ਚਲਾਤਾ ਉਹਨੇ,
ਬਾਂਟਾ ਸਮਝ ਕੇ, ਬਸ ਪੱਥਰ ਸਮਝ ਕੇ। ਐਵੇਂ ਦਾ ਹੈਗਾ ਭਾਈ ਗਿਆਨ ਬ੍ਰਹਮ ਗਿਆਨ ਹੈਗਾ, ਪਰ ਉਹਨੂੰ ਪੜ੍ਹੀ ਜਾ ਰਹੇ ਕਹਿੰਦੇ ਆਹੀ ਭਗਤੀ ਹੈ ਭਾਈ, ਆਹੀ ਭਗਤੀ ਹੈ ਬਸ। ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਹਾਂਜੀ ਗੁਰਗੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਉਸ ਦੀਆਂ ਤੁਕਾਂ ਨੂੰ ਫੇਰ ਨਜ਼ਰ ਮਾਰਦੇ ਆ। ਉਹ ਕਹਿੰਦੇ ਆ ਕਿ ਕਾਇਆ ਰਤ ਬਹੁ ਰੂਪ ਰਚਾਇਆ ਰਚਾਈ। ਇਹਦੇ ਤਿੰਨ ਕਿਉ दया सुपने भी नहीं। आप एक अरबी कोई फारसी भाषा नहीं हो। कहते कि धार्मिक स्थानां ते लोग की करते आ बड़ा डेकोरेशन की हुई है। ते दूजी तरफ इन्हां दी करतूतां वेखो, सरावां दे पैसे लैंदे ने, टैक्सी स्टैंड दे पैसे लैंदे ने, उत्थों इदां दा काम कर रहे ने। कंटीनां भी ठेके ते जा रही ने। हुण कंटीन एक हॉस्पिटल च है, सरकारी हॉस्पिटल गौरमेंट धार्मिक मान लो कोई संस्था चलांदी है, उत्थे जिहड़ा हॉस्पिटल है उत्थे कंटीन जे आपां ठेके ते भेजांगे ते की करतूत है। उसदा मतलब हुण जे मान लो 10-20 लाख टेंडर भरूगा ते भाई साहब वो फिर तुहानूं 5 रुपए की चीज ना बेचूगा, वो फिर 50 की बेचूगा। वेखना किन्ने आ? असीं नहीं वेखना। ये बाणी ते कहदी तू वेख। ਇਹਦਾ ਮਤਲਬ ਕਿ ਇਹ ਬੰਦਿਆਂ ਦੇ ਧਰਮ ਸੁਪਨੇ 'ਚ ਧਰਮ ਨਹੀਂ ਹੈਗਾ। ਤੂੰ ਇਹਨਾਂ ਨੂੰ ਧਾਰਮਿਕ ਸਮਝਦਾ। ਜਿਹੜੇ ਬੰਦੇ ਆਪ ਨਹੀਂ ਚੱਲਣ ਦੇ ਤੈਨੂੰ ਕਿੱਥੇ ਚਲਾ ਸਕਦੇ? ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਬਿਲਕੁਲ ਠੀਕ ਹੈ ਜੀ। ਇਹ ਤੇ ਕਬੀਰ ਜੀ ਤੇ ਕਹਿੰਦੇ ਆਪਣਾ ਰੂਪ ਆਪਣਾ ਵੀ ਸੂਤ ਵੇਚ ਆ ਰਹੇ ਨੇ। ਕਹਿੰਦੇ ਕਮਾਈ ਨੂੰ ਛੱਡੋ, ਪਹਿਲਾਂ ਇਹਦੇ 2-4 ਭਗਤ ਵੇਲੇ ਰੋਟੀ ਖਵਾਓ, ਇਹਨਾਂ ਕੋਲ ਭਗਤੀ ਕਰਵਾਈ ਹੈ, ਇਹ ਜੁੜ ਜਾਣਗੇ ਤੇ ਹਨਾ ਇਹਨਾਂ ਦਾ ਰਾਸ਼ਨ ਪਾਣੀ ਦਾ ਅਰੇਂਜਮੈਂਟ ਮੈਂ ਕਰਦਾ। ਪਰ ਇੱਥੇ ਧਰਮ ਤੇ ਤੁਹਾਨੂੰ ਦੇਖਦਾ ਕੋਈ ਨਹੀਂ। ਉੱਥੇ ਬਿਜ਼ਨਸਮੈਨ ਲੋਕ ਬੈਠੇ ਨੇ। ਔਰ ਆਪ ਜੀ ਨੂੰ ਸ਼ਾਇਦ ਸੰਗਤ ਜੀ ਪਤਾ ਨਹੀਂ ਹੋਣਾ। ਆ ਤੁਸੀਂ ਰਾਧਾ ਸਵਾਮੀ ਲਾ ਲਓ, ਨੂਰਮਹਿਲੀ ਲਾ ਲਓ, ਨਿਰੰਕਾਰੀ ਲਾ ਲਓ, ਜਾਂ ਆਪਣੇ ਵੀ ਲਾ ਲਓ। ਇਹਨਾਂ ਦੀਆਂ ਵੇਖੋ ਕਿੰਨੀਆਂ ਕਿੰਨੀਆਂ ਵੱਡੀਆਂ ਫੈਕਟਰੀਆਂ ਚੱਲਦੀਆਂ ਪਈਆਂ ਵਾ। ਆਪਣੇ ਵੀ ਵਿੱਚ ਹੀ ਹੈ ਗੋਰਕੀ ਸਾਹਿਬ, ਆਪਣੇ ਵੀ ਵਿੱਚੇ ਲਾਇਆ ਕਰੋ। ਕਿਸੇ ਨੂੰ ਆਪਾਂ ਨਿੰਦਦੇ ਨਹੀਂ। ਆਪਾਂ ਵੀ ਨਹੀਂ ਸਾਰੇ ਮੈਂ ਆਪਣੇ ਵੀ ਕਹਿੰਦਾ ਨਿੱਜਰ ਸਾਹਿਬ, ਆਪਣੇ ਵੀ ਜਿਹੜੇ ਹੈਗੇ ਤੇ ਸਾਰੇ ਠੱਗ ਲੋਕ ਨੇ। ਇਹਨਾਂ ਲੋਕਾਂ ਨੇ ਕਿਤੇ ਤੁਸੀਂ ਇਹਨਾਂ ਕੋਲ ਸਵਾਲ ਕੀਤਾ ਕਿ ਪੈਸਾ ਕਿੱਧਰ ਗਿਆ? ਧਰਮ ਦਾ ਮਤਲਬ ਇਹ ਹੈ ਕੋਈ ਬੰਦਾ ਗਿਆ ਨਹੀਂ ਪੈਸੇ ਹੈਗੇ ਤੇ ਤੁਸੀਂ ਇੱਕ ਆਪਣਾ ਫੰਡ ਬਣੋ ਵੀ ਆ ਜੀ 100 ਕਰੋੜ ਦਾ ਮਤਲਬ ਸਾਡਾ ਹਸਪੀਟਲ ਦੇ ਵਿੱਚ ਖਰਚਾ ਵਾ, ਇੰਨਾ ਸਾਡੇ ਕੋਲ ਗੁੰਜਾਇਸ਼ ਹੈਗੀ ਆ। ਜੇ ਕੋਈ ਗਰੀਬ ਆਉਂਦਾ ਹੈ ਕੋਈ ਪੈਸੇ ਨਹੀਂ ਹੈਗੇ ਤੇ 100 ਕਰੋੜ ਰੁਪਏ ਦਾ ਇਲਾਜ ਫ੍ਰੀ ਕੀਤਾ ਜਾਊ। ਪਰ ਨਹੀਂ, ਇੰਨਾ ਬੰਦਾ ਤੁਹਾਡਾ ਤੇ ਮਰ ਜਾਊਗਾ ਪਰ ਤੁਹਾਨੂੰ ਰੁਪਈਆ ਨਹੀਂ ਦੇਣਾ। ਇਹ ਕਾਹਦਾ ਧਰਮ ਹੈ? ਇਹ ਗੁਰੂ ਨਾਨਕ ਪਾਤਸ਼ਾਹ ਦੀ ਚੀਜ਼ ਥੋੜੀ ਫੋਲੋ ਕਰ ਰਿਹਾ। ਉਹਨਾਂ ਤੇ ਆਪਣੇ 20 ਰੁਪਏ ਵੀ ਦੇਤੇ ਲੋਕਾਂ ਨੂੰ। ਬਿਲਕੁਲ। ਇਹ ਸ਼ੁਕਰ ਕਰੋ ਤੁਹਾਡੇ ਹੀ ਪੈਸੇ ਤੁਹਾਨੂੰ ਨਹੀਂ ਦੇਣ ਦੇ। ਆਪ ਜਸਟ ਕਿਤੇ ਨੋਟਿਸ ਨਹੀਂ ਕੀਤਾ ਕਿ ਉੱਥੇ ਉਹ ਤੁਹਾਡਾ ਪੈਸਾ ਤੁਹਾਨੂੰ ਮਿਲ ਰਿਹਾ। ਪਰ ਇਹ ਆ ਕਿ ਦਿਮਾਗ ਦੇ ਵਿੱਚ ਇੱਕ ਵਾੜ ਦਿੱਤਾ ਗਿਆ ਹੈ ਕਿ ਦਸਵੰਧ ਦਾ ਮਤਲਬ ਹੁੰਦਾ ਸਿਮਰਨ। ਪੈਸੇ ਨਾਲ ਦਸਵੰਧ ਨਹੀਂ ਬਣਦਾ। ਅੱਜ ਦੀ ਡੇਟ 'ਚ ਆਪਾਂ ਕਹੀ ਤੇ ਜਾਂਦੇ ਆ ਕਿ ਬੜੇ ਵਧੀਆ ਅਸੀਂ ਲੰਗਰ ਲਾਉਂਦੇ ਆ, ਫਲਾਨਾ ਕੰਮ ਕਰਦੇ ਆ, ਪਰ ਉਹ ਪਖੰਡ ਹੈਗਾ। ਉਹਦੇ ਪਿੱਛੇ ਵੀ ਇੰਟਰਸਟ ਹੈ। ਉਹ ਏਦਾਂ ਦੇ ਖੇਖਣ ਕਰਨੇ ਆ ਕਿ ਲੋਕਾਂ ਨੂੰ ਦਿਖਾਉਣਾ ਹੈ ਕਿ ਅਸੀਂ ਤਾਂ ਕਰ ਰਹੇ ਹਾਂ। ਪਰ ਤੁਹਾਨੂੰ ਪਤਾ ਹੈ ਹਾਥੀ के दांत खाने को कुछ दिखाने के और खाने के और दिखाने के और। हाथी के दांत ਜਿਹੜੇ ਨੇ ਬੜੇ ਬੜੇ ਸੋਹਣੇ, ਬੜੇ ਖੂਬਸੂਰਤ। ਉਹ ਵੇਖਣ ਵਾਲਾ ਕਹਿੰਦਾ ਬੰਦਾ ਵਾਹ ਵੀ ਵਾਹ, ਹਾਥੀ ਦੇ ਦੰਦ ਕਿਤੇ ਸੋਹਣੇ, ਪਰ ਦਿਖਾਉਣ ਵਾਲੇ ਨੇ ਉਹ, ਖਾਣ ਵਾਲੇ ਉਹਦੇ ਦੰਦ ਹੋਰ ਨੇ। ਇਹੋ ਹਿਸਾਬ ਹੈ ਸਾਰੇ ਧਾਰਮਿਕ ਜਿਹੜੀਆਂ ਜਥੇਬੰਦੀਆਂ ਕਹਿ ਲਓ, ਏਜੰਸੀਆਂ ਕਹਿ ਲਓ, ਏਦਾਂ ਕਰਦੀਆਂ। ਜੇਕਰ ਧਰਮ ਇਹਨਾਂ ਕੋਲ ਹੀ ਨਹੀਂ ਹੈਗਾ, ਇਹਨਾਂ ਕੋਲ ਧਰਮ ਕਿੱਥੇ ਹੈ? ਇਹਨਾਂ ਕੋਲ ਹੋਵੇ ਤੇ ਉਹ ਤੇ ਕਹਿਣ ਤੇ ਸੁਪਨੇ ਚ ਵੀ ਨਹੀਂ ਹੈਗਾ। ਉਹ ਤੇ ਬਸ ਏਦਾਂ ਹੀ ਪਖੰਡ, ਹਿਪੋਕ੍ਰੇਸੀ ਹੈ। ਔਰ ਅਸੀਂ ਵੀ ਜੇਕਰ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਤੇ ਬਾਣੀ ਦੀ ਨਜ਼ਰ 'ਚ ਅਸੀਂ ਵੀ ਠੱਗ ਹੈਗੇ ਹਾਂ। ਇੱਕ ਤੇ ਸੱਚ ਹੈਗਾ ਨਾ, ਸੱਚ ਨੂੰ ਸੱਚ ਦੇ ਰੂਪ 'ਚ ਪ੍ਰਗਟ ਕਰੋ, ਪਰ ਉਹਨੂੰ ਹਜਮ ਕਰਨ ਦੇ ਲਈ ਮਹਿਤਾ ਤਕੜਾ ਚਾਹੀਦਾ। ਪਰ ਮਹਿਤਾ ਇੰਨਾ ਕੁ ਹੈਗਾ ਵਾ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਣੀ ਲੈ ਕੇ ਗਏ ਨੇ ਉਹਨਾਂ ਨੇ ਕਿਹਨੂੰ ਬਖਸ਼ਿਆ? ਪਰਵਾਹ ਨਹੀਂ ਕੀਤੀ। ਔਰ ਜੇਕਰ ਅਸੀਂ ਵੀ ਕੁਝ ਚਾਹੁੰਦੇ ਹਾਂ ਪ੍ਰਾਪਤ ਕਰਨਾ, ਸਹੀ ਨੂੰ ਸਹੀ ਕਹੋ ਤੇ ਗਲਤ ਨੂੰ ਗਲਤ। ਔਰ ਜੇਕਰ ਆਪਾਂ ਗਲਤ ਨੂੰ ਸਹੀ ਕਹਿੰਦੇ ਹਾਂ ਤੇ ਫਿਰ ਸਹੀ ਨੂੰ ਗਲਤ ਕਹਿੰਦੇ ਹਾਂ ਤੇ ਅਸੀਂ ਵੀ ਪਖੰਡ ਵਾਲਾ ਜੀਵਨ ਬਤੀਤ ਕਰਦੇ ਹਾਂ। ਸਾਡੇ 'ਚ ਦਇਆ ਨਹੀਂ ਹੈ। ਦਇਆ ਦਾ ਮਤਲਬ ਇਹੋ ਹੀ ਆ ਕਿ ਯਥਾਰਥ ਸੱਚ ਨੂੰ ਪ੍ਰਗਟ ਕਰ ਦਿਓ। ਇਹ ਨਾ ਹੋਵੇ ਕਿ ਇਸ ਭੀੜ ਦੇ ਵਿੱਚ ਤੁਸੀਂ ਵੀ ਰਖੇ ਜਾਓ, ਉਹ ਵੀ ਇੱਕ ਪਾਪ ਹੈਗਾ। ਹਾਂਜੀ ਨਿੱਜਰ ਸਾਹਿਬ। ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਕਹਿੰਦੇ ਚਾਰ ਚਰਨ, ਚਾਰ ਵੇਦ
ਧਾਰਮਿਕ ਗ੍ਰੰਥ 4 ਵੇਦ ਇਕੱਲੇ ਆਪਾਂ ਇਹ ਹਿੰਦੂਆਂ ਦੇ ਵੇਦ ਥੋੜ੍ਹੀ ਨਾ ਲੈਣੇ, ਸਾਰੇ ਦੁਨੀਆ ਦੇ ਧਾਰਮਿਕ ਗ੍ਰੰਥ ਸਾਰੇ ਇਹੀ ਕੁਛ ਕਰ ਰਹੇ ਆ। ਇਹਨਾਂ ਨੂੰ ਪੜ੍ਹੀ ਜਾਂਦੇ, ਇਹਨਾਂ ਦਾ ਵਿਆਖਿਆਨ ਕਰ ਜਾਂਦੇ ਆ। ਚਲੋ ਇਹ ਤਾਂ ਜ਼ਰੂਰੀ ਹੈਗਾ, ਇਹਨਾਂ ਨੂੰ ਵਿਚਾਰ ਹੀ ਜਾਂਦੇ ਆ। ਵਿਚਾਰਦੇ ਤਾਂ ਘੱਟ ਹੀ, ਜੇ ਵਿਚਾਰਨ ਤੇ ਉਹਦੇ ਅਨੁਸਾਰ ਕਿਉਂ ਨਾ ਚੱਲਣ, ਉਹਦੇ ਤੀਰ ਕਿਉਂ ਨਾ ਖੁੱਭਣ ਉਹਨਾਂ ਦੇ ਅੰਦਰ, ਅਣਿਆਲੇ ਤੀਰ ਕਿਉਂ ਨਾ ਖੁੱਭ ਜਾਣ, ਕਿਉਂ ਨਾ ਉਹਨਾਂ ਦਾ ਰੂਟੀਨ ਚੇਂਜ ਹੋ ਜਾਏ। ਆਹ ਚੀਜ਼ਾਂ ਜੇ ਪੜ੍ਹਦੇ ਹੁੰਦੇ, ਜੇ ਵਿਚਾਰਦੇ ਹੁੰਦੇ ਆਹ ਗੱਲਾਂ, ਤੇ ਫਿਰ ਇਹ ਗੱਲਾਂ ਦੇ ਨਾਲ ਉਹਨਾਂ ਦਾ ਜੀਵਨ ਕਿਉਂ ਨਹੀਂ ਬਦਲਣਾ ਚਾਹੀਦਾ। ਸਾਨੂੰ ਤਾਂ ਫੁਰੀ ਆ ਰਹੀ ਹੈ, ਸਾਡੇ ਤਾਂ ਰੋਂਗਟੇ ਖੜੇ ਹੋ ਰਹੇ ਆ ਇਹਦੇ ਨਾਲ। 4 ਚਰਨ ਕਹੇ ਬਹੁ ਆਗਰ, ਕਹਿੰਦੇ ਬਹੁ ਆਗਰ, ਕਹਿੰਦੇ ਆਗੂ, ਬਹੁਤ ਆਗੂ, ਵੱਡੇ ਵੱਡੇ ਸਿਆਣੇ ਬਸ ਆਹੀ ਕਰੀ ਜਾ ਰਹੇ ਆ, ਇਹੀ ਵਿਚਾਰ ਕਹੀ ਜਾ ਰਹੇ ਔਰ ਜਿਹੜਾ ਹੈਗਾ ਪੜ੍ਹੀ ਜਾ ਰਹੇ ਔਰ ਕਹੀ ਜਾ ਰਹੇ ਆ, ਪਰ ਸੁੱਖ ਨਹੀਂ ਮਿਲਦਾ ਉਹਨਾਂ ਨੂੰ। ਸੁੱਖ ਕਿਹਨਾਂ ਨੂੰ ਮਿਲਦਾ? ਸਾਧੂ ਸੁੱਖ ਪਾਵੇਂ ਕਲ ਸਾਗਰ। ਸਾਧਨਾ ਕਰਨ ਵਾਲੇ ਜਿਹੜੇ ਆ, ਇਹਨਾਂ ਦੇ ਵਿੱਚੋਂ ਜਿਹੜੇ ਸਾਧਨਾ ਸਮਝ ਲੈਂਦੇ ਆ ਉਹ ਸੁਖੀ ਹੋ ਜਾਂਦੇ ਆ। ਇਹ ਕਲਯੁਗ ਦੇ ਵਿੱਚ, ਇਹ ਸੰਸਾਰ ਸਮੁੰਦਰ ਦੇ ਵਿੱਚ ਨਿਕਲ ਜਾਂਦੇ ਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਆਪਾਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨ ਦੇ, ਅਸੀਂ ਤੇ ਸੱਚ ਨੂੰ ਪ੍ਰਗਟ ਕਰ ਰਹੇ ਹਾਂ ਤਾਂ ਜੋ ਸਾਨੂੰ ਪਤਾ ਲੱਗ ਜੇ, ਸਾਡੀ ਅੱਖਾਂ ਤੇ ਜਿਹੜਾ ਚਸ਼ਮਾ ਲਾਇਆ ਉਹਨੂੰ ਉਤਰ ਜੇ। ਉਹ ਕਹਿੰਦੇ ਕਿ 4 ਚਰਨ ਕਹਿ ਬਹੁ ਆਗਰ, ਸਾਡੇ ਵੇਦਾਂ ਦਾ ਗਿਆਤਾ, ਗ੍ਰੰਥਾਂ ਨੂੰ ਪੜ੍ਹਨ ਵਾਲੇ, ਅਸਲ 'ਚ ਇਹਨਾਂ ਨੂੰ ਅੱਖਰਾਂ ਦਾ ਗਿਆਨ ਹੀ ਹੁੰਦਾ ਹੈ। ਇਹਨਾਂ ਦਾ ਆਪਣਾ ਜੀਵਨ ਬੜਾ ਘਟੀਆ ਤੇ ਇੱਕਦਮ ਬਹੁਤ ਕਮੀਨੀ ਕਿਸਮ ਦਾ ਜੀਵਨ ਬਤੀਤ ਕਰਦੇ ਨੇ। ਇਹ ਪੜ੍ਹਦੇ ਨੇ, ਬਾਣੀ 'ਚ ਕਿਹਾ, ਬਾਣੀ 'ਚ ਇੱਕ ਤੁਕ ਆਉਂਦੀ ਹੈ, ਅਵਰ ਅਪਦੇਸ਼ ਕੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ। ਹਾਂ ਮੈਂ ਕਰ ਸਕਦਾ। ਅਵਰ ਉਪਦੇਸ਼, ਦੂਸਰੇ ਨੂੰ ਤੇ ਬਹੁਤ ਉਪਦੇਸ਼ ਕਰਦਾ, ਫੀਲਿੰਗ ਬੜੀ ਵਧੀਆ ਮਿਲਦੀ ਨਾ। ਮੈਂ ਵੀ ਕਹੂੰਗਾ ਵੀ ਸੱਚ ਬੋਲਿਆ, ਵਾਹ ਸੱਚ ਬੋਲੋ, ਫੀਲਿੰਗ ਤੇ ਬੜੀ ਵਧੀਆ ਹੈ। ਪਰ ਚਰਨਜੀਤ ਜਦੋਂ ਤੈਨੂੰ ਖੁਦ ਨੂੰ ਸੱਚ ਬੋਲਣਾ ਪਿਆ ਨਾ, ਤੇ ਫੇਰ ਹੀ ਉਹ ਵੇਖਿਆ, ਉਹ ਤੈਨੂੰ ਕਹਾਣੀ ਸੁਣਾਈ ਸੀ। ਉਹ ਕਹਿੰਦਾ ਇਹ ਲਫ਼ਜ਼ ਨਹੀਂ ਹੈਗਾ ਮੈਨੂੰ ਕਹਿ ਦਾਂ ਤੇ ਗੁੜ ਨਾ ਖਾ। ਪਹਿਲਾਂ ਮੈਂ ਤੇ ਬੰਦੇ ਦਾ ਪੁੱਤ ਬਣਾ, ਮੈਂ ਕੋ ਤੂੰ ਗੁੜ ਦਾ ਤਿਆਗ ਕਰਕੇ 7 ਦਿਨ ਮੈਂ ਨਹੀਂ ਗੁੜ ਖਾਦਾ। ਹੁਣ ਉਹ ਕਹਿੰਦਾ ਮੈਂ ਕਹਿਣ ਦੇ ਹੱਕਦਾਰ ਹੈਗਾ ਵਾਂ ਬਈ ਰਾਜੂ ਤੂੰ ਗੁੜ ਨਾ ਖਾਇਆ। ਇਹ ਤੁਹਾਨੂੰ ਤੇ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋ ਜਾਓ, ਰਾਗ ਤੋਂ ਦਵੈਸ਼ ਤੋਂ ਦੂਰ ਹੋ ਜਾਓ, ਤੇ ਆਪ ਕਿੱਥੇ ਬੈਠੇ? ਆਪ ਤੇ ਹਲਕੇ ਕੁੱਤੇ ਨੂੰ ਖਾ ਰਹੇ ਨੇ, ਔਰ ਐਸੀ ਗੰਦੀ ਚੀਜ਼ ਖਾ ਰਹੇ ਨੇ। ਆ ਬਾਣੀ ਪੜ੍ਹਨਾ ਤੇ ਉਹਨਾਂ ਦਾ ਅੰਦਰਾ ਕੰਮ ਜਾਣਾ ਚਾਹੀਦਾ, ਪਰ ਉਹ ਪੜ੍ਹਦੇ ਹੀ ਨਹੀਂ। ਪੜ੍ਹਨਗੇ ਤੇ ਰੌਲਾ ਪਾਉਣਾ ਬਾਣੀ ਨੇ, ਹੁਣ ਤੇ ਰਾਤ ਨੂੰ ਨੀਂਦ ਨਹੀਂ ਹੋਣੀ। ਆਪ ਜਸਟ ਕੋਈ ਚੁੱਕੀ ਵੇਖ ਲਓ। ਹੁਣ ਇੱਥੇ ਪਤਾ ਕੀ ਬਣਦਾ, ਜਦੋਂ ਇਲੈਕਸ਼ਨ ਆਵੇ ਵੋਟ ਧਿਆਨ ਨਾ ਪਾਇਆ ਕਰੋ, ਕਿਉਂਕਿ ਇਹਦਾ ਕਾਰਨ ਇਹੋ ਹੀ ਹੈ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਤੇ ਇਹ ਸਟੈਪ ਨਾ ਲੈਂਦੇ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ। ਹੁਣ ਵੀ ਜਿੱਥੇ ਜਿੱਥੇ ਸਾਡੀਆਂ ਡਿਊਟੀਆਂ ਬਣਦੀਆਂ ਨੇ, ਛੋਟੇ ਲੈਵਲ ਤੇ ਹੀ ਸੀ, ਤੁਸੀਂ ਇਹਨੂੰ ਹਮੇਸ਼ਾ ਬਿੜਕ ਚ ਰੱਖੋ, ਧਿਆਨ ਚ ਰੱਖੋ। ਜਿੱਥੇ ਧਰਮ ਨਹੀਂ ਹੈਗਾ ਉੱਥੇ ਉਹਨੂੰ ਨਹੀਂ ਮੰਨਣਾ। ਸੁਕਰਾਤ ਨੇ ਬੜੀ ਵਧੀਆ ਗੱਲ ਕੀਤੀ, ਆਪਣੇ ਉਹਨੇ ਚੇਲਿਆਂ ਨੂੰ ਇਹੋ ਗੱਲ ਸਮਝਾਈ, ਜੇ ਕੋਈ ਬੰਦਾ ਕਰਪਟ ਹੈ ਤੇ ਉਹਦੇ ਕੋਲ ਜਾਣਾ ਨਹੀਂ ਆ। ਬਾਣੀ ਚ ਵੀ ਪਹਿਲਾਂ ਵੀ ਕਿਹਾ ਵਾ, ਗੁਰੂ ਗੋਬਿੰਦ ਸਿੰਘ ਦੀ ਬਾਣੀ ਆ, ਜਦੋਂ ਉਹ ਪਤਾ ਨੀ ਕਿਤੇ ਬਾਣੀ ਚੱਲੀ ਸੀ, ਕਹਿੰਦੇ ਕਿ ਤੂੰ ਗੱਲਾਂ ਤੇ ਬੜੀਆਂ ਬ੍ਰਹਮ ਦੀਆਂ ਕਰਦਾ ਵਾਂ, ਤੇ ਪਰ ਜਿਹੜੀ ਤੂੰ ਪੂਜਾ ਦੇ ਪੈਸੇ ਲੈ ਕੇ ਆਉਣਾ, ਤੈਨੂੰ ਪਤਾ ਬੰਦਾ ਕੌਣ ਹੈ? ਠੱਗ ਬੰਦਾ, ਉੱਥੇ ਪੈਸੇ ਚੋਰੀ ਕਰਦਾ, ਲੋਕਾਂ ਦਾ ਹੱਕ ਮਾਰਿਆ, ਤੂੰ ਉੱਥੇ ਜਾ ਕੇ ਪੜ੍ਹਦਾ ਹੈ, ਔਰ ਤੂੰ ਸਾਨੂੰ ਗੱਲਾਂ ਸਿਖਾਉਂਦਾ ਹੈ ਕਿ ਇਸ਼ਨਾਨ ਕਰਨਾ ਹੈ, ਸੂਤ ਧਾਰਨਾ ਹੈ, ਇਹ ਪਖੰਡ ਸਿਖਾਉਂਦਾ ਹੈ। ਅਸੀਂ ਪਖੰਡੀ ਨਹੀਂ ਹੈ, ਤੂੰ ਪਖੰਡੀ ਹੈ। ਸੁਕਰਾਤ ਨੇ ਵੀ ਇਹੋ ਗੱਲ ਕੀਤੀ ਹੈ ਕਿ ਜਿਹੜਾ ਬੰਦਾ ਕਰਪਟ ਆ ਉਹਦੀ ਰਿਸਪੈਕਟ ਨਹੀਂ ਕਰਨੀ, ਕਿਉਂਕਿ ਜੇ ਤੂੰ ਗਲਤ ਬੰਦੇ ਨੂੰ ਬ੍ਰਹਮ ਗਿਆਨੀ ਕਹਿ ਦਿੱਤਾ, ਉਹਦੇ ਪਾਪਾਂ ਦੇ ਵਿੱਚ ਤੈਨੂੰ ਵੀ ਭਾਗੀਦਾਰ ਹੋਣਾ ਪਊਗਾ, ਕਿਉਂਕਿ ਤੂੰ ਗਲਤ ਨੂੰ ਪ੍ਰਮੋਟ ਕਰਦਾ। ਇਸੇ ਲਈ ਸਾਧ ਸੰਗਤ ਜੀ ਐਵੇਂ ਨਾ ਕਿਸੇ ਵੀਡੀਓ ਭੇਜਿਆ ਕਰੋ ਠੱਗਾਂ ਦੀ। ਅਗਲਾ ਜੇ ਤੁਹਾਨੂੰ ਉਹਦੇ ਜੀਵਨ ਦਾ ਨਹੀਂ ਪਤਾ, ਔਰ ਜੇ ਸ਼ੌਂਕ ਰੱਖਦੇ ਜੋ, ਪਲੀਜ਼ ਉਹਨਾਂ ਕੋਲ ਵਿਜ਼ਿਟ ਕਰੋ, ਤੁਹਾਨੂੰ ਪਤਾ ਲੱਗ ਜੂਗਾ ਉਹਨਾਂ ਦੇ ਜੀਵਨ ਧਰਮ ਹੈ ਕਿ ਨਹੀਂ, ਉਹਨਾਂ ਦੇ ਜੀਵਨ ਚ ਦਇਆ ਹੈ ਕਿ ਨਹੀਂ ਹੈ। ਦਇਆ ਕਿੱਥੇ? ਉੱਥੇ ਕੋਈ ਦਇਆ ਦੁਆ ਨਹੀਂ ਹੈਗੀ, ਸਭ ਪਖੰਡ ਹੈ। ਇੱਥੇ ਇੱਕ ਆਂਟੀ ਸੀ ਸਾਡੇ ਲਾਗੇ, ਉਹ ਕਹਿੰਦੀ ਮੈਂ ਰਾਧਾ ਸਵਾਮੀ ਦੀ ਬੜੀ ਭਗਤ ਨੇ, 25-30 ਸਾਲ ਤੋਂ ਜਾਣਦੀ ਨਿੱਜਾ ਸਾਹਿਬ, ਤੇ ਵਿੱਚ ਚ ਸੇਵਾ ਕਰਨ ਗਈ ਕਿਤੇ, ਤੇ ਲੱਤ ਟੁੱਟ ਗਈ, ਕੁਛ ਹੋ ਗਿਆ ਕਿੱਟਾ ਕੁੱਟਿਆ ਜਾ, ਤੇ ਮੈਂ ਕਿਹਾ ਮਾਤਾ ਤੇ ਫਿਰ ਇੱਥੇ ਆ ਕੇ ਕਿਉਂ ਇਲਾਜ ਕਰਾਉਣਾ ਸੀ, ਤੂੰ ਤੇ ਉੱਥੇ ਸੇਵਾ ਕਰਦੀ, ਤੇਰਾ ਇਲਾਜ ਨਹੀਂ ਹੋਇਆ? ਨਹੀਂ ਉਹ ਨਾ ਉਹਨਾਂ ਨੇ ਏਰੀਆ ਬਣਾਇਆ ਵਾ, ਫਲਾਨੇ ਏਰੀਏ ਤੇ ਮਰੀਜ਼ ਹੀ ਚੁੱਕਣੇ ਹੁੰਦੇ। ਮੈਂ ਗੱਲ ਉਹ ਨਹੀਂ ਹੁੰਦੀ, ਤੂੰ ਕਰਨ ਤੇ ਸੇਵਾ ਦੇਈ। ਹੁਣ ਮੈਂ ਮੇਰੇ ਘਰ ਮਜ਼ਦੂਰ ਸੀ, ਮੈਂ ਆਪਣੀ ਗੱਲ ਕਰਦਾ ਨਿੱਜਾ ਸਾਹਿਬ, ਆਪਾਂ ਫੜ ਨਹੀਂ ਮਾਰਦੇ, ਆਪਾਂ ਇੱਕ ਛੋਟੇ ਜਿਹੇ ਬੰਦੇ ਆ।
ਮੈਂ ਪਰਲਾ ਪੁਰਾਣਾ ਘਰ ਬਣਾਇਆ ਤੇ ਉੱਥੇ ਨਿੱਜਰ ਸਾਹਿਬ 2 ਮਜ਼ਦੂਰਾਂ ਦੇ ਸਾਈਕਲ ਚੋਰੀ ਹੋ ਗਏ। ਤੇ ਆਪਾਂ ਤੇ ਉਹਨਾਂ ਨੂੰ, ਮੈਂ ਜਦੋਂ ਏਡੀ ਵੱਡੀ ਕੋਠੀ ਬਣਦੀ ਹੈ ਤੇ ਇਹਨਾਂ ਨੂੰ ਜੋ ਵੀ 1500 1700 2000 ਰੁਪਏ ਬਣਿਆ ਮੈਂ ਦੇ ਦਿੱਤਾ, ਮੈਂ ਆਪਣੇ ਸਾਈਕਲ ਲੈ ਲਿਓ ਵੀ। ਧਰਮ ਤੇ ਇਹ ਕਹਿੰਦੇ ਜੇ ਕਿ ਮੈਂ ਛੋਟਾ ਜਿਹਾ ਇਨਸਾਨ, ਜੇ ਮੇਰੀ ਇੰਨੀ ਬੁੱਧੀ ਕੰਮ ਕਰਦੀ ਕਿ ਉਹਨਾਂ ਗਰੀਬਾਂ ਦੀ ਮੈਂ ਮਦਦ ਕਰਾਂ, ਤੇ ਇਹਦੀ ਜੇ ਲੱਤ ਤੇ ਨੁਕਸ ਪਿਆ ਸੀ ਤੇ ਫਰਜ਼ ਉਹਨਾਂ ਦਾ ਨਹੀਂ ਬਣਦਾ ਇਹਦਾ ਇਲਾਜ ਕਰਾਉਣਾ। ਬਿਲਕੁਲ ਸੇਵਾ ਤੇ ਉਹਨਾਂ ਦੀ ਕਰਨ ਦੀ। ਹੁਣ ਕੰਪਨੀਆਂ ਫੈਕਟਰੀਆਂ ਚ ਸਾਡੀਆਂ ਸਾਰੇ ਨੂੰ, ਮੇਰੇ ਸਰੀਰ ਨੂੰ ਸੱਟ ਲੱਗਦੀ, ਸਾਡੀ ਕੰਪਨੀ ਜ਼ਿੰਮੇਵਾਰੀ ਚੁੱਕਦੀ। ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਡੀਆਂ ਕੰਪਨੀਆਂ ਵਧੀਆ। ਕਮ ਸੇ ਕਮ ਧਾਰਮਿਕ ਸੇਵਾ ਕਰਨ ਦੀ ਆ, 25-30 ਸਾਲ ਤੋਂ ਤੁਹਾਡੇ ਕੋਲ ਹੁੰਦੀ ਆ ਤੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ। ਉਹਦਾ ਇਲਾਜ ਤੇ ਕਰਾ ਦਿਓ ਕਮ ਸੇ ਕਮ। ਉਹਨੂੰ ਤੁਸੀਂ ਘਰ ਚ ਭੇਜਦਾ ਬੀਬੀ ਜਾ ਨਿਕਲ ਜਾ, ਇਲਾਜ ਉੱਤੇ ਕਰਾ। ਇੱਥੇ ਪਤਾ ਲੱਗਦਾ ਕਿ ਇਹਨਾਂ ਲੋਕਾਂ ਦੇ ਦਿਲ ਚ ਦਇਆ ਨਹੀਂ ਹੁੰਦੀ। ਇੱਕ ਹਿਪੋਕ੍ਰੇਸੀ, ਇੱਕ ਪਖੰਡ ਏਦਾਂ ਹੀ ਕਰਦੇ ਨੇ। ਇਹ ਉੱਥੇ ਕਰਦੇ ਨੇ ਜਿੱਥੇ ਉਹ ਮੇਰੇ ਰਿਸ਼ਤੇਦਾਰ ਵਾਂਗੂ ਏਸੀ ਉੱਥੇ ਚੜਾਉਣਾ ਵਾ, ਜਿੱਥੇ ਕੁਛ ਮਤਲਬ ਆ, ਜਿੱਥੇ ਕੁਛ ਮਿਲਦਾ ਹੈ, ਜਿੱਥੇ ਪਖੰਡ ਸ਼ੋ ਆਫ ਕਹਿ ਦੋ ਕਿ ਦਿਖਾਵਾ ਹੀ ਦਿਖਾਵਾ। ਹਾਂਜੀ ਨਿੱਜਰ ਸਾਹਿਬ, ਇਹ ਕਹਿੰਦੇ ਕਿ ਜਿਹੜੇ ਵੇਦ ਪੜ੍ਹਦੇ ਆ ਉਹ ਵੇਦਾਂ ਨੂੰ ਪੜ੍ਹਦੇ ਹੀ ਰਹਿ ਜਾਂਦੇ ਆ। ਕਿਉਂਕਿ ਵੇਦਾਂ ਨੂੰ ਪੜ੍ਹਨ ਵਾਲੇ ਨੇ ਉਹ ਕਹਿੰਦੇ ਅਵਰ ਉਪਦੇਸ਼, ਦੂਜੇ ਨੂੰ ਉਪਦੇਸ਼ ਕਰਦੇ ਆ। ਔਰ ਜਿਹੜਾ ਬੰਦਾ ਖੁਦ ਹੀ ਨਹੀਂ ਕਰਦੇ ਆ ਤੇ ਕੀ ਉਹ ਪਰਮਾਤਮਾ ਨੂੰ ਆਪਾਂ ਧੋਖਾ ਦੇ ਸਕਦੇ ਹਾਂ? ਬਾਣੀ ਤੇ ਕਹਿੰਦੀ ਆਪਾਂ ਨੂੰ ਤੂੰ ਏਦਾਂ ਦਾ ਕੰਮ ਨਾ ਦੂਜੇ ਨੂੰ ਉਪਦੇਸ਼ ਕਰੀ। ਬਾਣੀ ਕਹਿੰਦੀ ਆ ਮੂੰਹ ਖੋਲਣ ਤੋਂ ਪਹਿਲਾਂ ਵਿਚਾਰ ਕਰ, ਤੂੰ ਇਹਨੂੰ ਜਾਣਦਾ, ਤੇਰਾ ਨਿੱਜੀ ਅਨੁਭਵ ਹੈਗਾ ਹੀ। ਕਿਤੇ ਕਿਤਾਬ ਪੜ੍ਹ ਕੇ ਤੇ ਨਹੀਂ ਬੋਲਣਾ ਸ਼ੁਰੂ ਕਰਤਾ, ਫੀਲਿੰਗ ਲੈਣ ਡਿਆ ਪਿਆ। ਇਹ ਮਨਾ ਕਰ ਰਹੇ ਨੇ ਉਸ ਚੀਜ਼ ਤੋਂ। ਬਿਲਕੁਲ ਤੂੰ ਦੂਜੇ ਬੰਦੇ ਦੀ ਨਿੰਦਿਆ ਕਰ ਰਿਹਾ, ਤੈਨੂੰ ਪਤਾ ਹੈ ਉਹ ਬੰਦੇ ਚ ਪਾਪ ਹੈਗਾ, ਉਗਣ ਹੈਗਾ, ਕਿ ਐਵੇਂ ਲੋਕਾਂ ਕੋਲ ਸੁਣੀ ਸੁਣਾਈ ਨਿੰਦਿਆ ਸ਼ੁਰੂ ਕਰਦੀ ਹੋ। ਪੁੱਛਦੇ ਹੋ ਚਰਨਜੀਤ ਨੂੰ, ਬਾਣੀ ਇਹ ਕਹਿੰਦੀ ਆ ਸਿੱਧੇ ਸ਼ਬਦਾਂ ਕੁਝ ਦੂਜੇ ਬੰਦੇ ਦੀ ਉਸਤਤ ਕਰਨੇ ਆ, ਕਹਿੰਦੇ ਆ ਬੜਾ ਵਧੀਆ ਬੰਦਾ, ਕਿਤੇ ਤੂੰ ਥਰਡ ਪਰਸਨ ਕੋ ਸੁਣ ਕੇ ਤੇ ਨਹੀਂ ਬਕਵਾਸ ਕਰਨ ਡਿਆ ਪਿਆ। ਤੈਨੂੰ ਯਥਾਰਥ ਪਤਾ ਵਾ ਕਿ ਤੂੰ ਉਹ ਕਹਦੇ ਉਹ ਬੰਦਾ ਠੱਗ ਹੋਵੇ ਤੇ ਤੂੰ ਕਵੇਂ ਉਹ ਬ੍ਰਹਮ ਗਿਆਨੀ। ਤੇ ਇਹ ਉਹ ਜਿਹੜਾ ਗਲਤ ਪ੍ਰਚਾਰ ਕੀਤਾ ਉਹਦੇ ਲਈ ਤੂੰ ਜ਼ਿੰਮੇਵਾਰ ਹੋਵੇਂਗਾ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਬਿਲਕੁਲ। ਹਾਂ, ਇਹ ਬਾਣੀ ਖਾਸ ਕਰਕੇ ਬਹੁਤ ਸਖਤ ਲਫ਼ਜ਼ ਵਰਤਦੀ ਆ। ਮੈਂ ਵੀ ਕਈ ਵਾਰ ਬੋਲ ਜਾਣਾ, ਪਰ ਉਹਦਾ ਕਾਰਨ ਹੀ ਹੋਈ ਹੈ ਕਿਉਂਕਿ ਭਰਮ ਬਹੁਤ ਜ਼ਿਆਦਾ। ਇਸ ਕਰਕੇ ਕਹਿੰਦੇ ਕਿ ਜਿਹੜੇ ਬੰਦੇ ਪੜ੍ਹਦੇ ਰਹਿੰਦੇ ਉਹ ਪੜ੍ਹ ਕੇ ਰਹਿੰਦੇ ਆ, ਉਹ ਪੜ੍ਹਦੇ ਨਹੀਂ ਤੇ ਉਹ ਕੱਢ ਜਾਂਦੇ। ਫਿਰ ਬਿਲਕੁਲ ਤੂੰ ਪੜ੍ਹਿਆ ਨਹੀਂ, ਤੂੰ ਕੜਿਆ ਹੁਣ। ਅਨਿਜਾ ਸਾਹਿਬ ਦੁੱਧ ਕੱਢ ਗਿਆ। ਹੁਣ ਗੋਰਖੀ ਸਾਹਿਬ ਜੇ ਮੱਖਣ ਵੀ ਬਣਾਵਾਂਗੇ ਨਾ ਤੇ ਕੌੜਾ ਬਣਨਾ ਮੱਖਣ, ਪੀਵਾਂਗੇ ਤਾਂ ਵੀ ਕੌੜਾ ਲੱਗਣਾ। ਲੋੜ ਤੋਂ ਜ਼ਿਆਦਾ ਪੜ ਗਿਆ ਤੇ ਕੱਢ ਗਿਆ। ਹਾਂਜੀ ਹਾਂਜੀ ਹੈਪੀ ਜੀ। ਹਾਂਜੀ ਇਹ ਤੇ ਬਿਲਕੁਲ ਸਹੀ ਕਹਿੰਦੇ ਆ। ਜਿਹੜੇ ਬ੍ਰਹਮ ਗਿਆਨੀ ਆ ਨਾ, ਬਾਬਾ ਜੀ ਤੇ ਮੋਹਰ ਲਾਈ ਵਿੱਚ ਕਹਿੰਦੇ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ, ਉਹ ਬ੍ਰਹਮ ਗਿਆਨੀ ਸਮਝ ਸਕਦਾ ਨਾ, ਪਰ ਸਾਡੇ ਵਰਗੇ ਲੋਕ ਅਸੀਂ ਮਤਲਬ ਉਹਨਾਂ ਨੂੰ ਸਮਝ ਥੋੜੀ ਸਕਦੇ ਆ ਇਹ ਬ੍ਰਹਮ ਗਿਆਨੀ ਆ ਕਿ ਕੌਣ ਆ ਨਾ। ਆਪਣੇ ਕੋਲ ਨਹੀਂ ਹੈ। ਜਿਹੜਾ ਬ੍ਰਹਮ ਗਿਆਨੀ ਆ ਉਹੀ ਉਹਨੂੰ ਸਮਝ ਸਕਦਾ ਕਿ ਇਹ ਭਾਈ ਇਹ ਕਿਤੇ ਕੱਲਾ ਦਾ ਮਾਲਕ ਆ ਨਾ। ਬਿਲਕੁਲ। ਪਰ ਅਸੀਂ ਆਪਣੀ ਮੋਹਰ ਲਾ ਦਿੰਦੇ ਆ ਕਿ ਅਸੀਂ ਭੇਜ ਦਿੰਦੇ ਆ, ਇੱਕ ਦੂਜੇ ਨੂੰ ਫਾਰਵਰਡ ਗਾਹ ਕਰ ਦਿੰਦੇ ਆ। ਨਾਈਸ ਰੀਲੀ। ਗੱਲ ਤੇ ਪਤਾ ਕੀ ਆ, ਧੋਖਾ ਦੀਏ ਦਾੰਤ ਖਾਨੇ ਕੇ ਔਰ ਦਿਖਾਨੇ ਕੇ ਔਰ। ਆਹ ਕਬੀਰ ਜੀ ਜੇ ਸਾਰੇ ਬਨਾਰਸ ਨੂੰ ਠੋਕੀ ਜਾਣਦੇ ਆ ਤੇ ਆਪ ਸਮਝੋ ਕਿ ਕਬੀਰ ਜੀ ਨੂੰ ਪਤਾ ਨਹੀਂ। ਕਬੀਰ ਜੀ ਨੂੰ ਪਤਾ ਹੈ ਉੱਥੇ ਹਿਪੋਕ੍ਰੇਸੀ ਹੈ, ਪਖੰਡ ਆ, ਔਰ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਇਹਨਾਂ ਦੇ ਜੀਵਨ ਚ ਦਇਆ ਨਹੀਂ ਹੈ, ਇਹ ਠੱਗ ਹੈ। ਜੇ ਦਇਆ ਹੋਵੇ ਤੇ ਦਿਖੇ ਨਾ ਉਹਨਾਂ ਨੂੰ, ਫਿਰ ਕਬੀਰ ਜੀ ਨੂੰ ਕੋਈ ਬੋਲਣ ਦੀ ਥੋੜੀ ਲੋੜ ਪਈ ਆ। ਸਾਨੂੰ ਪਾਲ ਪੁੱਤੇ ਨੇ ਵੱਡੇ, ਅਸੀਂ ਐਵੇਂ ਕਹਿ ਦਈਏ ਕਿ ਮਾੜੇ ਆ, ਪਰ ਜੇ ਕੋਈ ਮਾੜਾ ਹੈਗਾ ਤੇ ਉਹ ਦੱਸਣੇ ਆ। ਅਸੀਂ ਤੇ ਕਹਿੰਦੇ ਕਿ ਆਪਾਂ ਵੀ ਬੁੱਧੀ ਦਾ ਇਸਤੇਮਾਲ ਕਰੀਏ। ਤੇ ਬ੍ਰਹਮ ਗਿਆਨੀ ਦੀ ਇਸੇ ਕਰਕੇ ਕਿਹਾ ਕਿ ਜਿਹੜੀ ਚੀਜ਼ ਨੂੰ ਸਾਨੂੰ ਨਹੀਂ ਪਤਾ ਕਿਉਂਕਿ ਸਾਡੇ ਕੋਲ ਗਿਆਨ ਨਹੀਂ ਹੈਗਾ। ਜਦੋਂ ਸਾਡਾ ਗਿਆਨ ਹੀ ਨਹੀਂ ਹੈਗਾ ਤੇ ਐਵੇਂ ਸੁਣੀ ਸੁਣਾਈ ਗੱਲ ਦਾ ਪ੍ਰਮੋਸ਼ਨ ਕਰ ਦਿੰਦੇ ਆ, ਉਹ ਗਲਤ ਹੈ। ਹਾਂ, ਚੀਜ਼ ਵਰਤੀ ਆ ਤੁਹਾਡੇ ਜੀਵਨ ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਰ ਗਿਆ, ਰਾਗ ਦਵੇਸ਼ ਮਰ ਗਿਆ, ਤੇ ਉਹ ਜਿਹੜਾ ਵੀ ਸੰਤ ਕੋ ਮਰ ਗਿਆ, ਜਿਹੜੇ ਵੀ ਧਾਰਮਿਕ ਸਥਾਨ ਤੋਂ ਮਰ ਗਿਆ ਵਾ, ਤੁਸੀਂ ਉਹਦੀ ਪ੍ਰਮੋਸ਼ਨ ਕਰ ਦਿਓ। ਪਰ ਜੇ ਨਹੀਂ ਮਰਿਆ ਤੇ ਝੂਠ ਨਾ ਮਾਰੋਗੇ, ਉਹ ਵੀ ਝੂਠ ਹੈ। ਹਾਂਜੀ ਜੀ ਦੇਖ ਲਓ ਗੋਰਖੀ ਸਾਹਿਬ, ਐਕਚੁਅਲੀ ਕੀ ਹੁੰਦਾ ਨਾ, ਦੇਖੋ ਬ੍ਰਹਮ ਗਿਆਨੀ ਹੋਣ, ਚਾਹੇ ਲਾਈਵ ਹੋਏ, ਚਾਹੇ ਬ੍ਰਹਮ ਗਿਆਨ ਹੋਏ, ਜੋ ਕੁਛ ਵੀ ਹੈਗਾ ਉਹਦੇ ਨਾਲ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਪਰਿਵਰਤਨ ਆਉਣਾ ਚਾਹੀਦਾ ਹੈ ਭਾਈ। ਕਿਉਂਕਿ ਉਸ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਉਸ ਗਿਆਨ ਨੂੰ ਕਮਾਉਣਾ ਹੈਗਾ। ਉਹ ਗਿਆਨ ਦੇ ਨਾਲ ਆਪਾਂ ਨੇ ਤਾਂ ਰਿੰਗ ਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਲੜਨਾ ਹੈਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਹਰਾਉਣਾ ਹੈਗਾ। ਤਾਂ ਜਿਹੜਾ ਹੈਗਾ ਉਹ ਗਿਆਨ ਦਾ ਫਾਇਦਾ ਹੈ। ਨਹੀਂ ਤਾਂ ਗਿਆਨ ਦਾ ਲਾਭ ਕੀ ਹੈਗਾ ਆਪ ਨੂੰ? ਉਹਨੂੰ ਜਿੰਨਾ ਮਰਜ਼ੀ ਗਿਆਨ ਲੈ ਲਓ, ਜਿੰਨੀ ਮਰਜ਼ੀ ਕੋਚਿੰਗ ਲੈ ਲਓ, ਜਿੰਨੀ ਮਰਜ਼ੀ ਕੋਚਿੰਗ ਲੈ ਲਓ, ਜਾ ਕੇ ਰਿੰਗ ਦੇ ਵਿੱਚ ਫੁੱਸ ਹੋ ਜਾਓ, ਉਹਦੇ ਨਾਲ ਕੀ ਫਾਇਦਾ?
ਹਾਂ ਨਿੱਜਰ ਸਾਹਿਬ, ਜੇ ਮਨ ਹੀ ਨਿਰਮਲ ਨਹੀਂ ਹੋਇਆ ਤੇ ਫਿਰ ਸਾਡਾ ਜਿਹੜਾ ਜੋ ਵੀ ਪਖੰਡ ਹੈਗਾ ਉਹਦਾ ਫਾਇਦਾ ਕੋਈ ਨਹੀਂ। ਬਿਲਕੁਲ ਸਹੀ ਗੱਲ ਹੈ। ਜੇ ਸਾਡੇ ਅੰਦਰ ਮਨ ਤੇ ਨਿਰਮਲ ਹੀ ਨਹੀਂ ਹੋਇਆ, ਮਨ ਸਾਡਾ ਕਾਮ ਤੋਂ ਨਹੀਂ ਮੁਕਤ, ਕ੍ਰੋਧ ਤੋਂ ਨਹੀਂ ਮੁਕਤ, ਲੋਭ ਤੋਂ ਨਹੀਂ ਮੁਕਤ, ਹੰਕਾਰ ਤੋਂ ਨਹੀਂ ਮੁਕਤ, ਰਾਗ ਤੋਂ ਨਹੀਂ ਮੁਕਤ, ਦਵੈਸ਼ ਤੋਂ ਨਹੀਂ ਮੁਕਤ ਹੋ ਰਿਹਾ, ਚਲੋ 1-2% ਤੇ ਪ੍ਰੋਗਰੈਸ ਆਵੇ ਨਾ। ਹਾਂ ਬਿਲਕੁਲ ਸਹੀ ਗੱਲ ਹੈ। ਨਹੀਂ ਚਲੋ 2-4 ਦਿਨਾਂ 'ਚ ਨਹੀਂ ਪਤਾ ਲੱਗਦਾ, ਮਹੀਨੇ ਖੰਡ ਤਾਂ 2 ਮਹੀਨੇ 4 ਮਹੀਨੇ 2 ਸਾਲ, ਕੋਈ ਇੰਨੇ ਟਾਈਮ 'ਚ ਤਾਂ ਕੋਈ ਨਾ ਕੋਈ ਪ੍ਰੋਗਰੈਸ ਤਾਂ ਆਉਣੀ ਚਾਹੀਦੀ ਹੈ ਨਾ। ਹਾਂ ਤੇ ਜੇ ਤੇ ਨਹੀਂ ਆ ਰਹੀ ਤੇ ਦਾ ਮਤਲਬ ਜਾਂ ਤੇ ਹੁਣ ਵੇਖੋ ਆਪਾਂ ਪਾਣੀ ਨਾਲ ਕੱਪੜੇ ਧੋਨੇ ਆ, ਸਹੀ ਹੈ ਨਾ, ਤੇ ਆਪਾਂ ਇੰਨੀ ਕਾਮਨ ਸੈਂਸ ਰੱਖਦੇ ਹਾਂ ਕਿ ਜਿਹੜਾ ਕੱਪੜਾ ਇਹਨੂੰ ਉਹ ਪਾਣੀ ਧੋ ਸਕਦਾ ਵਾ ਕਿ ਜਿਹਦੇ ਜਿਹੜਾ ਇਸ ਕੱਪੜੇ ਤੋਂ ਥੋੜਾ ਸ਼ੁੱਧ ਹੋਊ। ਹੁਣ ਉਹ ਗੰਦਾ ਪਾਣੀ ਲਿਆ ਕੇ ਜਿੰਨਾ ਮਰਜ਼ੀ ਕੱਪੜਾ ਧੋਈ ਜਾਓ, ਉਹ ਜਿਹੜਾ ਕੱਪੜਾ ਸਾਫ਼ ਹੋਣਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ। ਆਹੋ ਤੇ ਸੰਗਤ ਦਾ ਮਤਲਬ ਇਹੋ ਹੀ ਆ ਕਿ ਜਿੱਥੇ ਕੱਪੜਾ ਅਕਸਰ ਮਲੀਨਤਾ ਨੂੰ ਕੱਟ ਰਿਹਾ ਉੱਥੇ ਪਾਣੀ ਦੀ ਨਿਰਮਲ ਧਾਰਾ ਹੈਗੀ ਆ, ਤੇ ਜੇਕਰ ਮਲੀਨਤਾ ਨਹੀਂ ਜਾ ਰਹੀ ਇਹਦਾ ਮਤਲਬ ਕਿ ਪਾਣੀ ਕਾਫੀ ਗੰਦਾ, ਉਹ ਪਾਣੀ ਨਹੀਂ ਚੰਗਾ, ਉੱਥੋਂ ਭੱਜ ਜਾਓ। ਫਿਰ ਕਬੀਰ ਜੀ ਕੀ ਕਹਿੰਦੇ ਆ, ਜਦ ਮੈਂ ਬੇੜਾ ਜਲਜਲਾ ਵੇਖਿਆ ਮੈਨੂੰ ਪਤਾ ਲੱਗਾ ਕਿ 6-7 ਮਹੀਨੇ ਮੈਂ ਤੇ ਪਾਣੀ ਦੇ ਨਾਲ ਕੱਪੜਾ ਧੋਂਦਾ ਰਿਹਾ, ਉਹ ਮੇਰੀ ਜਿਹੜੀ ਲੂੰਗੀ ਜੀ ਉਹ ਤੇ ਧੋਤੀ ਨਹੀਂ ਜਾਂਦੀ, ਉਹ ਤੇ ਸਗੋਂ ਹੋਰ ਗੰਦਗੀ ਚ ਚਿੰਬੜਦੀ ਆ। ਫਿਰ ਕਹਿੰਦਾ ਮੈਂ ਉਹ ਚਪੱਕ ਕਰਕੇ ਮੈਂ ਉਤਰ ਗਿਆ, ਮੈਨੂੰ ਪਤਾ ਲੱਗ ਗਿਆ ਇਹ ਪਾਣੀ ਚ ਦਮ ਨਹੀਂ ਹੈਗਾ। ਹਾਂ ਬਿਲਕੁਲ ਸਹੀ ਗੱਲ ਹੈ। ਫਿਰ ਉਹਦਾ ਮਤਲਬ ਕੀ ਹੋ ਗਿਆ, ਪਰ ਤੁਸੀਂ ਕਹੋਗੇ ਕਿ ਯਾਰ ਇੱਕ ਜਗ੍ਹਾ ਤੇ ਬੜਾ ਮੈਂ ਜੁੜਿਆ ਤਾਂ ਬੜਾ ਆਨੰਦ ਵੱਜਿਆ ਸੀ, ਐਟਲੀਸਟ ਇਹਨਾਂ ਤੇ ਹੈਗਾ ਸੀ ਨਾ ਕਿ ਮੈਂ ਧਾਰਮਿਕ ਹਾਂ, ਹੁਣ ਤੇ ਮੇਰੀਆਂ ਲੱਤਾਂ ਹੀ ਖਿੱਚ ਲਈਆਂ, ਤੁਸੀਂ ਮੈਨੂੰ ਨੰਗਾ ਹੀ ਕਰਤਾ। ਉਹਦਾ ਕਾਰਨ ਇਹ ਹੁੰਦੀ ਬਾਣੀ ਕਹਿੰਦੀ ਕਿ ਤੇਰੇ ਕੋਲ ਜੋ ਨਕਲੀ ਗਿਆਨ ਹੈ ਮੈਂ ਖੋਹ ਲੈਣਾ ਹੈ, ਕਿਉਂਕਿ ਤੂੰ ਅਸਲੀ ਦੀ ਤਲਾਸ਼ ਕਰ। ਫਿਰ ਪਰ ਜੇ ਤੂੰ ਨਕਲੀ, ਕੁਝ ਛੋਟੇ ਬੱਚੇ ਦੀ ਚੂਸਣੀ ਨਹੀਂ ਵੇਖੀ, ਨਿਕਲੀ ਜੀ ਚੂਸਣੀ ਮੂੰਹ ਚ ਪਾ ਦਿੰਦੀਆਂ ਮਾਵਾਂ, ਉਹ ਚ ਨਿਕਲਦਾ ਕੁਛ ਨਹੀਂ ਹੈ, ਪਰ ਉਹ ਠਰਕ ਪੂਰਾ ਹੀ ਜਾਂਦਾ ਵਾ। ਆਮ ਲੋਕ ਜਿਹੜੇ ਬੰਦੇ ਬੈਠੇ ਹੋਏ ਨੇ ਉਹ ਮੂੰਹ ਚ ਚੂਸਣੀ ਪਾ ਕੇ ਉਹ ਆਨੰਦ ਲਈ ਜਾ ਰਹੇ ਆ, ਪਰ ਉਹ ਚੂਸਣੀ ਚ ਹੈ ਹੀ ਕੁਛ ਨਹੀਂ, ਨਾ ਤੁਹਾਨੂੰ ਮਿਲਣਾ। ਹਾਂ ਇਹ ਚੀਜ਼ ਜ਼ਰੂਰ ਹੈਗੀ ਆ, ਮੂੰਹ ਚ ਕੋਈ ਚੀਜ਼ ਹੈਗੀ ਤੁਹਾਡੇ, ਪਰ ਉਹਦਾ ਫਾਇਦਾ ਨਹੀਂ ਕੋਈ ਹੈਗਾ, ਨਿਕਲਦਾ ਹੀ ਕੋਈ ਚੀਜ਼। ਠੀਕ ਹੈ, ਤੇ ਦੁੱਧ ਪੀਓਗੇ ਤੁਹਾਡੇ ਅੰਦਰ ਜਾਊਗਾ, ਤੁਹਾਡੇ ਸਰੀਰ ਦਾ ਹਿੱਸਾ ਬਣੂਗਾ, ਤੁਹਾਡੇ ਤੰਦਰੁਸਤੀ ਤੁਹਾਨੂੰ ਮਿਲੂਗੀ। ਤੇ ਚੂਸਣੀ ਨੂੰ ਚੂਸਣ ਦੇ ਨਾਲ ਕੁਛ ਨਹੀਂ ਜੋ ਮਿਲਦਾ, ਕਿਉਂਕਿ ਚੂਸਣੀ ਉਹਨਾਂ ਲੋਕਾਂ ਦੀ ਆ ਜਿਹੜੇ ਜਿਨ੍ਹਾਂ ਦੇ ਜੀਵਨ ਚ ਧਰਮ ਨਹੀਂ ਹੈਗਾ। ਹਾਂਜੀ ਨੀਚੇ ਸਾਹਿਬ, ਅੱਜ ਦੀ ਵਿਚਾਰ ਫਿਰ ਇੱਥੇ ਕਰਦੀ ਹੈ ਸਮਾਪਤ। ਇੱਕ ਰਹਿ ਗਿਆ ਜੀ, ਹਾਲੇ ਕਬੀਰ ਸਾਹਿਬ ਨੇ ਸਾਰ ਤਾਂ ਕੱਢਿਆ ਨਹੀਂ। ਹਾਂਜੀ ਖਿੱਚੋ ਜੀ ਖਿੱਚੋ। ਆਖਰੀ ਤੁਕ ਹੈਗੀ ਆ, ਕਹੋ ਕਬੀਰ ਬਹੁ ਕਾਇ ਕਰੀਜੈ। ਕਬੀਰ ਸਾਹਿਬ ਕਹਿੰਦੇ ਹੁਣ ਤੈਨੂੰ ਦੇਖ ਲਾ, ਤੇਰੇ ਕਰਮ ਕਾਂਡ ਜਿਹੜਾ ਹੈਗਾ ਜਿੱਥੇ ਤੂੰ ਲੱਗਿਆ ਹੋਇਆ ਆ, ਇਹ ਸਾਰਾ ਜਿਹੜਾ ਹੈਗਾ ਤੇਰਾ ਨਕਲੀ ਗਿਆਨ ਜਿਹੜਾ ਹੈਗਾ, ਇਹਨੂੰ ਕੱਢਣ ਵਾਸਤੇ, ਇਹਨੂੰ ਸੁੱਟਣ ਵਾਸਤੇ ਮੈਂ ਤੈਨੂੰ ਦੱਸਦਾ। ਇਸ ਤੋਂ ਜ਼ਿਆਦਾ ਤੈਨੂੰ ਹੋਰ ਕੋਈ ਲੋੜ ਹੈ? ਹੋਰ ਇਸ ਤੋਂ ਜ਼ਿਆਦਾ ਮੈਂ ਤੈਨੂੰ ਕੀ ਕਮਾਂ ਦੱਸ। ਕਹੋ ਕਬੀਰ ਬਹੁ ਕਾਇ ਕਰੀਜੈ, ਹੋਰ ਕੀ ਕਰੀਏ ਤਾਂ ਹੋਰ ਦੱਸ। ਤੈਨੂੰ ਇੰਨਾ ਤਾਂ ਸਮਝਾ ਦਿੱਤਾ, ਜੇ ਹਾਲੇ ਵੀ ਤੈਨੂੰ ਨਹੀਂ ਸਮਝ ਆਉਂਦਾ ਤੇ ਮੈਂ ਇਸ ਤੋਂ ਜ਼ਿਆਦਾ ਕੀ ਕਰਾਂ। ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਤ ਛੋੜ ਮਹਾਰਸ ਪੀਜੈ। ਛੱਡ ਦੇ ਇਹਨੂੰ ਨਕਲੀ ਨੂੰ, ਸਾਰੇ ਨੂੰ ਛੱਡ ਦੇ ਭਾਈ, ਛੱਡ। ਜੇ ਤੇਰੇ ਕੋਲ ਬ੍ਰਹਮ ਗਿਆਨ ਹੈਗਾ, ਬ੍ਰਹਮ ਗਿਆਨ ਜੋ ਕਹਿ ਰਿਹਾ ਆ ਉਹਨੂੰ ਕਮਾ ਲਾ। ਬ੍ਰਹਮ ਗਿਆਨ ਨੇ ਜਿਹੜਾ ਹੈਗਾ ਧਿਆਨ ਸਿਮਰਨ ਤੋਂ ਇਲਾਵਾ ਕੋਈ ਵੀ ਦੁਨੀਆ ਦਾ ਬ੍ਰਹਮ ਗਿਆਨ ਲਿਆਓ, ਉਹਨੇ ਧਿਆਨ ਸਿਮਰਨ ਤੋਂ ਇਲਾਵਾ, ਅੰਦਰ ਵੜਨ ਤੋਂ ਇਲਾਵਾ ਗੱਲ ਕਰਨੀ ਨਹੀਂ ਹੈ। ਸਾਰੀ ਦੁਨੀਆ ਦੇ ਬ੍ਰਹਮ ਗਿਆਨ ਇੱਕ ਹੈਗੇ ਆ। ਸਰਬਸ ਛੋੜ ਮਹਾਰਸ ਪੀਜੈ, ਕਹਿੰਦੇ ਮਹਾਰਸ, ਅੰਮ੍ਰਿਤ ਰਸ ਜਿਹੜੇ ਤੇਰੇ ਅੰਦਰ ਆਉਣਾ ਹੈ, ਜਾਂ ਤੇਰੇ ਵਿਚਾਰ ਬੰਦ ਹੋਣੇ ਆ, ਜਾਂ ਤੇਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਪੱਥਰ ਹਟਣੇ ਆ, ਤੇ ਉਹ ਰਸ ਪੀਲਾ ਭਾਈ। ਇਹਦੇ ਵਾਸਤੇ ਆਇਆ ਆ, ਆਹ ਕੰਮ ਹੈਗਾ, ਇਹ ਕੰਮ ਕਰਨਾ ਹੈ ਭਾਈ, ਇਹ ਕੰਮ ਹੈਗਾ। ਇਹਨੇ ਜਿਹੜਾ ਹੈਗਾ ਜਦ ਤੱਕ ਇਹ ਵੇਸ ਔਰ ਭੇਖ ਹੈਗੇ ਤੇ ਇਹ ਗੱਲ ਬਣਨੀ ਨਹੀਂ ਹੈ। ਛੋੜੋ ਵੇਸ ਭੇਖ ਚਤੁਰਾਈ ਵੀ ਛੱਡਣੀ ਪੈਣੀ ਆ, ਵੇਸ ਵੀ ਭੇਖ ਵੀ ਦੁਬਦਾ ਆ, ਇਹ ਫਲ ਨਹੀਂ ਮਿਲਣਾ ਭਾਈ। ਮਨ ਰੇ ਥਿਰ ਰਹੋ, ਮਤ ਕਤ ਕਾਹੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਮਤ ਕਤ ਕਿਤੇ ਜਾ, ਇਸ ਤਰ੍ਹਾਂ ਦਾ ਆਉਂਦਾ ਹੈ। ਕਿਤੇ ਨਾ ਜਾ ਭਾਈ, ਥਿਰ ਰਹਿ ਔਰ ਮਤ ਬਾਹਰ ਜਾ। ਤੇ ਆਹੀ ਕਬੀਰ ਸਾਹਿਬ ਕਹਿੰਦੇ ਆ ਭਾਈ ਕਿ ਸਮਾਂ ਥੋੜਾ ਹੈਗਾ, ਉਮਰ ਤੇਰੀ ਹੈਗੀ, ਸਵਾਸ ਤੇਰੇ ਹੈਗੇ ਆ, ਤੈਨੂੰ ਜਿਹੜਾ ਹੈਗਾ ਅੱਗੇ ਜੋ ਕੁਛ ਵੀ ਭੁਗਤਣਾ ਹੈ ਅੱਗੇ ਤੂੰ ਹੀ ਭੁਗਤਣਾ ਹੈ। ਤੇ ਦੂਜਿਆਂ ਦੇ ਉੱਤੇ ਜਿਹੜਾ ਹੈਗਾ, ਨਕਲੀਆਂ ਦੇ ਉੱਤੇ ਜਿਹੜਾ ਹੈਗਾ, ਇਹ ਕਰਮ ਕਾਂਡਾਂ ਦੇ ਉੱਤੇ ਜਿਹੜਾ ਹੈਗਾ ਆਪਣੇ ਜੀਵਨ ਨੂੰ ਦਾਅ ਤੇ ਨਾ ਲਗਾ। ਹਾਂਜੀ ਵੀਰ ਜੀ।
हाँ जी बिल्कुल ठीक है जी। उपरली तुक पढ़ते हैं, कहते साधु सुख पावे कल सागर, कहते कलयुग का सागर आ हाँ ते संगत जिहड़ी हैगी आ ज्ञान की संगत जिहड़ी अज्ञान तो भरम तो मुक्त करे, फिर सानू सुख मिल जाता। साधना करने वालिਆਂ ਦੇ ਨਾਲ गुरु ब्रह्म ज्ञानी ਦੇ ਅਨੁਸਾਰ ਚੱਲਾਂਗੇ ਤਾਂ। ਹਾਂਜੀ ਵੀਰ। हाँ हाँ बिल्कुल ठीक है। ध्यान सिमरन करते हैं, बंदगी करते हैं, किदी करते निराकार। कहते कहो कबीर बहु काया करिए, बहु काय करीजे, बहु काय करीजे सर्व छोड़ महा रस पीजे। ਉਹ ਕਹਿੰਦੇ ਕਿ ਹੁਣ ਮਤਲਬ ਨਿਚੋੜ ਉਹਨਾਂ ਨੇ ਕਿਹਾ ਇਹ ਹੈਗਾ ਸਰਬ ਛੋੜ, ਤੂੰ ਸਾਰੀਆਂ ਪਖੰਡ ਨੂੰ ਛੱਡ ਦੇ ਜੋ ਵੀ ਤੂੰ ਕਰ ਰਿਹਾ ਹੈ ਤੇ ਮਹਾਰਸ ਪੀਜੇ। ਮਹਾਰਸ ਇਹ ਹੈ ਕਿ ਪਰਮਾਤਮਾ ਦੇ ਲੜ ਲੱਗ, ਉਹ ਤੈਨੂੰ ਰਸਤੇ ਦੂਗਾ। ਜੇ ਤੂੰ ਮੰਗੇਗਾ ਤਾਂ ਸਵਾਂਤੀ ਬੂੰਦ ਤਾਂ ਮਿਲਣੀ ਆ। ਉਹ ਜਦ ਤੱਕ ਬਬੀਹਾ ਬੋਲਦਾ ਨਹੀਂ ਨਾ ਉਹਨਾਂ ਚਿਰ ਨਹੀਂ ਜੋ ਮਿਲਦੀ। ਤੇ ਜੇਕਰ ਆਪਾਂ ਇੱਥੇ ਤੇ ਬੈਠੇ ਹਾਂ ਆਪਣੀ ਜਗ੍ਹਾ 'ਚ ਆਪਣੇ ਨੂੰ ਭਰਮ ਤੇ ਪਾ ਕੇ ਬੈਠੇ ਹਾਂ ਤੇ ਇਹਦੇ 'ਚ ਫਿਰ ਤੋਂ ਉੱਥੇ ਹੁਣ ਕੀ ਕਰਨਗੇ ਕਬੀਰ ਕਿ ਕੋਈ ਵੀ ਕੁਝ ਨਹੀਂ ਕਰਦਾ, ਪਰਮਾਤਮਾ ਵੀ ਨਹੀਂ ਕੁਝ ਕਰ ਸਕਦਾ। ਕਿਉਂਕਿ ਡਿਮਾਂਡ ਐਂਡ ਸਪਲਾਈ। ਜੇਕਰ ਨਕਲੀ ਬੈਂਕ 'ਚ ਖਾਤਾ ਖੋਲਿਆ ਤੇ ਉਹ ਆਪਣੀ ਮਰਜ਼ੀ ਹੈ, ਪਰ ਜਰਜੀਤ ਤੂੰ ਇੰਨੇ ਟਾਈਮ ਤੋਂ ਪੈਸੇ ਜਮ੍ਹਾਂ ਕਰਾ ਰਹੇ ਹੈ, ਤੇਰੇ ਖਾਤੇ 'ਚ ਸਟੋਰ ਹੋਣੀ ਚਾਹੀਦੀ ਹੈ ਨਾ ਪੈਸੇ। ਦੋ ਚਾਰ ਰੁਪਏ ਗੁਣਾਂ ਦੇ ਰੂਪ 'ਚ, ਚਾਹੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ, ਤੈਨੂੰ ਜੇ ਤੇਰੇ ਇੰਨੇ ਪੈਸੇ ਜਮ੍ਹਾਂ ਹੋ ਰਹੇ ਆ ਤੇ ਤੇਰੇ ਖਾਤੇ 'ਚ ਇਹਨਾਂ ਚੀਜ਼ਾਂ ਤੋਂ ਤੈਨੂੰ ਕੁਝ ਮਿਲਣਾ ਚਾਹੀਦਾ, ਪਰ ਮਿਲ ਨਹੀਂ ਰਿਹਾ ਤੇ ਤੈਨੂੰ ਧੋਖਾ ਦੇ ਰਿਹਾ। ਕਹਿੰਦੇ ਨਿਚੋੜ ਤੇ ਉਹ ਕਰਿਆ ਕਿ ਪਰਮਾਤਮਾ ਦੇ ਚਰਨਾਂ 'ਚ ਤੁਹਾਨੂੰ ਜਾਣਾ ਪਊਗਾ, ਉਹਦੀ ਬੰਦਗੀ ਕਰਨੀ ਪਊਗੀ। ਤੇ ਉਹਦੇ ਵਿੱਚ ਤੇ ਇਹੋ ਹੀ ਕਿਹਾ ਵਾ ਕਿ ਉਹਨਾਂ ਨੇ ਕਿ ਸਾਨੂੰ ਆਪ ਇਸ ਚੀਜ਼ ਦੀ ਵਿਚਾਰ ਕਰ, ਕਿਸੇ ਤੇ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਬਾਣੀ ਤੇ ਸ਼ੁਰੂ ਤੋਂ ਹੀ ਕਹਿੰਦੀ ਆ ਕਿ ਜਦ ਤੱਕ ਜੋ ਤੇਰਾ ਗਿਆਨ ਹੀ ਨਹੀਂ ਹੈਗਾ ਤੇ ਤੂੰ ਐਵੇਂ ਆਪਣੇ ਆਪ ਨੂੰ ਉੱਚਾ ਤੇ ਸਾਬਤ ਕਰਦਾ, ਬਹਿਸ 'ਚ ਜਿੱਤ ਸਕਦਾ ਹੈ ਲੋਕਾਂ, ਪਰ ਕੀ ਮਿਲੂਗਾ ਤੈਨੂੰ? ਤੇਰਾ ਜੀਵਨ ਨਹੀਂ ਉੱਚਾ ਹੋਣਾ। ਅੱਖਰਾਂ ਦਾ ਗਿਆਨ ਕੀ ਕਰੇਂਗੇ? ਪੜ੍ਹੀ ਜਾ ਤੇ ਉਹ ਫਿਰ ਤੇ ਉਹ ਪੜ੍ਹ ਕੇ ਤੇ ਕੱਢ ਜਾਏਗਾ, ਤੇ ਕੱਢ ਗਿਆ ਤੇ ਫਿਰ ਤੇ ਤੂੰ ਕਿਸੇ ਕੰਮ ਦਾ ਵੀ ਨਹੀਂ ਰਹਿਣਾ, ਹਨਾ। ਹੋਰ ਹੀ ਤੇ ਸਮੈਲ ਹੋਣ ਡੈ ਪੈਣੀ ਤੇ ਏਦਾਂ ਦੀ ਗੱਲਬਾਤ ਆ। ਹਾਂਜੀ ਨਿੱਜਰ ਸਾਹਿਬ ਵਿਚਾਰੇ ਇੱਥੇ ਛੱਡ ਦਈਏ ਜੀ। ਬਿਲਕੁਲ ਜੀ, ਕੱਢ ਗਿਆ ਦਾ ਮਤਲਬ ਹੈ ਗੋਰਖੀ ਸਾਹਿਬ ਕਿ ਉਹਨੇ ਕਿਸੇ ਹੋਰ ਦੀ ਗੱਲ ਲੈਣੀ ਨਹੀਂ ਹੈ, ਉਹਦੇ ਅੰਦਰ ਕੋਈ ਚੀਜ਼ ਜਾਣੀ ਨਹੀਂ। ਐਸਾ ਤਕੜਾ ਫਿਲਟਰ ਬਣ ਜਾਣਾ, ਐਸਾ ਚਸ਼ਮਾ ਲੱਗ ਗਿਆ ਉਸ ਤੋਂ ਚਸ਼ਮੇ ਤੋਂ ਜੋ ਧੁੰਦਿਆਪਨ ਦੇ ਵਿੱਚੋਂ ਜੋ ਦਿਸ ਰਿਹਾ ਹੈ ਉਹਨੇ ਉਸੇ ਨੂੰ ਸੱਚ ਮੰਨਣਾ ਹੈ। ਉਹਨੇ ਜਿਹੜਾ ਹੈਗਾ ਰੱਸੀ ਨੂੰ ਸੱਪ ਸਮਝ ਲੈਣਾ। ਇਹਨੂੰ ਕਹਿੰਦੇ ਕੱਢ ਗਿਆ ਭਾਈ। ਹਾਂ ਨਿੱਜਰ ਸਾਹਿਬ ਉਹਦੇ ਲੋਕ ਜਿਹੜੀ ਬਾਤ ਜੀ ਆਉਣ ਡੈ ਪਈ ਨਾ ਕੜੇ ਦੀ, ਵੇਖੋ ਦੁੱਧ ਜਦੋਂ ਕੱਢ ਜਾਂਦਾ ਨਾ ਸਮੈਲ ਜੀ ਆਉਣ ਡੈ ਪੈਂਦੀ ਹੈ। ਉਹਦੀ ਸਮੈਲ ਕੀ, ਉਹਦਾ ਆਪਣੀ ਹਉਮੈ ਆ ਜਾਂਦੀ ਉਹਦੇ ਅੰਦਰ। ਉਹਨੂੰ ਦੂਜਾ ਨਹੀਂ ਚੰਗਾ ਲੱਗਦਾ, ਉਹਨੂੰ ਉਹ ਬੇਕੁਫੀਆਂ ਹੀ ਚੰਗੀਆਂ ਲੱਗਦੀਆਂ ਨੇ। ਉਹ ਭੇਡ ਚਾਲ, ਇੱਕ ਭੇਡ ਉਹ ਕਿਸੇ ਨੇ ਕਹਿਤਾ ਸੀ ਨਾ, ਤੇ ਉਹ ਮਾਸਟਰ ਨੇ ਸਵਾਲ ਪਾਇਆ, ਕਹਿੰਦਾ ਕਿ 15 ਭੇਡਾਂ ਨੇ, ਕਹਿੰਦਾ ਇੱਕ ਭੇਡ ਖੂਹ 'ਚ ਡਿੱਗੀ ਤੇ ਬਾਕੀ ਕਿੰਨੀਆਂ ਭੇਡਾਂ ਬਚਣਗੀਆਂ? ਤੇ ਉਹ ਇੱਕ ਮੁੰਡਾ ਕਹਿੰਦਾ ਮੈਂ ਜਵਾਬ ਦੇਵਾਂ? ਕਹਿੰਦਾ ਹਾਂ ਦਓ। ਕਹਿੰਦਾ ਜੀ 15 ਭੇਡਾਂ ਨੇ ਤੇ ਹਾਂ 14 ਬਚਣਗੀਆਂ ਤੇ ਇੱਕ ਹੋਰ ਬੈਠਾ, ਕਹਿੰਦਾ ਮੈਂ ਜਵਾਬ ਦੇਵਾਂ? ਕਹਿੰਦਾ ਕੀ? ਕਹਿੰਦਾ ਕੋਈ ਨਹੀਂ ਬਚੂਗੀ। ਕਹਿੰਦਾ ਏਦਾਂ ਕਿੱਦਾਂ ਹੋਊਗਾ? ਕਹਿੰਦਾ ਇਹ ਤੁਹਾਨੂੰ ਤਾਂ ਪਤਾ ਨਹੀਂ, ਸਾਡਾ ਕੰਮ ਹੀ ਭੇਡਾਂ ਦਾ ਵਾ। ਕਹਿੰਦਾ ਇੱਕ ਭੇਡ ਖੂਹ 'ਚ ਡਿੱਗੀ ਨਾ ਤੇ ਸਾਰੀਆਂ ਹੀ ਜਾਣਗੀਆਂ। ਇਸ ਲਈ ਬਾਣੀ ਕਹਿੰਦੀ ਆ ਪੂਰਾਂ ਦੇ ਪੂਰ ਲੈ ਜਾਂਦੇ ਨੇ ਨਾਲ ਹੀ ਉਹ ਭੇਡਾਂ ਨੂੰ। ਠੀਕ ਹੈ ਸਾਧ ਸੰਗਤ ਜੀ, ਅੱਜ ਦੇ ਵਿਚਾਰ ਬਹੁਤ ਵਧੀਆ ਸੀ। ਚਲੋ ਪ੍ਰਮਾਤਮਾ ਕਰੇ ਬਾਣੀ ਦਾ ਭਾਵ ਸਾਡੇ ਹਿੱਤੇ 'ਚ ਆਵੇ ਤੇ ਅਸੀਂ ਥੋੜਾ ਜਿਹਾ ਆਪਣੇ ਜੀਵਨ ਆਪਣੀਆਂ ਅੱਖਾਂ ਨਾਲ ਵੇਖੀਏ ਜੋ ਸਾਨੂੰ ਰੱਬ ਨੇ ਦਿੱਤੀ, ਆਪਣੀ ਬੁੱਧੀ ਦਾ ਇਸਤੇਮਾਲ ਕਰੀਏ ਜੋ ਸਾਨੂੰ ਦਿੱਤੀ, ਆਪਣੇ ਕੰਨਾਂ ਦੇ ਰਾਹੀਂ ਸੁਣੀਏ ਜੋ ਸਾਨੂੰ ਰੱਬ ਨੇ ਦਿੱਤੇ। ਸੋ ਇਹ ਚੀਜ਼ ਬੜੀ ਇੰਪੋਰਟੈਂਟ ਹੈ। ਤੇ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ। ਬਹੁਤ ਵਧੀਆ ਜੀ।